ਸੋ ਪ੍ਰੋਬਲਮ ਇਹ ਹੈ ਕਿ ਜਿਹੜੇ ਨਿਆਣੇ ਡਰੱਗ ਟੇਕ ਕਰ ਰਹੇ ਆ, ਜਿਹੜੇ ਨਿਆਣੇ ਡਰੱਗ ਲੈ ਰਹੇ ਆ, ਉਹਨਾਂ ਨੂੰ ਇਹਦੇ ਡੇਂਜਰਸ ਬਾਰੇ ਨਹੀਂ ਪਤਾ। ਉਹ ਪੀਅਰ ਪ੍ਰੈਸ਼ਰ ਥੱਲੇ ਆ ਕੇ ਡਰੱਗ ਟਰਾਈ ਕਰ ਲੈਂਦੇ ਆ। ਪਰ ਹੁਣ ਕਿਹੜੇ ਨਿਊਜ਼ਪੇਪਰਾਂ ਨੇ ਇਹ ਸਟੋਰੀਆਂ ਰੋਜ਼ ਕੱਢਣੀਆਂ ਹੈ ਕਿ ਹੁਣ ਇਸ ਫੈਮਿਲੀ ਦੇ ਵਿੱਚ ਡੈਥ ਹੋਈ ਹੈ, ਇਸ ਫੈਮਿਲੀ ਦੇ ਵਿੱਚ। ਇਹ ਜਿਹੜੇ ਸਟੈਟਿਸਟਿਕਸ ਆ ਸਿਰਫ ਤੋਂ ਸਿਰਫ ਸਟੈਟਿਸਟਿਕਸ ਹੀ ਰਹਿ ਜਾਂਦੇ। ਆਪਾਂ ਨੂੰ ਇਹ ਨਹੀਂ ਪਤਾ ਕਿ ਕਿੰਨੀ ਵੱਡੀ ਬਰਬਾਦੀ ਇਹ ਆਪਣੀ ਕਮਿਊਨਿਟੀ ਦੇ ਵਿੱਚ ਆ ਰਹੀ ਹੈ, ਕਿੰਨੀਆਂ ਫੈਮਲੀਆਂ ਨੂੰ ਨੁਕਸਾਨ ਹੋਇਆ ਇਸ ਗੱਲ ਕਰਕੇ। ਡਰੱਗਸ ਇਜ਼ ਅ ਬਿਗ ਇਸ਼ੂ। ਹਰ ਦਿਨ ਖਬਰਾਂ ਪੜ੍ਹਦੇ ਆ ਕਿ ਇੰਨੇ ਬੱਚਿਆਂ ਦੀ ਡੈਥ ਹੋ ਗਈ ਜਾਂ ਇੰਨੀਆਂ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ। ਹੁਣ ਇਹ ਕੀ ਲੱਗਦਾ ਤੁਸੀਂ ਤਾਂ ਡਿਟੈਕਟਿਵ ਹੋ। ਡਿਟੈਕਟਿਵ ਦਾ ਤਾਂ ਇੱਕ ਕੰਮ ਹੁੰਦਾ ਹਰ ਚੀਜ਼ ਦੀ ਖੋਜਬੀਨ ਜਿਹੜੀ ਆ ਉਹਦੇ ਤੱਕ ਜਾਣਾ, ਉਹਦੇ ਤੱਕ ਪਹੁੰਚ ਕਰਨਾ, ਉਹਦੀ ਜੜ ਤੱਕ ਜਾਣਾ। ਤੁਸੀਂ ਇਹਦੀ ਜੜ ਕੀ ਫੜੀ ਹੈ? ਪ੍ਰੋਬਲਮ ਇਹ ਹੈ ਸ਼ਹਿਰੀ ਕਿ ਵਰਕਫੋਰਸ ਸਿਟੀ ਜਿਹੜੇ ਸਾਰੇ ਤੋਂ ਸਾਰੇ ਡਰੱਗਸ ਮੋਸਟਲੀ ਜਿਹੜੇ ਮੈਕਸੀਕੋ ਤੇ ਬਾਕੀ ਕੰਟਰੀਆਂ ਤੋਂ ਆ ਰਿਹਾ ਕੈਨੇਡਾ ਦੇ ਵਿੱਚ, ਉਹ ਵੈਨਕੂਵਰ ਹੀ ਆ ਰਹੇ। ਸੋ ਗੱਲ ਇਹ ਹੈ ਕਿ ਇੰਨਾ ਸਾਰਾ ਡਰੱਗਸ ਇੱਥੇ ਆ ਰਿਹਾ ਹੈ। ਇਹ ਡਰੱਗਸ ਨੂੰ ਕੰਟਰੋਲ ਕਰਨ ਵਾਸਤੇ ਹੁਣ ਕਈ ਵਾਰੀ ਮੈਂ ਅਪਸੈਟ ਹੋ ਜਾਂਦਾ ਇਸ ਗੱਲ ਤੋਂ, ਜਦ ਪਬਲਿਕ ਮੈਨੂੰ ਕਹਿੰਦੀ ਹੈ ਜਦ ਤੁਹਾਨੂੰ ਪਤਾ ਹੈ ਕਿ ਡਰੱਗ ਡੀਲਰ ਕੌਣ ਹੈ, ਜਦ ਤੁਹਾਨੂੰ ਪਤਾ ਹੈ ਕਿਹੜੇ ਕੰਮ ਕਰ ਰਿਹਾ, ਤੁਸੀਂ ਇਹਨਾਂ ਨੂੰ ਜਾ ਕੇ ਸਿੱਧਾ ਗ੍ਰਿਫਤਾਰ ਕਿਉਂ ਨਹੀਂ ਕਰਦੇ? ਕਾਮਨ ਸੈਂਸ, ਸਹੀ ਸਵਾਲ ਪੁੱਛਿਆ। ਪਰ ਤੁਹਾਨੂੰ ਇਹ ਵੀ ਪਤਾ ਕਿ ਸਾਡੇ ਉੱਤੇ ਕਿੰਨੀਆਂ ਬੰਦਿਸ਼ਾਂ ਹੈ ਕੋਰਟ ਸਿਸਟਮ। ਹੁਣ ਕੋਰਟ ਸਿਸਟਮ ਜਦ ਸਾਨੂੰ ਕਹਿੰਦਾ ਹੈ ਕਿ ਸਾਡੇ ਸਾਹਮਣੇ ਸਬੂਤ ਪੇਸ਼ ਕਰੋ, ਤਾਂ ਫਿਰ ਸਬੂਤ ਦੀ ਘਾਟ ਕਹਿ ਦੋ ਜੀ ਕਿੱਥੇ ਹੋ ਜਾਂਦੀ ਹੈ? ਸਬੂਤ ਦੀ ਘਾਟ ਇਸ ਕਰਕੇ ਹੋ ਜਾਂਦੀ ਹੈ ਕਿ ਹੁਣ ਅਸੀਂ ਕਿੰਨੀ ਰਿਸੋਰਸਿਸ ਅਸੀਂ ਸਪਰੈਡ ਕਰੀਏ, ਕਿੰਨਾ ਕੁਛ ਅਸੀਂ ਕਰ ਸਕਦੇ ਹਾਂ। ਹੁਣ ਜੇ ਅਸੀਂ ਇੱਕ ਡਰੱਗ ਡੀਲਰ ਨੂੰ ਗ੍ਰਿਫਤਾਰ ਕਰਦੇ ਹਾਂ ਤੇ 10 ਹੋਰ ਖੜੇ ਆ ਉਹ ਜਗ੍ਹਾ ਲੈ, ਜਿੱਥੇ ਆਪਾਂ ਨੂੰ ਕੋਈ ਐਕਸ਼ਨ ਚੱਕਣ ਦੀ ਲੋੜ ਹੈ, ਆਪਾਂ ਨੂੰ ਐਕਸ਼ਨ ਉਹ ਚੱਕਣੀ ਚਾਹੀਦੀ ਆ। ਕਿਉਂਕਿ ਇਹ ਜਿਹੜੇ ਡਰੱਗ ਡੀਲਰ ਮੈਂ ਤੁਹਾਨੂੰ ਦੱਸੀ ਜਾਂਦਾ ਆ, ਇਹਦੇ ਜੜ ਜਿਸੀ ਤਰ੍ਹਾਂ ਇਹ ਸਮਝਾ ਕੇ ਹਟੇ ਇੰਨੇ ਡੂੰਘੇ ਆਪਣੀ ਕਮਿਊਨਿਟੀ ਦੇ ਹੋ ਗਏ ਕਿ ਆਪਣੇ ਇਕਨੋਮੀ ਦਾ ਇੱਕ ਹਿੱਸਾ ਬਣ ਗਏ। ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ? ਉਮੀਦ ਕਰਦੇ ਹਾਂ ਸਾਰੇ ਜਣੇ ਬਿਲਕੁਲ ਠੀਕ ਠਾਕ ਹੋਵੋਗੇ। ਅੱਜ ਮੰਡੇ ਹੈ ਤੇ ਮੰਡੇ ਦੇ ਵਿੱਚ ਅਸੀਂ ਜਦੋਂ ਵਾਪਸੀ ਕਰਦੇ ਹਾਂ ਦ ਮਾਰਨਿੰਗ ਸ਼ੋਅ ਦੇ ਵਿੱਚ ਆਉਂਦੇ ਹਾਂ ਤਾਂ ਸਾਡੇ ਕੋਲ ਇੱਕ ਅਹਿਮ ਮੁੱਦਾ ਹੁੰਦਾ ਹੀ ਹੈ ਜਿਹਦੇ ਉੱਤੇ ਗੱਲ ਕਰਨੀ ਬਣਦੀ ਹੈ। ਅੱਜ ਨਾ ਸਿਰਫ ਇੱਕ ਬਲਕਿ ਕਈ ਅਜਿਹੇ ਇਸ਼ੂ ਹੈਗੇ ਨੇ ਜਿਹੜੇ ਕਿ ਨਾ ਸਿਰਫ ਸਾਡੀ ਕਮਿਊਨਿਟੀ ਨੂੰ ਬਲਕਿ ਸਾਰੀਆਂ ਕਮਿਊਨਿਟੀਆਂ ਨੂੰ ਲਾਨਤ ਦੀ ਤਰ੍ਹਾਂ ਚਿੰਬੜੇ ਹੋਏ ਨੇ। ਅੱਜ ਉਹਨਾਂ ਸਾਰੇ ਮੁੱਦਿਆਂ ਦੇ ਉੱਤੇ ਅਸੀਂ ਗੱਲ ਕਰਾਂਗੇ। ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਕੇਸਿਸ ਦੇਖੇ, ਰੇਸਿਜ਼ਮ ਦੇ ਕੇਸਿਸ, ਬਿਲਿੰਗ ਕੇਸਿਸ ਬਹੁਤ ਜ਼ਿਆਦਾ ਆ ਰਹੇ ਨੇ, ਕਿਤੇ ਨਾ ਕਿਤੇ ਗੈਂਗਵਾਰਾਂ ਹੋ ਰਹੀਆਂ ਨੇ, ਸ਼ੂਟਿੰਗ ਦੇ ਮਸਲੇ ਸਾਹਮਣੇ ਆ ਰਹੇ ਨੇ, ਡਰੱਗ ਇਸ਼ੂ ਬਹੁਤ ਵੱਡਾ ਇੱਥੇ ਹੈਗਾ, ਸੁਸਾਈਡ ਹੋ ਰਹੀਆਂ ਨੇ। ਇਹ ਸਾਰੇ ਮੁੱਦੇ ਕਿਤੇ ਨਾ ਕਿਤੇ ਇੱਕ ਦੂਜੇ ਨਾਲ ਜਾ ਕੇ ਜੁੜੇ ਹੋਏ ਨੇ, ਪਰ ਇਹ ਵੱਧ ਰਹੇ ਨੇ। ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਵਾਧਾ ਹੁੰਦਾ ਦਿਖਾਈ ਦੇ ਰਿਹਾ। ਕੋਵਿਡ ਦੌਰਾਨ ਅਸੀਂ ਦੇਖੇ ਬਹੁਤ ਸਾਰੇ ਇਸ਼ੂ, ਮੈਂਟਲ ਹੈਲਥ ਦੇ ਇਸ਼ੂ ਬਹੁਤ ਸਾਰੇ ਸਾਹਮਣੇ ਆਏ, ਸੁਸਾਈਡ ਕੇਸਿਸ ਦੇਖੇ ਜਿਹਦੇ ਵਿੱਚ ਲੋਕ ਡਰ ਚੁੱਕੇ ਸੀਗੇ। ਇਹ ਮੈਂਟਲ ਹੈਲਥ ਜਿਹੜਾ ਹੈ ਇਹ ਆਖਿਰਕਾਰ ਕਿੱਥੋਂ, ਕਿਹਦੀਆਂ ਤਾਰਾਂ ਕਿਹਦੇ ਨਾਲ ਜੁੜੀਆਂ? ਕੁੱਲ ਮਿਲਾ ਕੇ ਸਾਰੇ ਹੀ ਜਿਹੜੇ ਇਸ਼ੂ ਜਿਨ੍ਹਾਂ ਦੇ ਉੱਤੇ ਮੈਂ ਹੁਣੇ ਜ਼ਿਕਰ ਕੀਤਾ ਜਿਨ੍ਹਾਂ ਦਾ, ਉਹ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਨੇ। ਇੱਕ ਦੇ ਤਾਰ ਦੂਜੀ ਨਾਲ ਜੁੜੇ ਹੋਏ ਨੇ, ਦੂਜੀ ਦੇ ਤਾਰ ਤੀਜੀ ਨਾਲ ਜੁੜੇ ਹੋਏ ਨੇ, ਤੇ ਕੁੱਲ ਮਿਲਾ ਕੇ ਐਂਡ ਦੇ ਵਿੱਚ ਅਸੀਂ ਸਾਰਿਆਂ ਨੇ ਦੇਖਿਆ ਇਹਦੇ ਵਿੱਚ ਹੁੰਦਾ ਕੀ ਹੈ, ਆਖਿਰਕਾਰ ਉਸ ਇਨਸਾਨ ਨੂੰ ਜਿਹੜਾ ਹੈ ਇਹ ਲਾਲਚ ਚਿੰਬੜ ਜਾਂਦੀ ਹੈ ਤੇ ਉਹ ਬਚਦਾ ਨਹੀਂ ਹੈ। ਸਾਡੀ ਕਮਿਊਨਿਟੀ ਦੇ ਵਿੱਚ ਕਈ ਵਾਰੀ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਤਾਂ ਹੁੰਦੀ ਹੈ, ਪਰ ਇਹਨਾਂ ਦੇ ਹੱਲ ਕਿਵੇਂ ਕੱਢਣੇ ਆ ਉਹਨਾਂ ਸੰਬੰਧੀ ਸ਼ਾਇਦ ਅਸੀਂ ਉਦੋਂ ਹੀ ਗੱਲਾਂ ਕਰਦੇ ਹਾਂ ਜਦੋਂ ਜਾਂ ਤਾਂ ਗੈਂਗਵਾਰਾਂ ਹੁੰਦੀਆਂ ਨੇ, ਜਾਂ ਗੋਲੀਆਂ ਚੱਲ ਜਾਂਦੀਆਂ ਨੇ, ਜਾਂ ਓਵਰਡੋਜ਼ ਦੇ ਜਿਹੜੇ ਹੈ ਪਰਸੈਂਟੇਜ ਸਾਡੇ ਸਾਹਮਣੇ ਆ ਜਾਂਦੀ ਹੈ, ਜਾਂ ਮੈਂਟਲ ਹੈਲਥ ਜਿਹੜੇ ਕੇਸ ਹੁੰਦੇ ਨੇ ਉਹਨਾਂ ਦੇ ਕੇਸਿਸ, ਜਾਂ ਕੋਈ ਵੱਡੀ ਖਬਰ ਲੱਗ ਜਾਂਦੀ ਹੈ। ਅਸੀਂ ਉਦੋਂ ਇਹਨਾਂ ਦੇ ਉੱਤੇ ਗੱਲ ਕਰਦੇ ਹਾਂ। ਪਰ ਜੇ ਸਮੇਂ ਦੇ ਉੱਤੇ ਰਹਿੰਦੇ ਹੋਏ ਅਸੀਂ ਇਹਨਾਂ 'ਤੇ ਗੱਲ ਕਰਦੇ ਰਹਾਂਗੇ ਤਾਂ ਸ਼ਾਇਦ ਇਹਨਾਂ ਦਾ ਹੱਲ ਵੀ ਜਿਹੜਾ ਉਹ ਸਾਰਿਆਂ ਦੇ ਨਾਲ ਜਿਹੜਾ ਗੱਲਾਂ ਬਾਤਾਂ ਕਰਕੇ ਮਿਲ ਕੇ ਕਮਿਊਨਿਟੀ ਨਾਲ ਮਿਲ ਕੇ ਜੇ ਇਹਨਾਂ ਦੇ ਉੱਤੇ ਕੋਈ ਵੀ ਸੈਮੀਨਾਰ ਰੱਖੇ, ਜਾਂ ਬਹੁਤ ਸਾਰੇ ਅਜਿਹੇ ਕਾਜ਼ ਹੈਗੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਔਰ ਇਹਨਾਂ ਨੂੰ ਰੋਕਿਆ ਜਾ ਸਕਦਾ ਹੈ। ਅੱਜ ਸਾਡੇ ਨਾਲ ਇਹਨਾਂ ਸਾਰੇ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਕੈਲ ਦੋਸਾਂਝ। ਕੈਲ ਦੋਸਾਂਝ ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਇੰਟਰੋਡਕਸ਼ਨ ਦੇ ਜਿਹੜੇ ਹੈਗੇ ਨੇ ਉਹ ਮੁਹਤਾਜ ਨਹੀਂ ਹੈ, ਤੁਸੀਂ ਸਾਰੇ ਹੀ ਉਹਨਾਂ ਨੂੰ ਜਾਣਦੇ ਹੋ। ਤਕਰੀਬਨ ਡਿਟੈਕਟਿਵ ਨੇ ਜਰਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ ਦੇ ਵਿੱਚ। ਕੈਲ ਦੋਸਾਂਝ ਦੇ ਨਾਲ ਇਹਨਾਂ ਸਾਰੇ ਮੁੱਦਿਆਂ ਸੰਬੰਧੀ ਅਸੀਂ ਗੱਲਬਾਤ ਕਰਾਂਗੇ। ਕੈਲ ਦੋਸਾਂਝ ਜੀ, ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ। ਸ਼ਰੀ ਜੀ, ਗੁੱਡ ਮਾਰਨਿੰਗ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਮੀ ਔਨ ਦ ਸ਼ੋਅ। ਕੈਲ ਦੋਸਾਂਝ ਜੀ, ਸਾਨੂੰ ਬਹੁਤ ਜ਼ਿਆਦਾ ਲੋੜ ਸੀਗੀ ਤੁਹਾਡੇ ਵਰਗੇ ਜਿਹੜੇ ਡਿਟੈਕਟਿਵ ਨੇ ਉਹ ਆਉਣ ਸਾਡੇ ਨਾਲ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਕਰਨ। ਕਮਿਊਨਿਟੀ ਚਾਹੁੰਦੀ ਹੈ ਵੀ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਲਈ ਅਥਾਰਟੀ ਜਿਹੜੇ ਪੀਪਲ ਹੈਗੇ ਨੇ ਉਹ ਆਉਣ ਤੇ ਉਹਨਾਂ ਨਾਲ ਗੱਲਬਾਤ ਹੋਏ। ਮੈਂ ਸਭ ਤੋਂ ਪਹਿਲਾਂ ਕਹਿ ਦੋਸਾਂਝ ਜੀ, ਜਿਹੜੇ ਮੁੱਦਿਆਂ ਦਾ ਮੈਂ ਜ਼ਿਕਰ ਕੀਤਾ, ਮੈਂਟਲ ਹੈਲਥ ਹੈ, ਡਰੱਗ ਇਸ਼ੂ ਹੈ, ਗੈਂਗਵਾਰਾਂ ਹੋ ਰਹੀਆਂ ਨੇ, ਸ਼ੂਟਿੰਗ ਦੇ ਮਾਮਲੇ ਸਾਹਮਣੇ ਆ ਰਹੇ ਨੇ, ਮੈਂਟਲ ਹੈਲਥ, ਮੈਂ ਸਭ ਤੋਂ ਪਹਿਲਾਂ ਤੁਹਾਡਾ ਇਹਦੇ 'ਤੇ ਕਮੈਂਟ ਲੈਣਾ ਚਾਹਾਂਗੀ ਸ਼ੁਰੂਆਤ ਦੇ ਵਿੱਚ ਵੀ ਇਹ ਸਾਰੇ ਮਾਮਲਿਆਂ ਨਾਲ ਤੁਸੀਂ ਸਹਿਮਤ ਹੈਗੇ ਹੋ ਕਿਤੇ ਨਾ ਕਿਤੇ ਵੀ ਇਹ ਬਹੁਤ ਜ਼ਿਆਦਾ ਵੱਧ ਰਹੇ ਨੇ, ਇਹਨਾਂ ਦੇ ਉੱਤੇ ਜਿਹੜੀ ਹੈ ਠੱਲ ਪਾਉਣੀ ਜ਼ਰੂਰੀ ਹੈ, ਪਰ ਉਹਦੇ ਲਈ ਕਦਮ ਉਹਨੇ ਚੁੱਕੇ ਨਹੀਂ ਜਾ ਰਹੇ ਜਿੰਨੇ ਚੁੱਕਣੇ ਚਾਹੀਦੇ ਆ? ਬਿਲਕੁਲ, ਮੈਂ ਬਿਲਕੁਲ ਸਹਿਮਤ ਹਾਂ ਇਸ ਗੱਲ ਦੇ ਨਾਲ
ਕਿ ਜਿਹੜੇ ਕਦਮਾਂ ਬਾਰੇ ਤੁਸੀਂ ਗੱਲ ਕਰਦੇ ਆ ਇਹ ਸਿਰਫ ਗਵਰਨਮੈਂਟ ਲੈਵਲ ਤੇ ਨਹੀਂ, ਗਵਰਨਮੈਂਟ ਦੀ ਵੀ ਬਿਲਕੁਲ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਨਵੇਂ ਤੋਂ ਨਵੇਂ ਉਪਰਾਲੇ ਤਿਆਰ ਕਰਨ ਇਹ ਮੁੱਦਿਆਂ ਤੇ, ਪਰ ਸਭ ਤੋਂ ਵੱਡੀ ਰਿਸਪੌਂਸਿਬਿਲਿਟੀ ਕਮਿਊਨਿਟੀ ਦੇ ਮੋਢਿਆਂ ਤੇ ਆ। ਜੀ ਕਮਿਊਨਿਟੀਆਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਜੇ ਏਡੀ ਵੱਡੀ ਪ੍ਰੋਬਲਮ ਸਾਡੀ, ਏਡੀ ਵੱਡੀ ਸਮੱਸਿਆ ਸਾਡੀ ਕਮਿਊਨਿਟੀ ਦੇ ਵਿੱਚ ਆ ਚੁੱਕੀ ਆ ਤੇ ਸਾਡੀ ਜ਼ਿੰਮੇਵਾਰੀ ਕੀ ਹੈ, ਸਾਡਾ ਫਰਜ਼ ਕੀ ਹੈ ਕਿ ਇਹ ਸਿਚੁਏਸ਼ਨਾਂ ਨਾਲ ਅਸੀਂ ਕਿਸ ਤਰ੍ਹਾਂ ਐਡਰੈਸ ਕਰੀਏ, ਕਿਸ ਤਰ੍ਹਾਂ ਡੀਲ ਕਰੀਏ। ਬਿਲਕੁਲ। ਕਹਿ ਦੱਸਾਂ ਜੀ, ਮੈਂ ਸਭ ਤੋਂ ਪਹਿਲਾਂ ਹੁਣ ਡਰੱਗ ਦੀ ਅਸੀਂ ਗੱਲ ਕਰ ਲੈਂਦੇ ਹਾਂ। ਡਰੱਗ ਦਾ ਜਿਹੜਾ ਇਸ਼ੂ ਹੈਗਾ ਇਹ ਸਾਡੇ ਕੋਲ ਰਿਪੋਰਟਾਂ ਜਦੋਂ ਅਸੀਂ ਪੜ੍ਹਦੇ ਹਾਂ, ਹਰ ਦਿਨ ਨਿਊਜ਼ਪੇਪਰ ਖੋਲ੍ਹਦੇ ਹਾਂ, ਟੀਵੀ ਰੇਡੀਓ ਦੇ ਉੱਤੇ ਆ ਰਹੀ ਹੁੰਦੀ ਹੈ ਵੀ ਪਰਸੈਂਟੇਜ ਇੰਨੀ ਹੋ ਚੁੱਕੀ, ਇੰਨੀਆਂ ਮੌਤਾਂ। BC ਦੀ ਹੀ ਗੱਲ ਕਰ ਲਈਏ, BC ਦੇ ਵਿੱਚ ਜਦੋਂ ਖਬਰਾਂ ਲੱਗਦੀਆਂ ਨੇ ਕਿ ਇੰਨੀ ਪਰਸੈਂਟੇਜ ਜਿਹੜੀ ਹੈ ਉਹ ਓਵਰਡੋਜ਼ ਮੁੱਦਿਆਂ ਦੀ ਸਾਹਮਣੇ ਆ ਚੁੱਕੀ ਹੈ। ਇਹ ਪਰਸੈਂਟੇਜ ਵੱਧਦੀ ਜਾ ਰਹੀ ਹੈ, ਇਹਦੇ ਬਾਰੇ ਹੱਲ ਪਤਾ ਨਹੀਂ ਕੀ ਨਿਕਲਣਾ ਕੀ ਨਹੀਂ, ਪਰ ਇਹ ਕਿਉਂ ਇੰਨਾ ਹੋ ਰਿਹਾ ਹੈ ਔਰ ਕੀ ਤੁਸੀਂ ਦੇਖਦੇ ਹੋ ਇਹ ਸਿਰਫ ਇੱਕ ਕਮਿਊਨਿਟੀ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਜਾਂ ਓਵਰਆਲ ਇਹ ਲਾਨਤ ਚਿੰਬੜੀ ਹੋਈ ਹੈ? ਨਹੀਂ ਦੇਖੋ ਸ਼ਰੀ, ਪ੍ਰੋਬਲਮ ਇਹ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਹੁਣ ਡੀਟੇਲ ਸਮਝਾ ਦਿੰਦਾ ਹਾਂ ਕਿ ਕੀ ਸਿਚੁਏਸ਼ਨ ਹੋ ਰਹੀ ਹੈ। ਜਿਹੜੇ ਤਾਂ ਪਹਿਲੇ ਸਮਿਆਂ ਦੇ ਵਿੱਚ ਜਿਹੜੇ ਡਰੱਗ ਸੜਕਾਂ ਤੇ ਆਉਂਦੇ ਸੀ, ਕੋਕੇਨ ਹੋ ਗਈ, ਹੈਰੋਇਨ ਹੋ ਗਈ, ਮੈਥਨਫੈਟਾਮਿਨ ਹੋ ਗਈ, ਇਹਨੂੰ ਤੁਸੀਂ ਪਿਓਰ ਸਮਝ ਸਕਦੇ ਹੋ। ਇਹਨੂੰ ਵੱਧ ਤੋਂ ਵੱਧ ਪਾਊਡਰ ਦੇ ਨਾਲ ਮਿਕਸ ਕੀਤੀ ਜਾਂਦੀ ਸੀ ਕਿਉਂਕਿ ਇਹਦੀ ਡਾਇਲੂਸ਼ਨ ਥੱਲੇ ਲੈ ਕੇ ਆ ਜਾਂਦੇ ਸੀ, ਪਰ ਕਹਿਣ ਦਾ ਮਤਲਬ ਹੈ ਕਿ ਇਹ ਪ੍ਰੋਡਕਟ ਦੀ ਮਿਕਸਚਰ ਕੋਈ ਡੇਂਜਰਸ ਕੈਮੀਕਲ ਦੇ ਨਾਲ ਨਹੀਂ ਸੀ ਹੁੰਦੀ। ਹੁਣ ਇਹ ਕੀ ਕਰਦੇ ਆ, ਇੱਕ ਨਵਾਂ ਕੈਮੀਕਲ ਨਿਕਲਿਆ, ਇੱਕ ਨਵਾਂ ਡਰੱਗ ਨਿਕਲਿਆ, ਇਟਸ ਕਾਲਡ ਫੈਂਟਨਲ। ਜੀ ਇਹ ਜਿਹੜੇ ਡਰੱਗ ਡੀਲਰ ਆ ਇਹ ਫੈਂਟਨਲ ਨੂੰ ਹੁਣ ਮਿਕਸ ਕਰ ਦਿੰਦੇ ਆ ਕੋਕੇਨ ਦੇ ਨਾਲ, ਇਹ ਫੈਂਟਨਲ ਨੂੰ ਮਿਕਸ ਕਰ ਦਿੰਦੇ ਆ ਹੈਰੋਇਨ ਦੇ ਨਾਲ। ਇਹ ਮਿਕਸ ਇਸ ਕਰਕੇ ਕਰਦੇ ਆ ਕਿ ਜਿਹੜਾ ਤੁਹਾਨੂੰ ਹਾਈ ਮਿਲਦਾ, ਜਿਹੜਾ ਤੁਹਾਨੂੰ ਨਸ਼ਾ ਚੜਦਾ ਆ ਫੈਂਟਨਲ ਦੇ ਨਾਲ, ਉਹ ਇੱਕ ਵੱਖਰਾ ਹੀ ਹਾਈ ਆ। ਸੋ ਇਹ ਹੁਣ ਆਪਣੀ ਮਾਰਕੀਟ ਇਨਕਰੀਜ਼ ਕਰਨਾ ਮੰਗਦੇ ਆ, ਸਾਰੇ ਡਰੱਗ ਡੀਲਰ ਮੰਗਦੇ ਆ ਕਿ ਸਾਡਾ ਪ੍ਰੋਡਕਟ ਸਭ ਤੋਂ ਜ਼ਿਆਦਾ ਵਿਕੇ ਜੀ। ਪਰ ਇਹ ਪਰਸੈਂਟੇਜ ਇਨਕਰੀਜ਼ ਕਰਨ ਵਾਸਤੇ ਉਹਨਾਂ ਨੂੰ ਇਹ ਮੇਕ ਸ਼ੋਰ ਕਰਨਾ ਪੈਣਾ ਹੈ ਕਿ ਸਾਡਾ ਨਸ਼ਾ ਸਭ ਤੋਂ ਜ਼ਿਆਦਾ ਸਖਤ ਆ, ਸਾਡਾ ਨਸ਼ਾ ਸਭ ਤੋਂ ਜ਼ਿਆਦਾ ਹਾਈਐਸਟ ਆ। ਸੋ ਇਹ ਹੁਣ ਫੈਂਟਨਲ ਮਿਕਸ ਕਰਨ ਲੱਗ ਪਏ, ਪਰ ਇਹ ਕਿਹੜੇ ਕੈਮਿਸਟ ਆ? ਨਾ ਇੰਜੀਨੀਅਰ ਆ, ਨਾ ਇਹ ਡਾਕਟਰ ਆ, ਇਹਨਾਂ ਨੂੰ ਕੁਛ ਵੀ ਨਹੀਂ ਪਤਾ ਕਿ ਅਸੀਂ ਕਿੰਨਾ ਮਿਕਸਚਰ ਇਹ ਵਿੱਚ ਪਾਉਣਾ ਹੁੰਦਾ ਆ। ਤੇ ਫੈਂਟਨਲ ਇੰਨਾ ਡੇਂਜਰਸ ਡਰੱਗ ਆ ਕਿ ਤੁਸੀਂ ਇੱਕ ਥੋੜਾ ਜਿਹਾ ਅਮਾਉਂਟ ਵੀ ਫੈਂਟਨਲ ਦਾ ਤੁਸੀਂ ਬਾਕੀ ਡਰੱਗਸ ਨਾਲ ਮਿਕਸ ਕਰ ਦਿਓ ਤੇ ਇਟ ਕੈਨ ਰਿਜ਼ਲਟ ਇਨ ਓਵਰਡੋਸ, ਤੇ ਉਹੀ ਕੁਝ ਹੋ ਰਿਹਾ ਹੈ। ਹੁਣ ਤੁਸੀਂ ਦੇਖ ਲਓ ਜਨਵਰੀ ਕੋਲੋਂ ਲੈ ਕੇ ਮਾਰਚ ਤੱਕ, ਹਾਲੇ ਮੈਂ ਸਿਰਫ ਜਨਵਰੀ ਕੋਲੋਂ ਲੈ ਕੇ ਮਾਰਚ ਤੱਕ ਇਸ ਸਾਲ ਦੀ ਗੱਲ ਕਰ ਰਿਹਾ ਹਾਂ, 1700 ਮੌਤਾਂ ਹੋ ਚੁੱਕੀਆਂ। 1700। ਹਾਲੇ ਤਾਂ ਮੈਂ ਬਾਕੀ ਸਾਰੇ ਸਾਲ ਹੀ ਨਹੀਂ ਕਾਊਂਟ ਕੀਤਾ। ਜੇ ਤੁਸੀਂ ਹੁਣ ਬਾਕੀ ਸਾਰੇ ਸਾਲ ਦੇ ਸਟੈਟਿਸਟਿਕਸ ਦੇਖਦੇ ਆ, ਤਕਰੀਬਨ 3-4 ਹਜ਼ਾਰ ਓਵਰਡੋਸ ਮੌਤਾਂ ਸਿਰਫ ਕੱਲੇ BC ਦੇ ਵਿੱਚ ਹੋ ਚੁੱਕੀਆਂ। ਹਾਲੇ ਤੁਸੀਂ ਬਾਕੀ ਕੈਨੇਡਾ ਬਾਰੇ ਸੋਚ ਲਓ। ਸੋ ਪ੍ਰੋਬਲਮ ਇਹ ਹੈ ਕਿ ਜਿਹੜੇ ਨਿਆਣੇ ਡਰੱਗ ਟੇਕ ਕਰ ਰਹੇ ਆ, ਜਿਹੜੇ ਨਿਆਣੇ ਡਰੱਗ ਲੈ ਰਹੇ ਆ, ਉਹਨਾਂ ਨੂੰ ਇਹਦੇ ਡੇਂਜਰਸ ਬਾਰੇ ਨਹੀਂ ਪਤਾ। ਉਹ ਪੀਅਰ ਪ੍ਰੈਸ਼ਰ ਥੱਲੇ ਆ ਕੇ ਡਰੱਗ ਟਰਾਈ ਕਰ ਲੈਂਦੇ ਆ, ਪਰ ਹੁਣ ਕਿਹੜੇ ਨਿਊਜ਼ਪੇਪਰਾਂ ਨੇ ਇਹ ਸਟੋਰੀਆਂ ਰੋਜ਼ ਕੱਢਣੀਆਂ ਆ ਕਿ ਹੁਣ ਇਸ ਫੈਮਿਲੀ ਦੇ ਵਿੱਚ ਡੈਥ ਹੋ ਗਈ, ਇਸ ਫੈਮਿਲੀ ਦੇ ਵਿੱਚ। ਇਹ ਜਿਹੜੇ ਸਟੈਟਿਸਟਿਕਸ ਆ ਸਿਰਫ ਸਟੈਟਿਸਟਿਕਸ ਹੀ ਰਹਿ ਜਾਂਦੇ ਆ। ਆਪਾਂ ਨੂੰ ਇਹ ਨਹੀਂ ਪਤਾ ਕਿ ਕਿੰਨੀ ਵੱਡੀ ਬਰਬਾਦੀ ਇਹ ਆਪਣੀ ਕਮਿਊਨਿਟੀ ਦੇ ਵਿੱਚ ਆ ਰਹੀ ਆ, ਕਿੰਨੀਆਂ ਫੈਮਲੀਆਂ ਨੂੰ ਨੁਕਸਾਨ ਹੋਇਆ ਇਸ ਗੱਲ ਕਰਕੇ। ਡਰੱਗਸ ਇਜ਼ ਅ ਬਿਗ ਇਸ਼ੂ। ਓਵਰਡੋਸ, ਆਪਾਂ ਕੋਵਿਡ ਬਾਰੇ ਗੱਲ ਕਰ ਰਹੇ ਹਾਂ, ਕੋਵਿਡ ਇਜ਼ ਬਿਗ ਬਟ ਨਾਟ ਐਜ਼ ਬਿਗ ਐਜ਼ ਦ ਡਰੱਗ ਐਪੀਡੈਮਿਕ ਜਿਹੜਾ ਹੁਣ ਹੋ ਰਿਹਾ ਆਪਣੀ ਕਮਿਊਨਿਟੀ ਦੇ ਵਿੱਚ। ਇੰਨੀਆਂ ਜ਼ਿਆਦਾ ਮੌਤਾਂ ਹੋ ਰਹੀਆਂ ਆ ਫੈਂਟਨਲ ਓਵਰਡੋਸ ਦੇ ਕਰਕੇ। ਜੀ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਕਹਿਣਾ ਚਾਹਾਂਗੀ ਜਿਹੜੇ ਕਾਲਰ ਕਾਲ ਕਰਨਾ ਚਾਹੁੰਦੇ ਨੇ, ਕਿਉਂਕਿ ਇਹ ਘਰ ਦੇ ਨਾਲ ਜੁੜਿਆ ਮੁੱਦਾ ਹੈ। ਜਿੰਨੇ ਮੁੱਦਿਆਂ ਦੀ ਇਸ ਟਾਈਮ ਗੱਲ ਕੀਤੀ ਹੈ, ਇੱਕ ਸਾਡੀ ਕਮਿਊਨਿਟੀ ਦੇ ਨਾਲ ਜੁੜਿਆ ਮੁੱਦਾ ਹੈ। ਇਹਦੇ ਵਿੱਚ ਹਰ ਕਿਸੇ ਦੇ ਬੱਚੇ ਦੇ ਉੱਤੇ ਜਿਹੜਾ ਹੈ ਉਹ ਕੋਈ ਨਾ ਕੋਈ ਲਾਨਤ ਚਿੰਬੜ ਸਕਦੀ ਹੈ। ਸੋ ਤੁਸੀਂ ਕੋਈ ਤਜਰਬਾ ਕੀਤਾ ਜਾਂ ਫਿਰ ਆਪਣੀ ਕੋਈ ਵੀ ਇਹਦੇ ਸੰਬੰਧੀ ਰਾਏ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਪਲੀਜ਼ ਕਾਲ ਕਰ ਸਕਦੇ ਹੋ। ਲਾਈਵ ਕਾਲਸ ਦੇ ਵਿੱਚ ਅਸੀਂ ਤੁਹਾਡੀਆਂ ਫੋਨ ਕਾਲਸ ਵੀ ਜਿਹੜੀਆਂ ਅਟੈਂਡ ਕਰਾਂਗੇ। ਜਿਹੜੇ ਫੇਸਬੁੱਕ ਦੇ ਉੱਤੇ ਦਰਸ਼ਕ ਜੁੜੇ ਨੇ ਉਹ ਫੇਸਬੁੱਕ ਦੇ ਉੱਤੇ ਆਪਣਾ ਮੈਸੇਜ ਕਰ ਸਕਦੇ ਨੇ, ਨਾਲ ਦੀ ਨਾਲ ਉਹਨਾਂ ਦੇ ਮੈਸੇਜ ਜਿਹੜੇ ਆ ਉਹਨਾਂ ਦਾ ਵੀ ਜਵਾਬ ਅਸੀਂ ਕੈਲ ਦੋਸਾਂਝੀ ਹੋਰਾਂ ਕੋਲੋਂ ਲਵਾਂਗੇ। ਕੈਲ ਜੀ, ਓਵਰਡੋਜ਼ ਦੀ ਤੁਸੀਂ ਗੱਲ ਕੀਤੀ ਵੀ ਜਿਸ ਤਰੀਕੇ ਨਾਲ ਇਹ ਮਿਲਾਵਟ ਕਰਦੇ ਨੇ, ਨੌਲੇਜ ਨਹੀਂ ਹੈ ਇਹਦੇ ਬਾਰੇ, ਤਾਂ ਜਿਹੜਾ ਕਿ ਜ਼ਿਆਦਾਤਰ ਕਮਿਊਨਿਟੀ ਦੇ ਵਿੱਚ ਇਸ਼ੂ ਹੋ ਰਹੇ ਨੇ। ਅਸੀਂ ਹਰ ਦਿਨ ਖਬਰਾਂ ਪੜ੍ਹਦੇ ਹਾਂ ਕਿ ਇੰਨੇ ਬੱਚਿਆਂ ਦੀ ਡੈਥ ਹੋ ਗਈ ਜਾਂ ਇੰਨੀਆਂ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ। ਹੁਣ ਇਹ ਕੀ ਲੱਗਦਾ, ਤੁਸੀਂ ਤਾਂ ਡਿਟੈਕਟਿਵ ਹੋ, ਡਿਟੈਕਟਿਵ ਦਾ ਤਾਂ ਇੱਕ ਕੰਮ ਹੁੰਦਾ ਹਰ ਚੀਜ਼ ਦੀ ਖੋਜਬੀਨ ਜਿਹੜੀ ਆ ਉਹਦੇ ਤੱਕ ਜਾਣਾ, ਉਹਦੇ ਤੱਕ ਪਹੁੰਚ ਕਰਨਾ, ਉਹਦੀ ਜੜ ਤੱਕ ਜਾਣਾ। ਤੁਸੀਂ ਇਹਦੀ ਜੜ ਕੀ ਫੜੀ ਹੈ? ਜੜੇ ਫੜੀ ਹੈ, ਹੀਅਰਸ ਦ ਪ੍ਰੋਬਲਮ ਇਹ ਹੈ ਸ਼ਹਿਰੀ ਕਿ we're a port city। ਜਿਹੜੇ ਸਾਰੇ ਤੋਂ ਸਾਰੇ ਡਰੱਗਸ ਮੋਸਟਲੀ ਜਿਹੜੇ ਮੈਕਸੀਕੋ ਤੇ ਬਾਕੀ ਕੰਟਰੀਆਂ ਤੋਂ ਆ ਰਹੇ ਆ ਕੈਨੇਡਾ ਦੇ ਵਿੱਚ, ਉਹ ਵੈਨਕੂਵਰ ਹੀ ਆ ਰਹੇ ਆ, ਰਾਈਟ? Vancouver has one of the largest ports in North America, especially on the west coast,
ਕੈਲੀਫੋਰਨੀਆ ਦੇ ਨਾਲ ਆਪਾਂ ਉਸ ਸਾਈਡ ਤੇ ਆ, ਸਭ ਤੋਂ ਜ਼ਿਆਦਾ ਡਰੱਗਸ ਕੈਲੀਫੋਰਨੀਆ ਤੇ ਵੈਨਕੂਵਰ ਰਾਹੀਂ ਆ ਰਹੇ ਆ, ਬਾਕੀ ਨਾਰਥ ਅਮਰੀਕਾ ਦੇ ਵਿੱਚ, ਰਾਈਟ। ਸੋ ਇੱਥੋਂ ਜਦ ਵੈਨਕੂਵਰ ਪਹੁੰਚ ਜਾਂਦੇ ਆ ਤੇ ਫਿਰ ਵੈਨਕੂਵਰ ਕੋਲੋਂ ਟੋਰਾਂਟੋ ਵੱਲ ਨੂੰ ਸ਼ਿਪ ਕੀਤੇ ਜਾਂਦੇ ਆ ਬਾਈ ਟਰੱਕਿੰਗ ਔਰ ਕਾਰਸ ਔਰ ਵਟਐਵਰ, ਜਿਹੜੇ ਤਰੀਕਾਂ ਦੇ ਨਾਲ ਇਹ ਡਰੱਗ ਡੀਲਰ ਟਰਾਂਸਪੋਰਟੇਸ਼ਨ ਕਰਦੇ ਆ, ਰਾਈਟ। ਸੋ ਗੱਲ ਇਹ ਆ ਕਿ ਇੰਨਾ ਸਾਰਾ ਡਰੱਗਸ ਇੱਥੇ ਆ ਰਿਹਾ ਹੈ, ਇਹ ਡਰੱਗਸ ਨੂੰ ਕੰਟਰੋਲ ਕਰਨ ਵਾਸਤੇ ਹੁਣ ਕਈ ਵਾਰੀ ਮੈਂ ਅਪਸੈਟ ਹੋ ਜਾਂਦਾ ਇਸ ਗੱਲ ਤੋਂ, ਜਦ ਪਬਲਿਕ ਮੈਨੂੰ ਕਹਿੰਦੀ ਹੈ ਜਦ ਤੁਹਾਨੂੰ ਪਤਾ ਆ ਕਿ ਡਰੱਗ ਡੀਲਰ ਕੌਣ ਆ, ਜਦ ਤੁਹਾਨੂੰ ਪਤਾ ਹੈ ਕਿਹੜੇ ਕੰਮ ਕਰ ਰਿਹਾ, ਤੁਸੀਂ ਇਹਨਾਂ ਨੂੰ ਜਾ ਕੇ ਸਿੱਧਾ ਗ੍ਰਿਫਤਾਰ ਕਿਉਂ ਨਹੀਂ ਕਰਦੇ? ਬਿਲਕੁਲ, ਹਾਂ, ਕਾਮਨ ਸੈਂਸ, ਸਹੀ ਸਵਾਲ ਪੁੱਛਿਆ। ਪਰ ਤੁਹਾਨੂੰ ਇਹ ਵੀ ਪਤਾ ਕਿ ਸਾਡੇ ਉੱਤੇ ਕਿੰਨੀਆਂ ਬੰਦਿਸ਼ਾਂ ਆ ਕੋਰਟ ਸਿਸਟਮ ਤੋਂ। ਹੁਣ ਕੋਰਟ ਸਿਸਟਮ ਜਦ ਸਾਨੂੰ ਕਹਿੰਦਾ ਆ ਕਿ ਸਾਡੇ ਸਾਹਮਣੇ ਸਬੂਤ ਪੇਸ਼ ਕਰੋ, ਤਾਂ ਫਿਰ ਸਬੂਤ ਦੀ ਘਾਟ ਕਹਿ ਲਓ ਸਾਂਝੀ ਕਿੱਥੇ ਹੋ ਜਾਂਦੀ ਹੈ? ਸਬੂਤ ਦੀ ਘਾਟ ਇਸ ਕਰਕੇ ਹੋ ਜਾਂਦੀ ਹੈ ਕਿ ਹੁਣ ਅਸੀਂ ਕਿੰਨੀ ਕੁ ਰਿਸੋਰਸਿਸ ਅਸੀਂ ਸਪਰੈਡ ਕਰੀਏ, ਕਿੰਨਾ ਕੁ ਕੁਛ ਅਸੀਂ ਕਰ ਸਕਦੇ ਹਾਂ। ਹੁਣ ਜੇ ਅਸੀਂ ਇੱਕ ਡਰੱਗ ਡੀਲਰ ਨੂੰ ਗ੍ਰਿਫਤਾਰ ਕਰਦੇ ਹਾਂ ਤੇ 10 ਹੋਰ ਖੜੇ ਆ ਉਹ ਜਗ੍ਹਾ ਲੈਣ ਲਈ, ਰਾਈਟ। ਸੋ ਕਹਿਣ ਦਾ ਭਾਵ ਕਿ ਅਸੀਂ ਜਿੰਨਾ ਕੁਛ ਆਪਣੀ ਕੈਪੈਸਿਟੀ ਦੇ ਵਿੱਚ ਕਰ ਸਕਦੇ ਹਾਂ ਅਸੀਂ ਕਰ ਰਹੇ ਹਾਂ। ਵੱਡੇ ਤੋਂ ਵੱਡੀ ਇਨਵੈਸਟੀਗੇਸ਼ਨਸ ਕਰ ਰਹੇ ਹਾਂ, ਵੱਡੇ ਵੱਡੇ ਅਸੀਂ ਕਾਰਵਾਈ ਕਰ ਰਹੇ ਹਾਂ, ਅਸੀਂ ਆਪਰੇਸ਼ਨਸ ਕਰ ਰਹੇ ਹਾਂ, ਇੱਕ ਡਰੱਗ ਡੀਲਰ ਨੂੰ ਅਸੀਂ ਗ੍ਰਿਫਤਾਰ ਕਰ ਰਹੇ ਹਾਂ। ਪਰ ਵੀ ਹੈਵ ਲਿਮਿਟਡ ਰਿਸੋਰਸਿਸ। ਉਹਦੇ ਉੱਤੇ ਜਿਹੜੀਆਂ ਕੋਰਟ ਨੇ ਆਪਣੇ ਉੱਤੇ ਬੰਦਿਸ਼ਾਂ ਪਾਈਆਂ ਹੋਈਆਂ ਆ ਕਿ ਐਵੀਡੈਂਸ ਨੀਡਸ ਟੂ ਬੀ ਦਿਸ ਵੇ ਜਾਂ ਐਵੀਡੈਂਸ ਨੀਡਸ ਟੂ ਬੀ ਦੈਟ ਵੇ, ਕਾਫੀ ਰਿਸਟ੍ਰਿਕਸ਼ਨ ਹੈ। ਇਹ ਐਵੀਡੈਂਸ ਦੀ ਜਿਹੜੀ ਥ੍ਰੈਸ਼ਹੋਲਡ ਆ ਉਹ ਸਾਨੂੰ ਸੈਟਿਸਫਾਈ ਕਰਨੀ ਪੈਂਦੀ ਹੈ ਕੋਰਟ ਦੇ ਵਿੱਚ ਆ ਕੇ ਕਿ ਇਹ ਐਵੀਡੈਂਸ ਜਿਹੜੇ ਤਰੀਕੇ ਨਾਲ ਕੋਰਟ ਨੇ ਸਾਨੂੰ ਕਿਹਾ ਹੋਇਆ ਤਿਆਰ ਕਰਨ ਵਾਸਤੇ ਉਸੇ ਤਰੀਕੇ ਨਾਲ ਅਸੀਂ ਤਿਆਰ ਕੀਤੀ ਹੋਈ ਹੈ ਤੇ ਹੁਣ ਅਸੀਂ ਕੋਰਟ ਜੱਜ ਦੇ ਸਾਹਮਣੇ ਪੇਸ਼ ਕਰ ਰਹੇ ਹਾਂ। ਛੋਟੀ ਜਿਹੀ ਵੀ ਟੈਕਨੀਕੈਲਿਟੀ ਦੀ ਡਿਫਿਕਲਟੀ ਹੋ ਜਾਵੇ ਤੇ ਸਾਰੇ ਦੇ ਸਾਰੇ ਕੇਸ ਜਾਂਦਾ ਲੱਗਦਾ ਹੈ। ਇਸ ਤਰ੍ਹਾਂ ਦੇ ਬਹੁਤ ਐਗਜ਼ਾਮਪਲ ਜਿਹੜੇ ਮੈਂ ਤੁਹਾਨੂੰ ਦੇ ਸਕਦਾ ਹਾਂ। ਸੋ ਇੰਨੀ ਗੱਲ ਹੈ ਕਿ ਜਦ ਤੱਕ ਜਿਹੜਾ ਕ੍ਰਿਮੀਨਲ ਜਸਟਿਸ ਸਿਸਟਮ ਆ, ਪੁਲਿਸ ਡਿਪਾਰਟਮੈਂਟ ਆ ਤੇ ਕਮਿਊਨਿਟੀ ਤੇ ਗਵਰਨਮੈਂਟ ਆ, ਜਦ ਤੱਕ ਸਾਰੇ ਇਕੱਠੇ ਨਹੀਂ ਕੰਮ ਕਰ ਸਕਦੇ ਇਸ ਤਰ੍ਹਾਂ ਦੇ ਲਾਅ ਤਿਆਰ ਕਰਨ ਲਈ ਜਾਂ ਸਾਡੇ ਉੱਤੇ ਪੁਲਿਸ ਆਫਸਰਾਂ ਤੇ ਜਿਹੜੀਆਂ ਬੰਦਿਸ਼ਾਂ ਪਾਈਆਂ ਉਹ ਥੋੜ੍ਹੀਆਂ ਈਜ਼ ਆਫ ਕਰਨ ਲਈ, ਕੋਈ ਸਿਚੁਏਸ਼ਨ ਚੇਂਜ ਨਹੀਂ ਹੋਣੀ। ਜੀ, ਕਾਲਰਸ ਵੀ ਆਪਣੇ ਨਾਲ ਜੁੜ ਰਹੇ ਨੇ। ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸ਼ੈਰੀ ਜੀ ਸਤਿ ਸ਼੍ਰੀ ਅਕਾਲ। ਆਪਣੇ ਦਸਾਂਝ ਸਾਹਿਬ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਤੁਹਾਡਾ ਜਿਹੜਾ ਵਿਸ਼ਾ ਹੈ ਇਹ ਬੜਾ ਵੈਸੇ ਨਾਜ਼ੁਕ ਵਿਸ਼ਾ, ਕਿਉਂਕਿ ਅੱਗੇ ਵੀ ਇਹਦੇ ਤੇ ਆਪਾਂ ਗੱਲ ਕਰਦੇ ਨਾ, ਲਾਸਟ ਟਾਈਮ ਵੀ ਮੈਂ ਇਹ ਕਮੈਂਟ ਕੀਤਾ ਸੀ ਕਿ ਇਹਦੇ ਤੇ ਆਪਾਂ ਜਿੰਨਾ ਮਰਜ਼ੀ ਬੋਲ ਲਈਏ, ਜਿੰਨੇ ਮਰਜ਼ੀ ਇਹਦੇ ਆਪਣੇ ਵੀਕਨੈਸ ਕੱਢ ਲਈਏ, ਪਰ ਇਸ ਮਸਲੇ ਦੇ ਉੱਤੇ ਹੁਣ ਸਵਾਲ ਇਹ ਖੜਾ ਹੁੰਦਾ ਹੈ ਜਿਹੜਾ ਸ਼ਾਰਟਕਟ ਆ, ਕਿਉਂਕਿ ਬਾਹਰੀਆਂ ਸਟੋਰੀਆਂ ਦੇ ਨਾਲ ਵੀ ਆਪਾਂ ਇਹ ਮਸਲਾ ਹੱਲ ਨਹੀਂ ਕਰ ਸਕਦੇ। ਸ਼ਾਰਟਕਟ ਇਹ ਹੈ ਕਿ ਜਿਹੜੀ ਇਹ ਦੁਨੀਆ ਹੁੰਦੀ ਡਰੱਗਸ ਦੀ, ਇਹ ਇੱਕ ਸਪੈਸ਼ਲ ਦੁਨੀਆ ਹੁੰਦੀ ਆ ਔਰ ਇਹਨਾਂ ਨੇ ਤਾਂ ਇਹ ਕੰਮ ਕਰਨਾ ਹੀ ਕਰਨਾ। ਇਹ ਆਪਣੇ ਇਕੱਲੇ ਕੈਨੇਡਾ ਦਾ ਨਹੀਂ, ਇਹ ਐਕਚੁਅਲੀ ਤਾਂ ਵਰਲਡ ਲੈਵਲ ਤੇ ਹੋਇਆ ਹੋਇਆ। ਪਰ ਅਸੀਂ ਇਹਦਾ ਹੱਲ ਕਿਵੇਂ ਲੱਭੀਏ? ਜਿੱਦਾਂ ਹੁਣ ਕੈਲ ਸਾਹਿਬ ਕਹਿ ਕੇ ਗਏ, ਤੁਸੀਂ ਇਹਨਾਂ ਨੂੰ ਸਵਾਲ ਕੀਤਾ ਸੀ ਕਿ ਪੁਲਿਸ ਆ ਜਿਹੜੀ ਉਹ ਸਾਹਮਣੇ ਸਾਰਾ ਕੁਝ ਹੁੰਦਾ ਹੈ ਔਰ ਪੁਲਿਸ ਕੁਛ ਨਹੀਂ, ਪਰ ਪੁਲਿਸ ਦਾ ਮੈਂ ਲਾਸਟ ਟਾਈਮ ਵੀ ਕਿਹਾ ਸੀ ਕਿ ਪੁਲਿਸ ਦਾ ਰੋਲ ਇਹਦੇ ਚ 15 ਜਾਂ 20% ਹੋ ਸਕਦਾ, ਜਿਹੜਾ ਬਾਕੀ 80% ਰੋਲ ਆ ਸੋਲੂਸ਼ਨ ਦਾ, ਉਹਦੇ ਚ ਤਾਂ ਝਾਤੀ ਵੀ ਸਾਨੂੰ ਮਾਰਨੀ ਪਊਗੀ ਨਾ ਵੀ ਇਹਨੂੰ ਅਸੀਂ ਰੋਕੀਏ ਕਿਵੇਂ, ਕਿਉਂਕਿ ਉਹਨਾਂ ਨੇ ਤਾਂ ਕਰੀ ਜਾਣਾ, ਚਾਹੇ ਉਹ ਮੈਡੀਕਲੀ ਉਹਨਾਂ ਕੋਲ ਐਕਸਪੀਰੀਅੰਸ ਹੈਗਾ ਜਾਂ ਨਹੀਂ ਹੈਗਾ। ਡਰੱਗ ਤਾਂ ਉਹ ਪੈਸੇ ਦੀ ਗੱਲ ਆ, ਪਰ ਇਹਦੇ ਵਿੱਚ ਹੁਣ ਸਾਨੂੰ ਕਈ ਜਿੱਦਾਂ ਕਾਨੂੰਨ ਦੀ ਵਿਵਸਥਾ, ਜਿਹੜੀ ਕਾਨੂੰਨ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ, ਕਿਉਂਕਿ ਜਦੋਂ ਪੁਲਿਸ ਵਾਲੇ ਵੀ ਫੜਦੇ ਤਾਂ ਕਾਨੂੰਨ ਦੀ ਵਿਵਸਥਾ ਆ ਕੇ ਉਹ ਉੱਥੇ ਫ੍ਰੀਡਮ ਕਰ ਦਿੰਦੀ ਆ ਉਹਨੂੰ। ਫੇਰ ਜਿਹੜੀ ਸਮਾਜਿਕ ਵਿਵਸਥਾ ਆ ਜਾਂਦੀ ਹੈ। ਹੁਣ ਤੁਸੀਂ ਸਮਾਜ ਲੈ ਲਓ, ਸਮਾਜ ਨੂੰ ਵੀ ਅਸੀਂ ਪੇਰੈਂਟਸ ਸਾਰੇ ਅਸੀਂ ਉਹ ਸਮਾਜ ਦਾ ਇੱਕ ਪਾਰਟ ਹੈ। ਜਦੋਂ ਪੁਲਿਸ ਵਾਲਿਆਂ ਨੂੰ ਸਾਡੀ ਲੋੜ ਪੈਂਦੀ ਹੈ ਤਾਂ ਅਸੀਂ ਵੀ ਉੱਥੇ ਝੂਠ ਬੋਲ ਜਾਂਦੇ ਹਾਂ, ਕਿਉਂਕਿ ਨਿੱਕੀ ਚੀਜ਼ ਵੱਡੀ ਹੁੰਦੀ ਹੈ। ਜਦੋਂ ਨਿੱਕੀ ਚੀਜ਼ ਨੂੰ ਇਹ ਫੜਨਗੇ ਸਮਾਜਿਕ ਲੈਵਲ ਤੇ ਤਾਂ ਉਹ ਸਾਡੇ ਸਮਾਜ ਚੋਂ ਮੇਰਾ ਖਿਆਲ ਆ ਬਹੁਤ ਵੱਡਾ ਉਹਦਾ ਸਾਨੂੰ ਸਹਿਮਤੀ ਮਿਲੂਗੀ ਉਹਦੀ, ਕਿਉਂਕਿ ਖਤਮ ਹੋ ਜਾਊਗਾ। ਹੁਣ ਪੇਰੈਂਟਸ ਵੀ ਜੋ ਡੋਰ ਤੇ ਜਾਂਦੇ ਉਹ ਕਹਿੰਦੇ ਜੀ ਸਾਡਾ ਨਿਆਣਾ ਆਹ ਨਹੀਂ ਕਰਦਾ, ਸਾਡਾ ਨਿਆਣਾ ਉਹ ਨਹੀਂ ਕਰਦਾ, ਫਿਰ ਪੁਲਿਸ ਵਾਲੇ ਵੀ ਉੱਥੇ ਕੀ ਕਰਨ? ਇਸ ਕਰਕੇ ਸਮਾਜ ਦੀ, ਕਾਨੂੰਨ ਦੀ ਨਾਲ ਹੀ ਫਿਰ ਜਿਹੜੀ ਹੈ ਪੋਲੀਟੀਕਲ ਸਿਸਟਮ ਦੀ ਆ ਜਾਂਦੀ ਹੈ। ਤਿੰਨੇ ਜਿਹੜੀਆਂ ਸਰਕਾਰਾਂ ਉਹਦੇ ਵਿੱਚ, ਕਿਉਂਕਿ ਇੱਥੇ ਜਦੋਂ ਪੋਲੀਟੀਸ਼ੀਅਨ ਆਉਂਦੇ ਆ ਉਹ ਇਹ ਖਹਿੜਾ ਛੁਡਾ ਜਾਂਦੇ ਜੀ ਤਾਂ ਪ੍ਰੋਵਿੰਸ਼ਲ ਦਾ ਮਸਲਾ, ਉਹ ਕਹਿੰਦੇ ਜੀ ਫੈਡਰਲ ਦਾ ਮਸਲਾ, ਫੈਡਰਲ ਵਾਲਾ ਕਹਿੰਦਾ ਇਹ ਮਿਊਨਿਸਪੈਲਿਟੀ ਦਾ ਨਹੀਂ, ਇਹ ਤਿੰਨਾਂ ਦਾ ਹੀ ਮਸਲਾ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਇਹ ਤਿੰਨਾਂ ਦੀ ਬੜਾ ਗੂੜ ਸੰਬੰਧ ਆ। ਜਿੱਦਾਂ ਸਾਡੀ ਬਾਡੀ ਦੇ ਵਿੱਚ ਹਾਰਟ ਹੈ, ਰੈਸਪੀਰੇਟਰੀ ਸਿਸਟਮ ਹੈ, ਬ੍ਰੇਨ ਸਿਸਟਮ ਹੈ, ਜੇ ਤਿੰਨੇ ਹੀ ਇੱਕ ਦੂਜੇ ਨੂੰ ਬਲੇਮ ਦੇਣ ਲੱਗ ਜਾਣ ਤਾਂ ਸਾਡੀ ਜਿਹੜੀ ਜ਼ਿੰਦਗੀ ਆ ਉਹ ਨਹੀਂ ਪੂਰੀ ਹੋ ਸਕਦੀ। ਇਸੇ ਤਰ੍ਹਾਂ ਹੀ ਇੱਕ ਪੋਲੀਟੀਕਲ ਸਿਸਟਮ ਦਾ ਇੱਕ ਜੀਵਨ ਹੈ, ਜਿਹੜਾ ਜੀਵਨ ਆ ਉਹਦੇ ਵਿੱਚ ਹਰ ਬੰਦੇ ਦਾ ਜਿੱਦਾਂ ਆਰਗਨ ਪਾਰਟ ਦਾ ਵਰਕ ਆ, ਉਸੇ ਤਰ੍ਹਾਂ ਹੀ ਸਾਡਾ ਫਰਜ਼ ਬਣਦਾ। ਸਮਾਜਿਕ ਪੱਖ ਵੀ ਹੈ, ਪੋਲੀਟੀਕਲ ਪੱਖ ਵੀ ਹੈ, ਪੁਲਿਸ ਦਾ ਵੀ ਪੱਖ ਹੈ, ਕਿਉਂਕਿ ਸਾਰੀਆਂ ਚੀਜ਼ਾਂ ਰਲ ਕੇ ਹੀ ਇਹ ਇੱਕ ਬਹੁਤ ਵੱਡਾ ਚੈਲੰਜ ਹੋ ਗਿਆ, ਕਿਉਂਕਿ ਇਕਨੋਮੀ ਦਾ ਵੀ ਇਹ ਪਾਰਟ ਬਣ ਚੁੱਕਿਆ। ਕਿਉਂਕਿ ਇਹ ਤੇ ਬੋਲਣਾ ਹੋਵੇ ਤਾਂ 4-5 ਘੰਟੇ ਮੈਂ ਬੋਲ ਦੂੰਗਾ, ਮੈਂ ਬਥੇਰਾ ਪੜ੍ਹਨਾ ਇਹਦੇ ਬਾਰੇ, ਪਰ ਨਹੀਂ,
ਸਾਰਿਆਂ ਨੂੰ ਨਾਲ ਚੱਲਣਾ ਪਊਗਾ। ਬਿਲਕੁਲ ਮੈਂ ਧੰਨਵਾਦ ਕਰਦਾ ਤੁਸੀਂ ਇਹ ਜਿਹੇ ਸ਼ੋਅ ਲੈ ਕੇ ਹੀ ਆਓ, ਕਿਉਂਕਿ ਇਕਬਾਲ ਸਾਹਿਬ 10 ਸਾਲ ਤੋਂ ਪਿਛਲੇ ਤੋਂ ਮੈਂ ਇਹਨਾਂ ਨੂੰ ਜਾਣਦਾ, ਬਹੁਤ ਕੰਮ ਕਰਦੇ, ਪਰ ਇਹ ਇਕੱਲੇ ਵੀ ਕੀ ਕਰਨਗੇ, ਇਕੱਲੇ ਵੀ ਹੰਭ ਜਾਣਗੇ ਜਦੋਂ ਅਸੀਂ ਇਹਨਾਂ ਦਾ ਸਾਥ ਨਹੀਂ ਦੇਵਾਂਗੇ। ਸਾਨੂੰ ਸਾਰਿਆਂ ਨੂੰ ਹੀ ਰਲਣਾ ਪੈਣਾ, ਚਾਹੇ ਕੋਈ ਵੀ ਬੰਦਾ, ਚਾਹੇ ਬੁੱਢਾ ਹੈ, ਚਾਹੇ ਜੰਗ ਹੈ, ਕਿਉਂਕਿ ਇਹ ਬਹੁਤ ਵੱਡਾ ਮਸਲਾ ਹੈ। ਹਰ ਤੁਸੀਂ ਦੇਖੋ ਐਵਰੀਡੇ ਕਿਸੇ ਨਾ ਕਿਸੇ ਘਰ ਦੇ ਵਿੱਚ 70 ਵਿਛ ਜਾਂਦਾ, ਉਹ ਵੀ ਸਾਡਾ ਰਾਈਟ, ਚਾਹੇ ਕਿਸੇ ਵੀ ਕਮਿਊਨਿਟੀ ਦਾ ਬੱਚਾ ਹੋ। ਸੋ ਧੰਨਵਾਦ ਤੁਹਾਡਾ ਟਾਈਮ ਦੇਣ ਦਾ। ਮੇਰੇ ਤਾਂ ਇੰਨੇ ਵਿਚਾਰ ਸੀ, ਤੁਸੀਂ ਖੁੱਲ ਕੇ ਬੋਲ ਕੇ ਜਾਓ, ਕਿਉਂਕਿ ਖੁੱਲ ਕੇ ਬੋਲਣ ਦੇ ਨਾਲ ਹੀ ਅਵੇਅਰਨੈਸ ਆਉਂਦੀ ਹੈ। ਅਵੇਅਰਨੈਸ ਇਜ਼ ਅ ਬਿਗ ਪਾਰਟ ਆਫ ਦਾ ਦਿਸ ਗ੍ਰੈਂਡ ਸਟਾਪ। ਥੈਂਕ ਯੂ ਵੈਰੀ ਮਚ ਜੀ ਬਰਾੜ ਸਾਹਿਬ, ਥੈਂਕ ਯੂ ਸੋ ਮਚ। ਔਰ ਨਾ ਸਿਰਫ ਖੁੱਲ ਕੇ ਬੋਲਣ ਨਾਲ ਬਲਕਿ ਤੁਹਾਡੀ ਕਾਲਸ ਨਾਲ ਬੜੀ ਹਿੰਮਤ ਮਿਲਦੀ ਹੈ ਔਰ ਉਹਦੇ ਵਿੱਚੋਂ ਵੀ ਹੱਲ ਨਿਕਲਦੇ ਨੇ। ਸੋ ਮੈਂ ਕਹਿਣਾ ਚਾਹਾਂਗੀ ਤੁਹਾਡੇ ਕਿਸੇ ਕੋਲ ਹੋਰ ਵੀ ਸਲਾਹ ਮਸ਼ਵਰਾ ਹੈਗਾ ਵੀ ਇਹਦੇ ਸੰਬੰਧੀ ਆ ਕੀਤਾ ਜਾ ਸਕਦਾ, ਸੋ ਪਲੀਜ਼ ਕਾਲ ਕਰੋ। ਨਾਲ ਦੀ ਨਾਲ ਆਪਾਂ ਇਸ ਮੁੱਦੇ ਦਾ ਜਿਹੜਾ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਤੇ ਇਹਦੇ ਸੰਬੰਧੀ ਗੱਲਬਾਤ ਕਰਾਂਗੇ। ਕਹਿ ਦੋ ਸਾਂਝੇ ਬਰਾੜ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ, ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਗੱਲਾਂ ਤੇ? ਅਮੇਜ਼ਿੰਗ, ਰਾਈਟ ਔਨ ਪੁਆਇੰਟ। ਇਹਨਾਂ ਨੇ ਬਿਲਕੁਲ ਹੀ ਜਿਹੜੀਆਂ ਗੱਲਾਂ ਮੈਂ ਕਰਨਾ ਮੰਗਦਾ ਇਹਨਾਂ ਨੇ ਆਪ ਕੀਤੀਆਂ ਆ। ਤੇ ਤੁਸੀਂ ਦੇਖ ਲਓ ਇਹਨਾਂ ਨੇ ਕਿੰਨਾ ਸੋਹਣਾ ਪੁਆਇੰਟ ਬਣਾਇਆ ਕਿ ਇਹ ਸਾਰੇ ਵੱਖਰੇ ਔਰਗਨ ਆ ਇੱਕ ਬਾਡੀ ਦੇ। ਐਗਜ਼ੈਕਟਲੀ। ਜੇ ਹੁਣ ਆਪਾਂ ਸਮਾਜਿਕ ਤੌਰ ਤੇ ਦੇਖੀਏ, ਕ੍ਰਿਮੀਨਲ ਜਸਟਿਸ ਸਿਸਟਮ ਹੋ ਗਿਆ, ਲਾਅ ਹੋ ਗਏ, ਗਵਰਨਮੈਂਟ ਹੋ ਗਈ, ਕਮਿਊਨਿਟੀ ਹੋ ਗਈ, ਪੁਲਿਸ ਡਿਪਾਰਟਮੈਂਟ ਹੋ ਗਏ, ਇਹ ਸਾਰੇ ਇੱਕ ਬਾਡੀ ਦੇ ਵੱਖਰੇ ਔਰਗਨ ਆ। ਜੇ ਇੱਕ ਔਰਗਨ ਦੂਜੇ ਔਰਗਨ ਨੂੰ ਬਲੇਮ ਕਰਨ ਲੱਗ ਪਵੇ, ਸਾਰੀ ਦੀ ਸਾਰੀ ਬਾਡੀ ਸ਼ਟ ਡਾਊਨ ਹੋ ਜਾਵੇ। ਕਹਿਣ ਦਾ ਭਾਵ ਕਿ ਜਿੱਦਾਂ ਇਹਨਾਂ ਨੇ ਬੜੇ ਪਿਆਰ ਤੇ ਸੋਝੀ ਦੇ ਨਾਲ ਸਮਝਾਇਆ ਕਿ ਹਰੇਕ ਬਾਡੀ ਪਾਰਟ ਨੂੰ ਆਪਣੇ ਫੰਕਸ਼ਨ ਕਰਨ ਦੀ ਲੋੜ ਆ, ਤਾਂ ਕਰਕੇ ਬਾਡੀ ਐਫੀਸ਼ੀਐਂਟਲੀ ਆਪਰੇਟ ਹੋ ਸਕਦੀ ਹੈ। ਇਸੇ ਤਰ੍ਹਾਂ ਪੁਲਿਸ ਡਿਪਾਰਟਮੈਂਟ ਨੇ ਕਦੇ ਉਂਗਲ ਨਹੀਂ ਚੱਕਣੀ ਗਵਰਨਮੈਂਟ ਵੱਲ ਜਾਂ ਲਾਜ਼ ਵੱਲ। ਆਪਾਂ ਸਿਰਫ ਇਹੀ ਕਹਿੰਦੇ ਆ ਕਿ ਸਾਰੇ ਇਕੱਠੇ ਕੰਮ ਕਰੋ, ਸਾਰੇ ਇੱਕ ਦੂਜੇ ਨੂੰ ਅੰਡਰਸਟੈਂਡ ਕਰੋ ਕਿ ਜਿੱਥੇ ਆਪਾਂ ਲਾਅ ਸਖਤ ਬਣਾਉਣ ਦੀ ਲੋੜ ਆ ਤੇ ਬਣਾਓ। ਆਪਾਂ ਗਵਰਨਮੈਂਟ ਇਹ ਕਹਾਂਗੇ ਜਿੱਥੇ ਆਪਾਂ ਨੂੰ ਕੋਈ ਐਕਸ਼ਨ ਚੱਕਣ ਦੀ ਲੋੜ ਹੈ, ਆਪਾਂ ਨੂੰ ਐਕਸ਼ਨ ਉਹ ਚੱਕਣੀ ਚਾਹੀਦੀ ਆ। ਕਿਉਂਕਿ ਇਹ ਜਿਹੜੇ ਡਰੱਗ ਡੀਲਰ ਮੈਂ ਤੁਹਾਨੂੰ ਦੱਸੀ ਜਾਂਦਾ ਆ, ਇਹਦੇ ਜੜ ਜਿਸੀ ਤਰ੍ਹਾਂ ਇਹ ਸਮਝਾ ਕੇ ਹਟੇ, ਇੰਨੇ ਡੂੰਘੇ ਆਪਣੀ ਕਮਿਊਨਿਟੀ ਦੇ ਹੋ ਗਏ ਕਿ ਆਪਣੇ ਇਕਨੋਮੀ ਦਾ ਇੱਕ ਹਿੱਸਾ ਬਣ ਗਿਆ ਹੈ, ਰਾਈਟ, ਅੰਡਰਗਰਾਊਂਡ ਹਿੱਸਾ, ਰਾਈਟ। ਸੋ ਜੇ ਇਹ ਆਪਾਂ ਇਹ ਬਲੈਕ ਮਾਰਕੀਟ, ਇਹ ਅੰਡਰਗਰਾਊਂਡ ਇਕਨੋਮੀ ਆਪਾਂ ਹਟਾਉਣੀ ਆ ਤੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਕੰਮ ਕਰਨ ਦੀ ਲੋੜ ਆ। ਪਰ ਮੈਂ ਤੁਹਾਡੇ ਨਾਲ ਇੱਕ ਜਾਂ ਦੋ ਪੁਆਇੰਟ ਹੁਣ ਸ਼ੇਅਰ ਕਰੂੰਗਾ। ਹੁਣ ਇਹ ਗੱਲ ਕਰਦੇ ਆ ਕਿ ਸਾਰਿਆਂ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਇਸ ਗੱਲ ਨੂੰ ਸਮਝਣ ਦੀ। ਮੈਂ ਤੁਹਾਨੂੰ ਕਮਿਊਨਿਟੀ ਬਾਰੇ ਥੋੜ੍ਹਾ ਜਿਹਾ ਦੱਸਦਾ ਕਿ ਆਪਣੀ ਐਟੀਟਿਊਡ ਹੈ ਪੰਜਾਬੀ ਕਮਿਊਨਿਟੀ ਦੇ ਵਿੱਚ ਕਿਹੜੀ ਬਣੀ ਹੋਈ ਹੈ, ਜਿਸ ਕਰਕੇ ਆਪਣੇ ਖਾਸ ਕਰਕੇ ਆਪਣੀ ਕਮਿਊਨਿਟੀ ਵਿੱਚੋਂ ਬੱਚੇ ਉੱਠ ਕੇ ਹੁਣ ਇਸ ਲਾਈਨ ਤੇ ਪੈ ਰਹੇ ਆ। ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਘਰ ਤੇ ਗੋਲੀ ਚੱਲਣੀ ਹੈ, ਰਾਈਟ। ਇਟਸ ਕਾਲਡ ਡਿਊਟੀ ਟੂ ਵਾਰਨ, ਕਿ ਜਿੱਥੇ ਸਾਨੂੰ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਮਿਲਦੀ ਆ ਤੇ ਸਾਡੀ ਰਿਸਪੌਂਸਿਬਿਲਿਟੀ ਬਣਦੀ ਆ ਉਸ ਘਰ ਤੱਕ ਪਹੁੰਚਣਾ, ਉਹ ਘਰ ਵਾਲਿਆਂ ਨੂੰ ਦੱਸਣਾ ਕਿ ਸਾਨੂੰ ਆਹ ਇਨਫੋਰਮੇਸ਼ਨ ਮਿਲੀ ਹੋਈ ਆ। ਸੋ ਅਸੀਂ ਉਸ ਘਰ ਤੱਕ ਪਹੁੰਚੇ ਤੇ ਉਹ ਮੁੰਡੇ ਦੇ ਮਾਪਿਆਂ ਨਾਲ ਗੱਲ ਕੀਤੀ। ਮੁੰਡੇ ਦੇ ਮਾਪਿਆਂ ਨੂੰ ਵੀ ਪਤਾ ਸਾਡਾ ਮੁੰਡਾ ਇਸ ਕੰਮਾਂ ਦੇ ਵਿੱਚ ਪਿਆ ਹੋਇਆ ਹੈ, ਡਰੱਗ ਵੇਚਦਾ ਆ, ਗੈਂਗਸਟਰ ਆ, ਸਾਰੇ ਘਰ ਦੇ ਵਿੱਚ ਰਹਿੰਦੇ ਆ। ਤੇ ਅਸੀਂ ਮਾਪਿਆਂ ਕੋਲ ਪਹੁੰਚੇ, ਅਸੀਂ ਕਿਹਾ ਦੇਖ ਤੁਹਾਡਾ ਲੜਕਾ ਇਸ ਕੰਮ ਦੇ ਵਿੱਚ ਪਿਆ, ਉਹ ਤਾਂ ਤੁਸੀਂ ਵੀ ਇਸ ਕੰਮ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਸਾਡੀ ਹੈਲਪ ਕਰੋ, ਸਾਨੂੰ ਦੱਸੋ ਕਿ ਅਸੀਂ ਤੁਹਾਡੀ ਕਿਸ ਤਰ੍ਹਾਂ ਹੈਲਪ ਕਰ ਸਕਦੇ ਹਾਂ ਇਸ ਬੱਚੇ ਨੂੰ ਇਸ ਲਾਈਨ ਵਿੱਚੋਂ ਕੱਢ ਕੇ ਸਹੀ ਰਸਤੇ ਤੇ ਪਾਉਣ ਲਈ, ਰਾਈਟ। ਕਿਉਂਕਿ ਸਾਨੂੰ ਇਨਫੋਰਮੇਸ਼ਨ ਮਿਲੀ ਇਸ ਘਰ ਤੇ ਗੋਲੀ ਚੱਲਣੀ, ਜੇ ਕੱਲ ਨੂੰ ਗੋਲੀ ਚੱਲੀ ਤੁਹਾਡੇ ਲੱਗ ਸਕਦੀ ਆ, ਤੁਸੀਂ ਤਾਂ ਨਿਦਾਨ ਆ, ਤੁਸੀਂ ਇਸ ਸਿਚੁਏਸ਼ਨ, ਤੁਸੀਂ ਡਰੱਗ ਨਹੀਂ ਵੇਚਦੇ, ਤੁਹਾਡੇ ਹੋਰ ਵੀ ਬੱਚੇ ਆ ਇਸ ਫੈਮਿਲੀ ਦੇ ਵਿੱਚ, ਉਹਨਾਂ ਦੇ ਲੱਗ ਸਕਦੀ ਆ, ਕਿਸੇ ਨੇਬਰ ਦੇ ਲੱਗ ਸਕਦੀ ਹੈ, ਰਾਈਟ। ਬੱਚੇ ਆਲੇ ਦੁਆਲੇ ਨੇਬਰਹੁੱਡ ਦੇ ਵਿੱਚ ਖੇਡਦੇ ਉਹਨਾਂ ਦੇ ਲੱਗ ਸਕਦੀ। ਕਹਿਣ ਦਾ ਭਾਵ ਹੈ ਕਿ ਕਿਹੜੇ ਗੋਲੀ ਉੱਤੇ ਨਾ ਲਿਖਿਆ ਹੁੰਦਾ ਹੈ, ਰਾਈਟ। ਕਿਸੇ ਇਨੋਸੈਂਟ ਵੱਲ ਵੀ ਲੱਗ ਸਕਦੀ ਹੈ। ਤੁਸੀਂ ਸਾਡੀ ਹੈਲਪ ਕਰੋ ਕਿ ਇਸ ਤਰ੍ਹਾਂ ਦਾ ਹਾਦਸਾ ਅਸੀਂ ਕਿਸ ਤਰ੍ਹਾਂ ਸਟਾਪ ਕਰ ਸਕਦੇ ਹਾਂ, ਇਸ ਤਰ੍ਹਾਂ ਦੀ ਵਾਇਲੈਂਸ ਅਸੀਂ ਕਿਸ ਤਰ੍ਹਾਂ ਸਟਾਪ ਕਰ ਸਕਦੇ ਹਾਂ। ਜਿਹੜਾ ਤਾਂ ਡੈਡ ਸੀ ਉਹ ਕਹਿੰਦਾ ਮੈਂ ਥੱਕਿਆ ਹੋਇਆ, ਮੈਂ ਤੁਹਾਨੂੰ ਸਾਰੇ ਦਾ ਸਾਰਾ ਸਭ ਕੁਝ ਦੱਸਦਾ, ਕਿਹੜੀਆਂ ਗੱਡੀਆਂ ਆਉਂਦੀਆਂ, ਕਿਹੜੀਆਂ ਲਾਇਸੈਂਸ ਪਲੇਟ ਆ, ਕਿਹੜੇ ਫੋਨ ਨੰਬਰ ਫੋਨ ਕਰਦਾ ਆ, ਸਾਰੀ ਇਨਫੋਰਮੇਸ਼ਨ ਆ। ਮਾਂ ਨੇ ਆਪਣੇ ਹਸਬੈਂਡ ਦਾ ਹੱਥ ਫੜ ਕੇ ਤੇ ਸਾਡੀ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਤੇ ਸਾਨੂੰ ਕਹਿੰਦੀ ਤੁਸੀਂ ਜਾਓ, ਤੁਹਾਡੀ ਇੱਥੇ ਕੋਈ ਲੋੜ ਨਹੀਂ, ਅਸੀਂ ਆਪਣੇ ਆਪ ਹੀ ਸਿਚੁਏਸ਼ਨ ਹੈਂਡਲ ਕਰ ਲੈਣੀ ਆ, ਤੁਸੀਂ ਆਪਣਾ ਫਰਜ਼ ਕੰਪਲੀਟ ਕਰ ਦਿੱਤਾ ਸਾਨੂੰ ਦੱਸ ਕੇ, ਰਾਈਟ, ਤੁਸੀਂ ਹੁਣ ਜਾ ਸਕਦੇ ਹੋ, ਯੂ ਡਨ। ਸਾਨੂੰ ਮਗਰੋਂ ਪਤਾ ਲੱਗਾ ਜਦ ਸਾਨੂੰ ਭੇਜ ਦਿੱਤਾ ਕਿ ਮਾਂ ਨੇ ਹਸਬੈਂਡ ਨੂੰ ਕਿਹਾ ਕਿ ਮੁੰਡੇ, ਜਿਹੜਾ ਡਰੱਗ ਡੀਲਰ ਮੁੰਡਾ ਇਹਨਾਂ ਦਾ, ਕਿ ਮੁੰਡੇ ਦੇ ਬੈਡਰੂਮ ਦੇ ਸ਼ੀਸ਼ਿਆਂ ਉੱਤੇ ਪਲਾਈਵੁੱਡ ਸ਼ੀਟਾਂ ਲਾ ਦੇ ਕਿ ਜੇ ਕੱਲ ਨੂੰ ਗੋਲੀ ਚੱਲੀ ਵੀ ਤੇ ਸਾਡਾ ਮੁੰਡਾ ਬਚ ਜਾਊ। ਆ ਸੋਚ ਆਪਣੀ ਕਮਿਊਨਿਟੀ ਦੇ ਵਿੱਚ, ਇਹ ਨਹੀਂ ਕਿ ਕੋਈ ਨਿਦਾਨ ਬੱਚੇ ਦੇ ਜਾ ਕੇ ਗੋਲੀ ਵੱਜ ਸਕਦੀ ਹੈ, ਕਿਸੇ ਕੋਈ ਇਨੋਸੈਂਟ ਮਾਰਿਆ ਜਾ ਸਕਦਾ। ਉਹਨੂੰ ਮਾਂ ਨੂੰ ਸਿਰਫ ਇੰਨਾ ਹੀ ਸੀ ਕਿ ਮੇਰਾ ਬੱਚਾ ਬਚ ਜਾਵੇ। ਜਦ ਤੱਕ ਉਹਦਾ ਬੱਚਾ ਇਸ ਲਾਈਨ ਦੇ ਵਿੱਚ ਪਿਆ ਹੋਇਆ, ਡਰੱਗ ਵੇਚ ਰਿਹਾ ਆ,
ਕਮਿਊਨਿਟੀ ਨੂੰ ਡਿਸਟਰੋਏ ਕਰ ਰਿਹਾ, ਬਰਬਾਦੀ ਲੈ ਕੇ ਆ ਰਿਹਾ, ਤੁਸੀਂ ਇਹ ਨਹੀਂ ਸੋਚਿਆ ਕਿ ਅਸੀਂ ਆਪਣੇ ਬੱਚੇ ਨੂੰ ਇਸ ਲਾਈਨ ਵਿੱਚੋਂ ਕੱਢ ਕੇ ਸਹੀ ਪਾਸੇ ਕਿਸ ਤਰ੍ਹਾਂ ਪਾ ਸਕਦੇ ਹਾਂ ਪੁਲਿਸ ਦੀ ਹੈਲਪ ਔਰ ਇੱਕ ਵਿੰਡੋ ਨੂੰ ਢੱਕਣ ਨਾਲ ਜਾਂ ਉਹਨੂੰ ਪ੍ਰੋਟੈਕਟ ਕਰਨ ਦੇ ਨਾਲ ਇਹ ਪ੍ਰੋਟੈਕਸ਼ਨ ਨਹੀਂ ਮਿਲ ਰਹੀ ਹੈ। ਇਟਸ ਨਾਟ ਪ੍ਰੋਟੈਕਸ਼ਨ, ਉਹੀ ਤਾਂ ਗੱਲ ਹੈ। ਪਰ ਇਹਨਾਂ ਨੇ ਇਸ ਗੱਲ ਨੂੰ, ਇਹਨਾਂ ਦੀ ਸੋਚ ਹੀ ਨਹੀਂ ਲਿਮਿਟਡ ਸੀ। ਇਹੀ ਮੈਂ ਆਪਣੀ ਕਮਿਊਨਿਟੀ ਨੂੰ ਕਹਿਣਾ ਮੰਗਦਾ, ਜਿੱਦਾਂ ਭਾਜੀ ਵੀ ਕਹਿ ਰਹੇ ਸੀ ਕਿ ਇਹ ਜਿਹੜੀ ਸੋਚ ਹੈ ਆਪਣੀ ਕਮਿਊਨਿਟੀ ਦੇ ਵਿੱਚ ਚੇਂਜ ਕਰਨ ਦੀ ਲੋੜ ਹੈ। ਬਿਲਕੁਲ, ਯਾਨੀ ਕਿ ਅਸੀਂ ਇਮੋਸ਼ਨਲ ਹੁੰਦੇ ਆ, ਪੈਰੈਂਟਸ ਜਿਹੜੇ ਹੁੰਦੇ ਨੇ ਸਾਡੇ ਇਮੋਸ਼ਨਲ ਹੁੰਦੇ ਨੇ, ਤਾਂ ਉਹ ਇਮੋਸ਼ਨਸ, ਪਰ ਮੈਂ ਪੈਰੈਂਟਸ ਦੀ ਇੱਥੇ ਕਹਿ ਦੂਸਾਂ ਜੀ ਮੈਂ ਗਲਤੀ ਨਹੀਂ ਮੰਨਾਂਗੀ, ਕਿਉਂਕਿ ਕੋਈ ਵੀ ਪੈਰੈਂਟਸ ਆਪਣੇ ਪੁੱਤ ਜਾਂ ਆਪਣੀ ਧੀ ਨੂੰ, ਮਤਲਬ ਆਪਣੇ ਬੱਚੇ ਨੂੰ ਜਿਹੜਾ ਉਹ ਸ਼ਾਇਦ ਨਹੀਂ ਹਾਰਡ ਤਰੀਕਾ ਜਿਹੜਾ ਵਰਤ ਸਕਦਾ ਉਹਨੂੰ ਸੁਧਾਰਨ ਦੇ ਲਈ, ਪਰ ਜਿੰਨਾ ਇਹ ਚੀਜ਼ ਵੱਧਦੀ ਜਾ ਰਹੀ ਹੈ ਉਹਦੇ ਲਈ ਕਿਤੇ ਨਾ ਕਿਤੇ ਪੈਰੈਂਟਸ ਨੂੰ ਸਖਤ ਹੋਣਾ ਪਏਗਾ, ਕਿਉਂਕਿ ਜੇ ਸਖਤ ਨਹੀਂ ਹੋਣਗੇ ਤਾਂ ਉਹ ਬੱਚਾ ਕੁਝ ਸਮੇਂ ਲਈ ਤਾਂ ਉਹ ਬਚਾ ਕੇ ਰੱਖ ਸਕਦੇ ਨੇ, ਪਰ ਜ਼ਿਆਦਾ ਸਮੇਂ ਲਈ ਨਹੀਂ। ਸੋ ਉਹ ਵੱਡਾ ਦੁੱਖ ਦੇਖਣ ਤੋਂ ਬੈਟਰ ਹੈ ਕਿ ਥੋੜੀ ਜਿਹੀ ਪਹਿਲਾਂ ਸਖਤੀ ਹੋ ਜਾਏ, ਤਾਂ ਜਿਹੜਾ ਵੱਡਾ ਦੁੱਖ ਜਿਹਦੇ ਬਾਰੇ ਮੈਂ ਹਜੇ ਉਹ ਸ਼ਬਦ ਬੋਲ ਨਹੀਂ ਰਹੀ ਹਾਂ, ਪਰ ਉਹ ਕਿਤੇ ਨਾ ਕਿਤੇ ਜਿਹੜਾ ਉਹ ਸਾਰੀ ਉਮਰ ਦਾ ਦੁੱਖ ਉਹਨਾਂ ਨੂੰ ਚਿੰਬੜ ਜਾਣਾ, ਜਦੋਂ ਬੱਚਾ ਕਦੀ ਵੀ ਨਾ ਦੇਖਣ ਨੂੰ ਮਿਲਿਆ। 100%। ਸੋ ਕੈਲਦੋ ਜੀ, ਇਹ ਕਿਵੇਂ ਅਸੀਂ ਮੰਨਿਆ ਜਾਏ? ਹੁਣ ਡਰੱਗ ਓਵਰਡੋਜ਼ ਦੀ ਤੁਸੀਂ ਗੱਲ ਕੀਤੀ, ਡਰੱਗ ਇਸ਼ੂ ਕਿਤੇ ਨਾ ਕਿਤੇ ਜਾ ਕੇ ਗੈਂਗ ਵਾਰਾਂ ਨਾਲ, ਗੈਂਗਸਟਰਾਂ ਦੇ ਨਾਲ ਜੁੜ ਜਾਂਦਾ ਹੈ। ਬਿਲਕੁਲ ਜੁੜ ਦਿੰਦਾ ਹੈ। ਹੁਣ ਆਪਾਂ ਜੇ ਤੁਸੀਂ ਦੋਨੇ ਗੱਲਾਂ ਜੋੜਨੀਆਂ ਹੈ ਕਿ ਪੈਰੈਂਟਸ ਦਾ ਕਿੰਨਾ ਇੰਪੋਰਟੈਂਟ ਰੋਲ ਹੈ, ਹੁਣ ਜਿਹੜੀ ਆਪਾਂ ਗੱਲ ਕਰਕੇ ਹਟੇ ਹਾਂ, ਇੱਕ ਮੇਰਾ ਚੰਗਾ ਦੋਸਤ ਹੈ ਮੈਨੀ ਅਮਾਰ। ਮੈਨੀ ਅਮਾਰ ਨੇ ਤਕਰੀਬਨ 10-12 ਸਾਲ ਪਹਿਲੋਂ ਇੱਕ ਡਾਕੂਮੈਂਟਰੀ ਕੱਢੀ ਹੋਈ ਸੀ ਸਾਊਥ ਏਸ਼ੀਅਨ ਗੈਂਗਸਟਰਸ ਤੇ ਉਸ ਸਮੇਂ ਇੱਕ ਕਾਫੀ ਵੱਡਾ ਪੰਜਾਬੀ ਗੈਂਗਸਟਰ ਜਿਹੜੀ ਉਸ ਲਾਈਫ ਸਟਾਈਲ ਦੇ ਵਿੱਚ ਹੈਗਾ ਸੀ, ਉਹਦੇ ਪਿੱਠ ਪਿੱਛੇ ਗੋਲੀ ਵੱਜੀ ਤੇ ਉਹਦੀ ਜਿਹੜੀ ਸਾਰੀ ਸਪਾਈਨਲ ਕੋਡ ਆ, ਸਾਰੀ ਸਪਾਈਨਲ ਕੋਡ ਉਹਦੀ ਸ਼ੈਟਰ ਹੋ ਗਈ, ਟੁੱਟ ਗਈ ਤੇ ਉਹ ਪੈਰਾਪਲੀਜਿਕ ਬਣ ਗਿਆ। ਕਹਿਣ ਦਾ ਮਤਲਬ ਇਹ ਹੈ ਕਿ ਉਹਦੇ ਜਿਹੜੇ ਹੱਥ ਪੈਰ ਚੱਲਣ ਨੂੰ ਹਟ ਗਏ ਤੇ ਵੈਨਕੂਵਰ VGH ਤੇ ਇੱਕ ਜਗ੍ਹਾ ਆ, ਇਟਸ ਕਾਲਡ GF ਸਟਰੋਂਗ। GF ਸਟਰੋਂਗ ਦੇ ਵਿੱਚ ਇੱਦਾਂ ਹੁੰਦੀ ਹੈ ਕਿ ਜੇ ਕਿਸੇ ਨੇ ਕੋਈ ਮੇਜਰ ਇੰਜਰੀ ਸਫਰ ਕੀਤੀ ਜਾਵੇ ਤੇ ਉਹਨਾਂ ਨੂੰ GF ਸਟਰੋਂਗ ਭੇਜ ਦਿੰਦੇ ਆ। GF ਸਟਰੋਂਗ ਦੇ ਵਿੱਚ ਉਹਨਾਂ ਨੂੰ ਇੱਕ ਸਪੈਸ਼ਲ ਮੈਡੀਕਲ ਅਟੈਂਸ਼ਨ ਮਿਲਦੀ ਹੈ, ਜਿਸ ਦੇ ਨਾਲ ਉਹ ਆਪਣੇ ਜਿਹੜੇ ਅੰਗ ਆ, ਹੱਥ ਪੈਰ ਆ, ਉਹ ਦੁਬਾਰਾ ਉਹਨਾਂ ਦੇ ਚੱਲ ਸਕਦੇ ਆ। ਕਾਫੀ ਹਾਈ ਲੈਵਲ ਮੈਡੀਕਲ ਕੇਅਰ ਉੱਤੇ ਮਿਲਦੀ ਹੈ। ਚਲੋ ਉਹ ਹੁਣ GF ਸਟਰੋਂਗ ਪੇ ਆਇਆ ਗੈਂਗਸਟਰ, ਤੇ ਮੈਨੀ ਅਮਾਰ ਨੇ ਜਾ ਕੇ ਉਹਨੂੰ ਵਿਜ਼ਿਟ ਕੀਤਾ ਤੇ ਮੈਨੀ ਅਮਾਰ ਨੂੰ ਉਹਨੂੰ ਪੁੱਛਿਆ ਕਿ ਤੂੰ ਮੈਨੂੰ ਦੱਸ ਕਿ ਤੇਰੀ ਲਾਈਫ ਦੇ ਵਿੱਚ ਕਦੇ ਕੋਈ ਪੁਆਇੰਟ ਆਇਆ ਸੀ ਜਿਸ ਦੇ ਨਾਲ ਤੈਨੂੰ ਪਤਾ ਲੱਗ ਗਿਆ ਸੀ ਕਿ ਤੂੰ ਉਸ ਲਾਈਨ ਦੇ ਵਿੱਚ ਪੈਣਾ ਹੈ? ਇਫ ਯੂ ਹੈਵ ਟੂ ਟੇਕ ਇਟ, ਗੋ ਅਹੈਡ। ਯਾ ਇੱਕ ਕਾਲਰ ਦੀ ਕਾਲ ਵੀ ਨਾਲ ਅਟੈਂਡ ਕਰਦੇ ਆਪਾਂ। ਜੀ ਸਤਿ ਸ਼੍ਰੀ ਅਕਾਲ ਜੀ। ਹਾਂ ਬੇਟਾ, ਇੱਕ ਨਾ ਕਿਸਾਨ ਸਾਹਿਬ ਨੂੰ ਬੇਨਤੀ ਕਰਨੀ ਸੀ। ਹਾਂਜੀ ਸਰ। ਬਈ ਦੇਖੋ, ਜਿਹੜੇ ਵੈਪਨ ਆ ਨਾ, ਇਹਨਾਂ ਤੇ ਬਿਲਕੁਲ ਬੈਨ ਲੱਗਣਾ ਚਾਹੀਦਾ। ਵੈਪਨ ਸਿਰਫ ਪੁਲਿਸ ਕੋਲ ਚਾਹੀਦੇ ਆ, ਮਿਲਟਰੀ ਕੋਲ ਚਾਹੀਦੇ ਆ। ਹਾਂਜੀ। ਦੇਖੋ ਇਹ ਸਾਰਾ ਸਭ ਤੋਂ ਜ਼ਿਆਦਾ ਨੁਕਸਾਨ ਆਪਣੀ ਕਮਿਊਨਿਟੀ ਦਾ ਹੋ ਰਿਹਾ ਇਹਦੇ ਵਿੱਚ। ਹਾਂਜੀ। ਹੋਰ ਦੇਖੋ 180 ਦੇਸ਼ਾਂ ਦੇ ਲੋਕ ਆ, ਕਿਸੇ ਦੇ ਹੋਰ ਕਮਿਊਨਿਟੀ ਦੇ ਬੱਚੇ ਗੋਲੀਆਂ ਨਹੀਂ ਚਲਾਉਂਦੇ ਜੀ। ਇਹਦੇ ਵਿੱਚ ਬੇਟਾ ਦੇਖੋ, ਸਾਰੇ ਗੁਰਦੁਆਰੇ ਵਾਲਿਆਂ ਨੂੰ ਤੇ ਸਾਰੇ ਛੋਟੇ ਵਰਗੇ ਸਿਆਣੇ ਲੋਕਾਂ ਨੂੰ ਤੁਸੀਂ ਲੈਟਰ ਲਿਖੋ ਗਵਰਨਮੈਂਟ ਨੂੰ, ਵੀ ਵੈਪਨਾਂ ਦੇ ਉੱਤੇ ਬਿਲਕੁਲ ਬੈਨ ਲਾਓ। ਕੀ ਕਰਨੇ ਵੈਪਨ ਲੋਕਾਂ ਨੇ? ਠੀਕ ਹੈ ਜੀ, ਇਹ ਗੱਲ ਕਰੋ ਤਾਂ ਬਚਣਾ। ਨਹੀਂ ਆਪਣਾ ਬਚਾਅ ਹੋ ਸਕਦਾ। ਮਸਲ ਸਭ ਦੇਖੋ, ਪੰਜਾਬ ਬਰਬਾਦ ਹੋ ਗਿਆ, ਇੱਥੇ ਵੀ ਆਪਣਾ ਸਭ ਕੁਝ ਬਰਬਾਦ ਹੋ ਜਾਣਾ ਜੀ। ਹੁਣ ਮੈਂ ਦੱਸਾਂ। ਬਿਲਕੁਲ ਸਰ, ਠੀਕ ਹੈ ਜੀ, ਥੈਂਕ ਯੂ। ਅਸੀਂ ਕਰਦੇ ਹਾਂ ਇਸ ਤੇ ਗੱਲ। ਕਿਤੇ ਨਾ ਕਿਤੇ ਤੁਸੀਂ ਇਸ ਗੱਲ ਤੇ ਵੀ ਮੈਨੂੰ, ਇਸ ਪੁਆਇੰਟ ਤੇ ਵੀ ਥੋੜਾ ਦੱਸਿਓ ਵੀ ਇਹ ਪੁਆਇੰਟ ਵੈਲਿਡ ਹੈਗਾ, ਇਹਦੇ ਤੇ ਵੀ ਕੁਛ ਨਾ ਕੁਛ ਜਿਹੜਾ ਵਾਕਈ ਸੋਚਣ ਦੀ ਲੋੜ ਹੈ। ਔਰ ਤੁਸੀਂ ਜਿਹੜੀ ਪਲੀਜ਼ ਗੱਲ ਦੱਸਦੇ ਸੀ ਉਹ ਗੱਲ ਵੀ ਪੂਰੀ ਕਰੋ। ਇਹ ਗੱਲ ਵੀ ਉਸੇ ਗੱਲ ਦੇ ਵਿੱਚ ਹੋਣੀ ਹੈ। ਤੁਸੀਂ ਮੈਂ ਹੁਣੀ ਤੁਹਾਨੂੰ ਦੱਸਦਾ ਹਾਂ। ਸੋ ਮੈਨੀ ਅਮਾਰ ਨੇ ਉਹਨੂੰ ਜਾ ਕੇ ਹਸਪਤਾਲ ਵਿੱਚ ਵਿਜ਼ਿਟ ਕੀਤਾ ਤੇ ਉਹਨੂੰ ਪੁੱਛਿਆ, ਕਹਿੰਦਾ ਆ ਕਿ ਕਿਹੜਾ ਪੁਆਇੰਟ ਸੀ ਤੇਰੇ ਲਾਈਫ ਦੇ ਵਿੱਚ ਜਿੱਥੇ ਤੈਨੂੰ ਪਤਾ ਲੱਗ ਗਿਆ ਸੀ ਕਿ ਤੂੰ ਇਸ ਰਾਹ ਤੇ ਪੈਣਾ ਰਾਈਟ? ਕਿਉਂਕਿ ਉਹ ਜਿਹੜਾ ਮੁੰਡਾ ਮੈਂ ਤੁਹਾਨੂੰ ਦੱਸ ਸਕਦਾ ਹਾਂ ਤਕਰੀਬਨ 10 ਮਰਡਰਸ ਲਈ ਰਿਸਪੌਂਸਿਬਲ ਆ। 10 ਪਰ ਉਹਦੇ ਵਿੱਚੋਂ ਸਾਨੂੰ ਵੱਧ ਤੋਂ ਵੱਧ 1 ਜਾਂ 2 ਹੋਮਸਾਈਡਸ ਦਾ ਪ੍ਰੂਫ ਮਿਲਿਆ, ਜਿਹਦੇ ਨਾਲ ਅਸੀਂ ਇਹਨੂੰ ਚਾਰਜ ਕਰ ਸਕਦੇ ਸੀ। ਪਰ ਸਾਨੂੰ ਇਨਫੋਰਮੇਸ਼ਨ ਪਤਾ ਲੱਗ ਗਈ ਸੀ ਕਿ ਤਕਰੀਬਨ 10 ਹੋਮਸਾਈਡਸ ਇੰਚਾਰਜ ਸੀ। ਉਹੀ ਵੈਪਨਾਂ ਦੀ ਗੱਲ ਵਿੱਚ ਆ ਜਾਂਦੀ ਹੈ। ਵੈਪਨ ਛੋਟੇ ਹੁੰਦੇ ਤੋਂ ਉਹਨੇ ਚੱਕ ਲਏ ਸੀ, ਹਥਿਆਰ। ਪਰ ਉਹਨੇ ਸੋਚਿਆ ਤੇ ਉਹਦੇ ਅੱਖਾਂ ਵਿੱਚ ਪਾਣੀ ਆ ਗਿਆ। ਜਿਹੜਾ ਡਰੱਗ ਡੀਲਰ ਸੀ, ਗੈਂਗਸਟਰ ਸੀ, ਉਹ ਕਹਿੰਦਾ ਹਾਂ ਮੈਨੂੰ ਚੰਗੀ ਤਰ੍ਹਾਂ ਚੇਤੇ ਹੈ। ਉਹਨੇ ਫਿਰ ਸਟੋਰੀ ਦੱਸੀ। ਕਹਿੰਦਾ ਮੈਂ 12 ਸਾਲਾਂ ਦਾ ਸੀ ਤੇ ਮੇਰਾ ਡੈਡੀ ਸ਼ਰਾਬ ਬਹੁਤ ਪੀਂਦਾ ਸੀ ਤੇ ਸ਼ਰਾਬ ਪੀ ਕੇ ਟੱਲੀ ਹੋ ਕੇ ਤੇ ਫੈਮਿਲੀ ਦੇ ਟਰਬਲ ਬਹੁਤ ਕਾਜ਼ ਕਰਦਾ ਸੀ। ਕੁੱਟਮਾਰ ਰੋਜ਼ ਹੁੰਦੀ ਸੀ ਸਾਡੇ ਫੈਮਿਲੀ ਦੇ ਵਿੱਚ। ਤੇ ਕਹਿੰਦਾ ਕਿ ਮੈਂ ਤੇ ਮੇਰੇ ਬ੍ਰਦਰ ਉਹਦੇ ਕੋਲੋਂ ਬਹੁਤ ਡਰਦੇ ਹੁੰਦੇ ਸੀ, ਕਿਉਂਕਿ ਜਦੋਂ ਪੀ ਲੈਂਦਾ ਸੀ ਤੇ ਇੱਕ ਬਹੁਤ ਕਹਿ ਸਕਦੇ ਹਾਂ ਕਿ ਭਿਆਨਕ ਇਨਸਾਨ ਬਣ ਜਾਂਦਾ ਸੀ, ਕਿ ਸਾਨੂੰ ਇਹ ਪਤਾ ਸੀ ਕਿ ਕੁਛ ਨਾ ਕੁਛ ਹੋਣਾ ਹੈ। ਕਹਿੰਦਾ ਕਿ ਸਾਡੇ ਸਕੂਲੇ ਇੱਕ ਕਲਰਿੰਗ ਕੰਪੀਟੀਸ਼ਨ ਆਇਆ ਤੇ ਮੈਂ ਆਪਣੇ ਆਪ ਨੂੰ ਇਹੀ ਸੋਚਿਆ ਕਿ ਮੈਂ ਆਪਣੀ ਪੂਰੀ ਮਿਹਨਤ ਕਰਕੇ ਤੇ ਮੈਂ ਉਹ ਕਲਰਿੰਗ ਕੰਪੀਟੀਸ਼ਨ ਜਿੱਤਣਾ ਹੈ।
ਤੇ ਜੇ ਮੈਂ ਉਹ ਕਲਰਿੰਗ ਕੰਪੀਟੀਸ਼ਨ, ਤੁਸੀਂ ਇਹਦੀ ਨਿਦਾਨਪਣਾ ਦੇਖੋ ਕਿੰਨੀ ਬੱਚੇ ਦੀ ਮਾਸੂਮ ਸੋਚ ਦੇ ਵਿੱਚ ਉਹਨੇ ਇਹ ਗੱਲ ਸੋਚੀ ਕਿ ਮੈਂ ਉਹ ਕਲਰਿੰਗ ਕੰਪੀਟੀਸ਼ਨ ਜਿੱਤ ਕੇ ਉਹ ਮੈਡਲ ਮੈਂ ਘਰ ਲੈ ਕੇ ਆਉਣਾ, ਆਪਣੇ ਡੈਡੀ ਨੂੰ ਫੜਾਉਣਾ, ਮੇਰੇ ਡੈਡੀ ਨੇ ਇੰਨਾ ਖੁਸ਼ ਹੋਣਾ, ਮੇਰੇ ਡੈਡੀ ਨੇ ਮੈਨੂੰ ਇਹ ਪੁੱਛਣਾ ਆ ਕਿ ਦੱਸ ਪੁੱਤ ਹੁਣ ਮੈਂ ਤੇਰੇ ਲਈ ਕੀ ਕਰ ਸਕਾਂ। ਤੇ ਇਹਨੇ ਕਹਿਣਾ ਡੈਡੀ ਸ਼ਰਾਬ ਛੱਡ ਦੇ। ਜੇ ਮੇਰੇ ਡੈਡ ਨੇ ਸ਼ਰਾਬ ਛੱਡ ਦਿੱਤੀ ਕਿ ਸਾਡੀ ਫੈਮਿਲੀ ਦੇ ਵਿੱਚ ਉਹ ਖੁਸ਼ੀਆਂ ਵਾਪਸ ਆ ਜਾਣਗੀਆਂ। ਤੁਸੀਂ ਦੇਖ ਲਓ ਉਹਨੇ ਇਹ ਗੱਲ ਸੋਚੀ ਸੀ। ਇਹਨੇ ਬਹੁਤ ਮਿਹਨਤ ਕਰਕੇ ਉਹ ਕਲਰਿੰਗ ਕੰਪੀਟੀਸ਼ਨ ਲਈ ਇਹਨੇ ਤਿਆਰੀ ਕੀਤੀ। ਜਦ ਉਹਦਾ ਆਰਟ ਪੀਸ ਤਿਆਰ ਹੋ ਗਿਆ ਤੇ ਸਕੂਲੇ ਲੈ ਕੇ ਗਿਆ ਤੇ ਜਿੱਤ ਗਿਆ ਤੇ ਕਰਨ ਨੂੰ ਦੌੜਾਇਆ ਸਕੂਲ ਦੇ ਬਾਹਰ ਆਪਣਾ ਮੈਡਲ ਲੈ ਕੇ। ਤੇ ਉਹਦਾ ਡੈਡੀ ਸ਼ਰਾਬ ਪੀ ਕੇ ਤੇ ਸੋਫੇ ਉੱਤੇ ਲੰਮਾ ਪਿਆ ਸੀ, ਕੋਈ ਸੁਰਤ ਬੁੱਧ ਨਹੀਂ ਕਿ ਕੀ ਹੋ ਰਿਹਾ ਹੈ। ਘਰ ਪਹੁੰਚ ਕੇ ਤੇ ਉਹਨੇ ਆਪਣੇ ਡੈਡੀ ਨੂੰ ਹਲੂਣਾ ਦਿੱਤਾ, ਕਹਿੰਦਾ ਕਿ ਦੇਖ, ਕਹਿੰਦਾ ਕਿ ਮੈਂ ਪਹਿਲਾ ਪ੍ਰਾਈਜ਼ ਜਿੱਤ ਕੇ ਆਇਆ ਇਸ ਕਲਰਿੰਗ ਕੰਪੀਟੀਸ਼ਨ ਦੇ ਵਿੱਚ। ਤੇ ਜਦੋਂ ਉਹਨੇ ਆਪਣੇ ਡੈਡੀ ਨੂੰ ਉਹ ਆਪਣਾ ਆਰਟ ਫੜਾਇਆ, ਉਹਦੇ ਡੈਡੀ ਨੇ ਉੱਠ ਕੇ ਦੇਖਿਆ ਤੇ ਡੈਡੀ ਨੇ ਉਸ ਆਰਟ ਪੀਸ ਤੇ 4 ਟੋਟੇ ਕਰਕੇ ਤੇ ਆਪਣੇ ਮੁੰਡੇ ਦੇ ਮੂੰਹ ਦੇ ਵਿੱਚ ਚੱਕ ਕੇ ਮਾਰੇ। ਕਹਿੰਦਾ ਕਿ ਮੈਨੂੰ ਨਹੀਂ ਕੋਈ ਆਰਟਿਸਟ ਚਾਹੀਦਾ ਮੇਰੇ ਫੈਮਿਲੀ ਦੇ ਵਿੱਚ। ਉਹ ਮੁੰਡਾ ਕਹਿੰਦਾ ਮੈਨੂੰ ਉੱਥੇ ਹੀ ਪਤਾ ਲੱਗ ਗਿਆ ਸੀ ਕਿ ਮੈਂ ਕੀ ਬਣਨਾ ਹੈ। ਕਹਿੰਦਾ ਦੂਜੇ ਦਿਨ ਹੀ ਮੈਂ ਇਸ ਲਾਈਨ ਦੇ ਵਿੱਚ ਪੈ ਗਿਆ। ਮੈਂ ਆਪਣੀ ਪਹਿਲੀ ਚੋਰੀ ਕੀਤੀ। ਪਹਿਲੀ ਚੋਰੀ ਦੇ ਬਾਅਦ ਕਹਿੰਦਾ 1 ਜਾਂ 2 ਸਾਲਾਂ ਦੇ ਵਿੱਚ ਮੇਰੇ ਹੱਥ ਗਨ ਆ ਗਈ। ਰਾਈਟ, ਤੁਸੀਂ ਦੇਖ ਲਓ 14-15 ਸਾਲ ਲੜਕੇ ਦੇ ਹੱਥ ਇੱਕ ਗਨ ਆ ਜਾਵੇ। ਕਹਿੰਦਾ ਉੱਥੋਂ ਹੀ ਮੇਰਾ ਕੰਮ ਸ਼ੁਰੂ ਹੋ ਗਿਆ। ਸੋ ਇਹ ਜਿਹੜੀ ਘਰ ਦੀ এনवायरमेंट ਹੁੰਦੀ ਆ, ਇਟ ਇਜ਼ ਸੋ ਇੰਪੋਰਟੈਂਟ ਟੂ ਦ ਡਿਵੈਲਪਮੈਂਟ। ਬਿਲਕੁਲ, ਕਿਉਂਕਿ ਉਹ ਘਰ ਦੇ এনवायरमेंट ਦੇ ਵਿੱਚ ਹੁਣ ਜਿਵੇਂ ਹੁਣ ਅਸੀਂ ਕਿਡਸ ਪਲੇਸ ਸੰਸਥਾ ਦੇ ਵਿੱਚ ਕੋਈ ਪ੍ਰੋਗਰਾਮ ਕਰਦੇ ਆ ਨਸ਼ਿਆਂ ਤੇ ਗੈਂਗਸ ਤੇ, ਮੈਂ ਇਹ ਮੇਕ ਸ਼ੋਰ ਕਰਦਾ ਆ ਕਿ ਬੱਚਿਆਂ ਦੇ ਨਾਲ ਮਾਪੇ ਹੋਣ। ਜੇ ਬੱਚਿਆਂ ਦੀ ਬਿਹੇਵੀਅਰ ਅਸੀਂ ਚੇਂਜ ਕਰ ਸਕਦੇ ਆ, ਚਲੋ ਵਧੀਆ, ਪਰ ਜੇ ਅਸੀਂ ਮਾਪਿਆਂ ਦੀ ਸੋਚ ਵੀ ਉਹਦੇ ਨਾਲ ਚੇਂਜ ਕਰ ਸਕਦੇ ਆ ਤੇ ਜਿਹੜੀ ਅਸਲੀ ਚੇਂਜ ਆ ਘਰ ਦੇ ਹਾਲਾਤਾਂ ਦੇ ਵਿੱਚ ਉੱਥੋਂ ਹੀ ਪੈਣੀ ਹੈ। ਕਿਉਂਕਿ ਜਿਹੜੀ ਬੱਚੇ ਦੀ ਚੇਂਜ ਹੈ ਦੈਟਸ ਟੈਂਪਰੇਰੀ। ਬਿਲਕੁਲ ਰਾਈਟ। ਜੇ ਮਾਪਿਆਂ ਦੀ ਅਸੀਂ ਸੋਚ ਚੇਂਜ ਕਰ ਸਕਦੇ ਆ ਤੇ ਉਹੀ ਜਿਹੜਾ ਘਰ ਦਾ এনवायरमेंट ਬਣਿਆ ਹੋਇਆ ਆ, ਇਹ ਬੱਚਿਆਂ ਨੂੰ ਅਸੀਂ ਸਸਟੇਨ ਕਰ ਸਕਦੇ ਆ ਉਸ ਚੰਗੇ ਲਾਈਫ ਸਟਾਈਲ ਦੇ ਵਿੱਚ। ਜੀ ਬਿਲਕੁਲ। ਸੋ ਇਹੀ ਕਿਤੇ ਨਾ ਕਿਤੇ ਕਹਿ ਮੈਂਟਲ ਹੈਲਥ ਦਾ ਇਸ਼ੂ ਬਣ ਜਾਂਦਾ ਹੈ। ਮੈਂਟਲ ਹੈਲਥ ਤੋਂ ਇਹ ਜਿਹੜੀ ਚੀਜ਼ ਹੈ ਇਹ ਪਹੁੰਚ ਜਾਂਦੀ ਹੈ ਸੁਸਾਈਡ ਤੱਕ, ਜਾਂ ਤਾਂ ਸੁਸਾਈਡ ਤੇ ਜਾ ਕੇ ਰੋਕਦੀ ਹੈ ਜਾਂ ਫਿਰ ਗੈਂਗਵਾਰਾਂ ਗੈਂਗਸਟਰ ਬਣ ਜਾਂਦੇ ਨੇ ਬੱਚੇ, ਸ਼ੂਟਿੰਗਾਂ ਹੁੰਦੀਆਂ ਨੇ, ਤੇ ਜਾਂ ਫਿਰ ਓਵਰਡੋਜ਼ ਦਾ ਇਸ਼ੂ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਇਹ ਸਭ ਚੀਜ਼ਾਂ ਕਿਤੇ ਨਾ ਕਿਤੇ ਇੱਕ ਪੂਰੀ ਲਾਈਨ ਜੁੜੀ ਹੋਈ ਹੈ ਜਿਹੜੀ ਆਲੇ ਦੁਆਲੇ ਚੱਲੀ ਜਾਂਦੀ ਹੈ। ਅਸੀਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਸੁਸਾਈਡ ਦੀਆਂ ਕੇਸਿਸ ਬਹੁਤ ਮਿਲੇ। ਮਸਲਾ ਸੀ ਕੋਈ ਰੀਜ਼ਨ ਨਹੀਂ, ਸਿਰਫ ਮੈਂਟਲ ਹੈਲਥ ਇਸ਼ੂ। ਪਰ ਇਹ ਮੈਂਟਲ ਹੈਲਥ ਇਸ਼ੂ ਕਿਤੇ ਨਾ ਕਿਤੇ ਸੁਸਾਈਡ ਤੱਕ ਜੇ ਲਿਜਾ ਰਿਹਾ ਤਾਂ ਇਸ ਮੈਂਟਲ ਹੈਲਥ ਇਸ਼ੂ ਨੂੰ ਵੀ ਫੜਨਾ ਪਏਗਾ, ਵੀ ਇਹਨੂੰ ਵੀ ਤਾਂ ਕਿਤੇ ਨਾ ਕਿਤੇ ਰੋਕਣਾ ਪਏਗਾ। ਔਰ ਜਿਵੇਂ ਤੁਸੀਂ ਦੱਸਿਆ ਇਹ ਕਿਸੇ ਪੁਲਿਸ ਦਾ ਕੰਮ ਨਹੀਂ ਹੈ, ਇਹ ਵਾਕਈ ਕੋਈ ਪੁਲਿਸ ਡਿਪਾਰਟਮੈਂਟ ਮੈਂਟਲ ਹੈਲਥ ਇਸ਼ੂ ਨੂੰ ਨਹੀਂ ਰੋਕ ਸਕਦਾ ਹੈ। ਇਹਦੇ ਵਿੱਚ ਵੀ ਸਾਡੇ ਘਰ ਦੀ ਜੜ ਸਭ ਤੋਂ ਪਹਿਲਾਂ ਜਿਹੜੀ ਹੈ ਉਹਦੇ ਨਾਲ ਜੁੜੀ ਹੁੰਦੀ ਹੈ। ਸ਼ਰੀ, ਤੁਸੀਂ ਮੇਰਾ ਯਕੀਨ ਨਹੀਂ ਕਰ ਸਕਦੇ, ਸਭ ਤੋਂ ਵੱਡੀ ਪ੍ਰੋਬਲਮ ਆਪਣੇ ਪੰਜਾਬੀ ਕਮਿਊਨਿਟੀ ਦੇ ਵਿੱਚ ਇਹ ਹੈ ਕਿ ਇਹ ਗੱਲਾਂ ਮੈਂ ਸਾਰੇ ਸ਼ਰੇਆਮ ਕਰਦਾ ਹਾਂ, ਮੈਂ ਸਾਰਿਆਂ ਨੂੰ ਗੱਲਾਂ ਸੁਣਾਉਣੀਆਂ ਮੰਗਦਾ ਹਾਂ ਕਿ ਪੰਜਾਬੀ ਕਮਿਊਨਿਟੀ ਦੇ ਵਿੱਚ ਇਹ ਪ੍ਰੋਬਲਮ ਇਹ ਹੈ ਕਿ ਆਪਾਂ ਸਾਰੀਆਂ ਗੱਲਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਉੱਤੇ ਮਿੱਟੀ ਪਾ ਦਈਏ, ਚਾਦਰ ਪਾ ਦਈਏ ਕਿ ਸਾਨੂੰ ਸਾਡੇ ਘਰ ਦੇ ਹਾਲਾਤਾਂ ਬਾਰੇ ਕਿਸੇ ਨੂੰ ਪਤਾ ਨਾ ਲੱਗੇ ਕਿ ਲੋਕ ਕੀ ਕਹਿਣਗੇ। ਰਾਈਟ, ਮੈਂਟਲ ਹੈਲਥ ਇਸ਼ੂ ਹੋ ਗਈ, ਡਰੱਗ ਤੇ ਗੈਂਗ ਇਸ਼ੂ ਹੋ ਗਈ, ਰਾਈਟ, ਹੋਰ ਬਥੇਰੀਆਂ ਇਸ਼ੂ ਹੋ ਗਿਆ, ਸੁਸਾਈਡ ਪ੍ਰੀਵੈਂਸ਼ਨ ਹੋ ਗਈ। ਇਹ ਆਪਾਂ ਸਾਰੇ ਦਾ ਸਾਰਾ ਕੁਝ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ। ਆਪਾਂ ਇਹੀ ਪ੍ਰਟੈਂਡ ਕਰਦੇ ਹਾਂ ਕਿ ਜਿਹੜੀ ਪੁਰਾਣੀ ਸੋਚ ਸੀ ਸਪੈਸ਼ਲੀ, ਉਹ ਤਾਂ ਯਕੀਨ ਹੀ ਨਹੀਂ ਕਰਦੇ ਕਿ ਡਿਪਰੈਸ਼ਨ ਤੇ ਐਂਜ਼ਾਈਟੀ ਕੋਈ ਚੀਜ਼ ਹੈਗੀ। ਬਿਲਕੁਲ ਬਿਲਕੁਲ, ਹਾਂ ਰਾਈਟ। ਗੱਲ ਇਹ ਆ ਕਿ ਇਹ ਗੱਲਾਂ ਹੁੰਦੀਆਂ ਆ, ਇਹ ਗੱਲਾਂ ਖਾਸ ਕਰਕੇ ਆਪਣੀ ਨੈਕਸਟ ਜਨਰੇਸ਼ਨ ਨੂੰ ਬਹੁਤ ਇੰਪੈਕਟ ਕਰ ਰਹੀਆਂ ਆ। ਤੇ 2-3 ਐਗਜ਼ਾਮਪਲ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ। ਹੁਣ ਕਿਡਸ ਪਲੇ ਨੇ ਲੈਂਗਲੀ ਦੇ ਵਿੱਚ ਜਾ ਕੇ ਤਕਰੀਬਨ 300 ਬੱਚਿਆਂ ਲਈ ਇੱਕ ਵੱਡੇ ਪੱਧਰ ਤੇ ਪ੍ਰੈਜੈਂਟੇਸ਼ਨ ਕੀਤੀ ਸੀ ਡਰੱਗਸ ਤੇ ਗੈਂਗਸ ਤੇ। ਜਿਹੜਾ ਪ੍ਰਿੰਸੀਪਲ ਸੀ, ਪ੍ਰਿੰਸੀਪਲ ਨੇ ਪਹਿਲੋਂ ਮੇਰੇ ਨਾਲ ਗੱਲ ਕੀਤੀ ਪ੍ਰੈਜੈਂਟੇਸ਼ਨ ਦੇ ਪਹਿਲੋਂ, ਕਹਿੰਦਾ ਆ ਕਿ ਮੈਂ ਮੰਗਦਾ ਕਿ ਤੁਹਾਡਾ ਮੇਨ ਫੋਕਸ ਵੇਪਿੰਗ ਤੇ ਹੋਵੇ। ਵੇਪਿੰਗ ਜਿਹਨਾਂ ਨੂੰ ਨਹੀਂ ਪਤਾ, ਵੇਪਿੰਗ ਇਹ ਇਲੈਕਟ੍ਰੋਨਿਕ ਸਿਗਰਟ ਹੁੰਦੀ ਆ ਜਿਹੜੇ ਬੱਚੇ ਉਤੋਂ ਸਮੋਕ ਕਰਦੇ। ਅੱਜ ਕੱਲ ਤਾਂ ਵੈਸੇ ਉਹ ਸਵੈਗ ਵੀ ਬਣੀ ਪਈ ਆ ਬੱਚਿਆਂ ਵਾਸਤੇ, ਬੱਚਿਆਂ ਦਾ ਸਟਾਈਲ ਹੈ ਇਹਨੂੰ। ਜਿਹੜਾ ਇਹ ਬੱਚਾ ਪੀਂਦਾ ਨਹੀਂ ਜਾਂ ਜਿਹੜਾ ਸਟੂਡੈਂਟ ਨਹੀਂ ਪੀਂਦਾ, ਸੋ ਉਹ ਤਾਂ ਇਟ ਮੀਨਸ ਕਿ ਉਹ ਅਪਡੇਟਡ ਹੀ ਨਹੀਂ ਹੈ। ਮੈਂ ਕਈ ਸਟੂਡੈਂਟਾਂ ਨਾਲ ਚਲੋ ਮੁਲਾਕਾਤ ਕਰਦੀ ਤੇ ਉਹ ਮੈਨੂੰ ਜਦੋਂ ਵੇਪ ਕਰਦੇ ਦਿਖੇ, ਇਹ ਸਵਾਲ ਮੈਂ ਉਹਨਾਂ ਨੂੰ ਕੀਤਾ ਔਰ ਇਹ ਮੈਨੂੰ ਰਿਪਲਾਈ ਮਿਲਿਆ ਸੀ ਅੱਗੋਂ ਕਿ ਇਹ ਸਵੈਗ ਹੈ, ਇਹ ਸਟਾਈਲ ਹੈ, ਔਰ ਇਹ ਸਟਾਈਲ ਜਿਹੜਾ ਨਹੀਂ ਘਬਰਾਉਂਦਾ ਇਟ ਮੀਨਸ ਕਿ ਉਹ ਅਪਡੇਟਡ ਨਹੀਂ ਹੈ, ਜਾਂ ਕਿ ਤੁਸੀਂ ਪਪੂਲਰ ਸਟ੍ਰੇਂਜ। ਐਗਜ਼ੈਕਟਲੀ ਰਾਈਟ, ਬਿਲਕੁਲ। ਸੋ ਪ੍ਰਿੰਸੀਪਲ ਨੇ ਇਹ ਮੇਰੇ ਨਾਲ ਗੱਲ ਕੀਤੀ, ਕਹਿੰਦਾ ਸਾਡੇ ਜਿਹੜੇ ਸਟੂਡੈਂਟ ਆ ਇਹ ਵੇਪ ਬਹੁਤ ਕਰਦੇ ਆ, ਤੁਸੀਂ ਖਾਸ ਕਰਕੇ ਇਹਨਾਂ ਨਾਲ ਵੇਪਿੰਗ ਬਾਰੇ ਗੱਲ ਕਰੋ। ਚਲੋ ਮੈਂ ਪ੍ਰੈਜੈਂਟੇਸ਼ਨ ਸ਼ੁਰੂ ਕਰ ਦਿੱਤੀ ਤੇ ਡਰੱਗਸ ਤੇ ਗੈਂਗਸ ਦੀ ਗੱਲ ਚੱਲ ਪਈ, ਵੇਪਿੰਗ ਦੀ ਗੱਲ ਚੱਲ ਪਈ। ਤੇ ਮੈਂ ਦੇਖਿਆ ਕਿ ਬੱਚੇ ਸਾਡੇ ਸਾਹਮਣੇ ਉੱਥੇ ਬੈਠੇ ਆ ਤੇ ਇੱਕ ਕੰਨ ਥਾਣੀ ਪਾ ਕੇ ਦੂਜੇ ਕੰਨ ਥਾਣੀ ਕੱਢੀ ਜਾਂਦੇ। ਬਾਡੀ ਲੈਂਗੁਏਜ ਕੋਲ ਪਤਾ ਲੱਗ ਜਾਂਦਾ ਕਿ ਉਹਨਾਂ ਨੂੰ ਇੱਥੇ ਜ਼ੋਰ ਦੇ ਨਾਲ ਬਿਠਾਇਆ ਗਿਆ ਕਿ ਤੁਸੀਂ ਇੱਥੇ ਬੈਠ ਕੇ ਗੱਲਾਂ ਸੁਣਨੀਆਂ ਆ। ਮੈਂ ਆਪਣਾ ਸਟਾਈਲ ਹੀ ਬਦਲਤਾ ਉੱਥੇ। ਉਸ ਸਮੇਂ ਮੈਂ ਮਾਈਕਰੋਫੋਨ ਸਟਾਪ ਕਰਕੇ
ਰਾਈਟ। ਮੈਂ ਆਪਣੇ ਬਾਕੀ ਟੀਮ ਜਿਹੜੇ 4-5 ਮੇਰੇ ਨਾਲ ਅਫਸਰ ਵੀ ਆਏ ਹੋਏ ਸੀ ਜਾਂ ਡਰੱਗ ਡੀਲਰ ਜਿਹੜੇ ਉਸ ਕੰਮਾਂ ਵਿੱਚ ਪਏ ਹੋਏ ਸੀ, ਇਹਨਾਂ ਨੂੰ ਨਿਕਲ ਕੇ ਸਾਡੇ ਟੀਮ ਨਾਲ ਜੁੜੇ ਹੋਏ ਆ, ਸਾਰਿਆਂ ਨੇ ਅਸੀਂ ਇਹ ਡਿਸਕਸ਼ਨ ਕੀਤੀ ਤੇ ਫਿਰ ਮੈਂ ਸਟੂਡੈਂਟ ਨੂੰ ਸਮਝਾਇਆ। ਮੈਂ ਕਿਹਾ ਚਲੋ ਜੀ, ਜੋ ਕੁਛ ਅਸੀਂ ਤੁਹਾਨੂੰ ਦੱਸਣਾ ਸੀ ਅਸੀਂ ਬਹੁਤ ਦੱਸ ਚੁੱਕੇ ਹਾਂ, ਤੁਸੀਂ ਹੁਣ ਉੱਠ ਕੇ ਅਸੀਂ ਤੁਹਾਨੂੰ ਮਾਈਕਰੋਫੋਨ ਫੜਾਉਂਦੇ ਹਾਂ, ਸਾਨੂੰ ਦੱਸੋ ਕਿ ਕਿਹੜੀ ਸਮੱਸਿਆ ਤੁਹਾਨੂੰ ਬਾਦਰ ਕਰ ਰਹੀ ਹੈ, ਰਾਈਟ। ਤੁਸੀਂ ਹਮੇਸ਼ਾ ਹੀ ਤੁਸੀਂ ਇਸ ਸਿਸਟਮ ਦੇ ਵਿੱਚ ਪਲੇ ਹੋਏ ਆ ਕਿ ਜਿੱਥੇ ਅਡਲਟ ਹਮੇਸ਼ਾ ਹੀ ਤੁਹਾਨੂੰ ਦੱਸਦਾ ਹੁੰਦਾ ਆ ਕਿ ਤੁਸੀਂ ਆਹ ਚੰਗੇ ਕੰਮ ਕਰੋ, ਰਾਈਟ, ਪੁੱਠੇ ਕੰਮਾਂ ਕੋਲੋਂ ਦੂਰ ਰਹੋ, ਡਰੱਗਸ ਕੋਲੋਂ ਦੂਰ ਰਹੋ। ਦੈਟਸ ਕਾਮਨ ਸੈਂਸ, ਰਾਈਟ। ਅਸੀਂ ਤੁਹਾਨੂੰ ਕਾਮਨ ਸੈਂਸ ਗੱਲਾਂ ਸੁਣਾਈ ਜਾਂਦੇ ਆ, ਪਰ ਤੁਸੀਂ ਇੱਥੋਂ ਸੁਣ ਕੇ ਨਿਕਲ ਕੇ ਤੇ ਯੂ ਗਾਇਜ਼ ਕੈਨ ਗੋ ਬੈਕ ਟੂ ਯੂਰ ਓਲਡ ਹੈਬਿਟਸ। ਬਲਕਿ ਜਿਹੜੇ ਦੁੱਖ ਤੁਹਾਨੂੰ ਆ ਸਾਨੂੰ ਸਮਝਾਓ, ਸਾਨੂੰ ਵੀ ਪਤਾ ਲੱਗੇ ਕਿ ਅਸੀਂ ਉਸ ਦੁੱਖਾਂ ਦੇ ਹਿਸਾਬ ਦੇ ਨਾਲ ਅਸੀਂ ਵੱਖਰੇ ਟੈਕਟਿਕਸ ਤੇ ਸਟ੍ਰੈਟਜੀ ਤੇ ਪ੍ਰੋਗਰਾਮ ਤੁਹਾਡੇ ਵਾਸਤੇ ਤਿਆਰ ਕਰੀਏ ਜਿੱਥੇ ਤੱਕ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। ਤੁਸੀਂ ਯਕੀਨ ਹੀ ਨਹੀਂ ਕਰ ਸਕਦੇ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ। ਮਾਈਕਰੋਫੋਨ ਮੈਂ 2-3 ਕਰਾਊਡ ਦੇ ਵਿੱਚ ਫੜਾਤੇ ਤੇ ਇੱਕ ਦੂਜੇ ਨੂੰ ਹੈਂਡ ਕਰਨ ਲੱਗ ਪਏ, ਪਰ ਨਾਲੋਂ ਨਾਲ ਹੀ ਸਾਨੂੰ ਆਪਣੀ ਸਮੱਸਿਆ ਬਾਰੇ ਵੀ ਦੱਸਣ ਲੱਗ ਪਏ ਤੇ ਉੱਠ ਕੇ ਸ਼ਰੇਆਮ ਸਾਰਿਆਂ ਦੇ ਸਾਹਮਣੇ 300 ਬੱਚਿਆਂ ਦੇ ਵਿੱਚ ਹਰੇਕ ਸਟੂਡੈਂਟ ਨੇ ਕਿਹਾ ਸਾਨੂੰ ਬੁਲਿੰਗ ਇਸ਼ੂ ਹੈ ਸਕੂਲ ਦੇ ਵਿੱਚ। ਕਹਿੰਦੇ ਬੁਲਿੰਗ ਕੋਲੋਂ ਮੈਂਟਲ ਹੈਲਥ ਪ੍ਰੋਬਲਮ ਆਉਂਦੀਆਂ ਹਨ ਕਿਉਂਕਿ ਸਾਨੂੰ ਐਂਗਜ਼ਾਇਟੀ ਹੋ ਜਾਂਦੀ, ਡਿਪਰੈਸ਼ਨ ਹੋ ਜਾਂਦੀ ਹੈ। ਡਿਪਰੈਸ਼ਨ ਤੇ ਐਂਗਜ਼ਾਇਟੀ ਕੋਲੋਂ ਸਾਨੂੰ ਫਿਰ ਸੁਸਾਈਡ ਥਾਟ ਹੋਣ ਲੱਗ ਪੈਂਦੇ। ਬੱਚਿਆਂ ਨੇ ਆਪਣੇ ਸੁਸਾਈਡ ਥਾਟਸ ਬਾਰੇ ਗੱਲਾਂ ਕੀਤੀਆਂ, ਬੁਲਿੰਗ ਬਾਰੇ ਗੱਲ ਕੀਤੀ, ਰੇਸਿਜ਼ਮ ਬਾਰੇ ਗੱਲ ਕੀਤੀ ਹੈ। ਇਹ ਸਾਰੇ ਵੱਡੇ ਮੁੱਦੇ ਬੱਚਿਆਂ ਨੂੰ ਇੰਪੈਕਟ ਰੋਜ਼ ਕਰ ਰਹੇ ਆਪਣੇ ਸਕੂਲ ਸਿਸਟਮ ਦੇ ਵਿੱਚ। ਜਿਹੜੀ ਮੈਂਟਲ ਹੈਲਥ ਦੀ ਤੁਸੀਂ ਗੱਲ ਕਰਦੇ ਹੋ, ਹੁਣ ਸੋਚ ਕੇ ਦੇਖੋ ਜਿਸ ਸਮੇਂ ਤੁਸੀਂ ਜਿਹੜੀ ਜਨਰੇਸ਼ਨ ਵਿੱਚ ਤੁਸੀਂ ਗਰੋ ਅਪ ਹੋਏ ਆ ਜਾਂ ਮੈਂ ਹੋਇਆ ਆ, ਉਸ ਸਮੇਂ ਦੇ ਵਿੱਚ ਸੈੱਲ ਫੋਨਸ, ਲੈਪਟਾਪਸ, ਆਈਪੋਡਸ। ਔਰ ਮੈਂ ਕੈਨੇਡਾ ਜਦੋਂ ਆਈ ਸੀ, ਮੇਰੇ ਦਿਮਾਗ 'ਚ ਕੈਨੇਡਾ ਦੀ ਤਸਵੀਰ ਕੁਝ ਹੋਰ ਸੀਗੀ ਤੇ ਜਦੋਂ ਮੈਂ ਇੱਥੇ ਆ ਕੇ ਕਈ ਚੀਜ਼ਾਂ ਦੇਖੀਆਂ, ਮੈਂ ਦੇਖਿਆ ਇੱਕ 3-3, 4-4 ਸਾਲ ਦਾ ਬੱਚਾ ਉਹ ਵੀ ਖਾਮੋਸ਼ ਬੈਠਾ ਤੇ ਮੈਂ ਪੁੱਛ ਰਹੀ ਹਾਂ ਉਹਨਾਂ ਨੂੰ ਵੀ ਖੇਲ ਕਿਉਂ ਨਹੀਂ ਰਹੇ। ਐਂਜ਼ਾਇਟੀ, ਮਤਲਬ ਡਿਪਰੈਸ਼ਨ, ਐਂਜ਼ਾਇਟੀ। ਔਰ ਮੈਂ ਸੋਚ ਰਹੀ ਸੀ ਵਰਡ ਕਿੱਥੋਂ ਆ ਗਏ, ਸਾਡੇ ਟਾਈਮ 'ਚ ਕਿਉਂ ਨਹੀਂ ਸੀਗੇ। ਮਤਲਬ ਇਹ ਅੱਜ ਇੰਨੇ ਸਾਰੇ ਵਰਡ ਮੈਂ ਸੁਣ ਰਹੀ ਨਾ, ਪਿੱਛੇ ਰੀਜ਼ਨ ਕੀ। ਔਰ ਸਾਡੀ ਵੀ ਕੋਸ਼ਿਸ਼ ਰਹਿੰਦੀ ਜਦੋਂ ਅਸੀਂ ਸ਼ੋਅ ਕਰਨੇ ਆ ਤਾਂ ਅਸੀਂ ਵੀ ਹਰ ਪਰਸਨ ਨਾਲ ਜਿੰਨੇ ਅਸੀਂ ਲੋਕਾਂ ਨੂੰ ਮਿਲਾਂਗੇ ਜੁਲਾਂਗੇ, ਕਮਿਊਨਿਟੀ ਨੂੰ ਜਾਣਾਂਗੇ, ਸਾਨੂੰ ਵੀ ਉਹਨਾਂ ਬਾਰੇ ਤਾਂ ਹੀ ਪਤਾ ਚੱਲੂਗਾ ਵੀ ਇਹ ਕੀ ਚੱਕਰ ਹੈ। ਔਰ ਵੀ ਬੜੀ ਸਟ੍ਰੇਂਜ ਗੱਲ ਸੀਗੀ ਕਿ ਇੱਕ 4 ਸਾਲ ਦਾ ਬੱਚਾ ਜਿਹੜਾ ਉਹ ਖੇਲ ਨਹੀਂ ਰਿਹਾ ਜਸਟ ਬਿਕਾਜ਼ ਆਫ ਐਂਜ਼ਾਇਟੀ। ਉਹਦੇ ਅੰਦਰ ਇੱਕ ਅਲੱਗ ਤਰ੍ਹਾਂ ਦੀ ਐਂਜ਼ਾਇਟੀ, ਉਹ ਕਿਸੇ ਨਾਲ ਗੱਲ ਕਰਨਾ ਪਸੰਦ ਨਹੀਂ ਕਰ ਰਿਹਾ, ਕਿਸੇ ਨਾਲ ਖੇਲਣਾ ਨਹੀਂ। ਔਰ ਸੋਚੋ ਜਦੋਂ ਜਦੋਂ ਉਹਦੀ ਉਮਰ ਵਧਣੀ ਹੈ, ਉਹਨੇ ਵੱਡਾ ਹੋਣਾ ਤੇ ਉਹ ਐਂਜ਼ਾਇਟੀ ਉਹਦੇ ਨਾਲ ਨਾਲ ਓਡੀ ਵੱਡੀ ਹੋਈ ਜਾਣੀ ਹੈ। ਬਿਲਕੁਲ 100%। ਔਰ ਉਹਦਾ ਐਂਡ ਕਿੱਥੇ ਜਾ ਕੇ ਹੋਣਾ ਇਹ ਅਸੀਂ ਸਾਰੇ ਕੁਝ ਨਹੀਂ ਕਿਉਂਕਿ ਅੰਦਾਜ਼ਾ ਲਗਾ ਸਕਦੇ। ਐਬਸੋਲੂਟਲੀ ਸ਼ਰੀ। ਪ੍ਰੋਬਲਮ ਇਹ ਹੈ ਕਿ ਹੁਣ ਮੈਨੂੰ ਇੰਨੇ ਮਾਪਿਆਂ ਦੀ ਫੋਨ ਕਾਲ ਆਉਂਦੇ ਆ, ਤੁਸੀਂ ਮੇਰਾ ਯਕੀਨ ਕਰੋ, ਮੈਂ ਤੁਹਾਨੂੰ ਸੱਚ ਕਹਿ ਰਿਹਾ, ਹਰੇਕ ਹਫ਼ਤੇ ਮੈਨੂੰ ਤਕਰੀਬਨ 4-5 ਫੋਨ ਕਾਲ ਮਾਪਿਆਂ ਦੇ ਆਉਂਦੇ ਆ, ਪਰ ਵੱਖਰੇ ਸਿਚੁਏਸ਼ਨਸ ਬਾਰੇ। ਕਹਿੰਦਾ ਮਤਲਬ ਕਿ ਕਿਸੇ ਨੂੰ ਕੋਈ ਡਰੱਗ ਦੀ ਗੈਂਗਸ ਦੀ ਇਸ਼ੂ ਆ, ਕਿਸੇ ਨੂੰ ਕੋਈ ਬੁਲਿੰਗ ਦੀ ਇਸ਼ੂ ਆ, ਕਿਸੇ ਨੂੰ ਕੋਈ ਮੈਂਟਲ ਹੈਲਥ ਇਸ਼ੂ ਆ। ਪਰ ਕੰਸਿਸਟੈਂਟਲੀ ਮੈਂ ਇਹ ਦੇਖਿਆ ਹੈ ਕਿ ਜਿਹੜੀ ਸਾਰੀ ਜਿਹੜੀ ਮੇਜਰ ਸਮੱਸਿਆ ਆ, ਇਹਦੀ ਜਿਹੜੀ ਅੰਡਰਲਾਈਂਗ ਰੂਟ ਕਾਜ਼ ਆ, ਇਟਸ ਮੈਂਟਲ ਹੈਲਥ, ਰਾਈਟ। ਮੈਂਟਲ ਹੈਲਥ ਆਪਾਂ ਇਸ ਕਮਿਊਨਿਟੀ ਦੇ ਵਿੱਚ ਹੁਣ ਜਾ ਕੇ ਸਮਝਣ ਲੱਗੇ ਹਾਂ ਜਦ ਪਾਣੀ ਸਿਰ ਦਿੱਤੇ ਹੁੰਦੇ ਲੱਗ ਗਿਆ। ਪਰ ਪਹਿਲੋਂ ਇਹ ਕਹਿੰਦੇ ਸੀ ਕਿ ਚਲੋ ਕੋਈ ਗੱਲ ਨਹੀਂ, ਇਟਸ ਅ ਫੇਜ਼, ਰਾਈਟ, ਕਿ ਆਪਣੇ ਆਪ ਹੀ ਬੱਚਾ ਆਊਟਗਰੋ ਹੋ ਜਾਊਗਾ। ਪਰ ਇਹ ਮਾਪੇ ਇਹ ਨਹੀਂ ਰੀਅਲਾਈਜ਼ ਕਰ ਰਹੇ ਆ ਕਿ ਇਹ ਜਿਹੜੀ ਮੇਜਰ ਇਸ਼ੂਜ਼ ਆ, ਜਿੱਦਾਂ ਹੁਣ ਤੁਸੀਂ ਸਮਝਾ ਕੇ ਹਟੇ ਆ ਕਿ ਛੋਟੇ ਹੁੰਦੇ ਜਦ ਤੁਹਾਨੂੰ ਇਹ ਡਿਪਰੈਸ਼ਨ ਹੋ ਜਾਂਦੀ ਹੈ ਜਾਂ ਐਂਗਜ਼ਾਇਟੀ ਹੋ ਜਾਂਦੀ ਆ, ਉੱਥੋਂ ਗਰੋ ਹੁੰਦੀ ਕਿਸੇ ਨਾ ਕਿਸੇ ਪੁਆਇੰਟ ਤੇ ਇਟ ਬਿਕਮਸ, ਕਿਉਂਕਿ ਪੂਰਾ ਪਰਿਵਾਰ ਬਿਜ਼ੀ ਹੈ, ਕੰਮਕਾਰ ਕਰਨੇ ਜ਼ਰੂਰੀ, ਪੈਸਾ ਕਮਾਉਣਾ ਜ਼ਰੂਰੀ, ਖਰਚੇ ਪੂਰੇ ਕਰਨੇ ਆ, ਤਾਂ ਉਹ 4 ਸਾਲ ਦੇ ਬੱਚੇ ਵੱਲ ਧਿਆਨ ਦੇਣ ਦਾ ਸਮਾਂ ਨਹੀਂ ਹੈਗਾ ਕਿ ਉਹਦੇ ਕੋਲ ਬੈਠ ਕੇ ਉਹਦੀ ਐਂਜ਼ਾਇਟੀ ਦੂਰ ਕਰੀਏ ਜਾਂ ਕੱਢੀਏ, ਕਿਉਂਕਿ ਉਹਨੂੰ ਫਿਰ ਡੇ ਕੇਅਰ ਛੱਡ ਕੇ ਆਉਣਾ, ਸਕੂਲ ਛੱਡ ਆਉਣਾ, ਉੱਥੇ ਉਹਦੀ ਐਂਜ਼ਾਇਟੀ ਦੂਰ ਹੋ ਜਾਏਗੀ। ਇਹ ਚੀਜ਼ ਹੱਲ ਨਹੀਂ ਹੈ। ਕੱਲ ਤੁਸੀਂ ਜਦੋਂ ਕਮਿਊਨਿਟੀ ਦੇ ਵਿੱਚ ਵਿਚਰਦੇ ਹੋ, ਬਹੁਤ ਸਾਰੇ ਲੋਕਾਂ ਦੇ ਨਾਲ ਤੁਸੀਂ ਮਿਲਦੇ ਹੋ, ਤੁਹਾਡੇ ਕੋਲ ਬਹੁਤ ਸਾਰੇ ਕੇਸਿਸ ਦੀਆਂ ਐਗਜ਼ਾਮਪਲ ਹੈਗੀਆਂ ਨੇ, ਤੁਹਾਨੂੰ ਕੀ ਰਿਵਿਊ ਕਰਨ ਨੂੰ ਮਿਲਦਾ ਹੈ? ਆਪਣੇ ਤੌਰ ਦੇ ਉੱਤੇ ਲੱਗਦਾ ਵੀ ਇੱਕ ਸਮਾਂ ਉਹ ਸੀ ਜਿਹੜਾ ਪਹਿਲਾਂ ਦਾ, ਹੁਣ ਜਨਰੇਸ਼ਨ ਚੇਂਜ ਹੋ ਰਹੀ ਹੈ, ਲੋਕ ਬਦਲ ਰਹੇ ਨੇ, ਮੁੱਦੇ ਬਦਲ ਚੁੱਕੇ ਨੇ, ਮਾਹੌਲ ਬਦਲ ਰਿਹਾ। ਹੁਣ ਕੀ ਲੱਗਦਾ ਹੈ ਕਿਤੇ ਨਾ ਕਿਤੇ ਅਵੇਅਰਨੈਸ ਜਿਹੜੀ ਹੈ ਉਹ ਘਰ ਘਰ ਤੱਕ ਜਾ ਰਹੀ ਹੈ, ਜਾਂ ਜੋ ਦੌਰ ਪਿਛਲੇ ਅਸੀਂ 20 ਸਾਲ ਪਹਿਲਾਂ ਦੇਖਦੇ ਪਏ ਸੀ ਉਹੀ ਅੱਜ ਵੀ ਦੌਰ ਜਾਰੀ ਹੈ, ਉਹੀ ਪੈਰੈਂਟਸ ਦਾ ਮਨ ਉੱਦਾਂ ਹੀ ਚੱਲਦਾ, ਉੱਦਾਂ ਹੀ ਉਹ ਇਮੋਸ਼ਨਲ ਨੇ ਆਪਣੇ ਬੱਚਿਆਂ ਨੂੰ ਲੈ ਕੇ? ਦੇਖ ਸ਼ਰੀ, ਸਭ ਤੋਂ ਵੱਡੀ ਗੱਲ ਹੈ ਵੀ ਨੀਡ ਟੂ ਇਵੋਲਵ। by evolve what I'm saying is ਕਿ ਜਿਹੜੀ ਪੁਰਾਣੀ ਸੋਚ ਆਪਾਂ ਪਿੰਡਾਂ ਦੇ ਵਿੱਚੋਂ ਉੱਠ ਕੇ ਇੱਥੇ ਲੈ ਕੇ ਆਏ ਆ, ਉਹਨੂੰ ਚੇਂਜ ਕਰਨ ਨੂੰ ਆਪਾਂ ਲੋੜ ਆ, ਕਿਉਂਕਿ ਆਪਾਂ ਸਟਕ ਆ।
we're stuck ਇਦਾਂ ਆ ਕਿ ਸਿਰਫ ਜਿੱਦਾਂ ਹੁਣ ਤੁਸੀਂ ਸਮਝਾ ਕੇ ਹਟੇ ਪੈਸੇ ਦੀ ਦੌੜ ਵਿੱਚ ਪਏ ਹੋਏ ਆ ਜਾਂ ਆਪਾਂ ਨੂੰ ਜਿਹੜੇ ਪੁਰਾਣੇ ਅਸੂਲ ਪੁਰਾਣੀ ਸੋਚ ਆਪਾਂ ਨੂੰ ਦਿੱਤੀ ਗਈ ਆ ਆਪਾਂ ਉਹਦੇ ਮੁਤਾਬਿਕ ਆਪਾਂ ਸਿਚੁਏਸ਼ਨ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਫੋਰ ਐਗਜ਼ਾਮਪਲ ਜਿਸ ਤਰ੍ਹਾਂ ਆਪਾਂ ਨੂੰ ਆਪਣੇ ਮਾਪੇ ਡਰਾਵਾ ਦਿੰਦੇ ਹੁੰਦੇ ਸੀ ਕਿ ਜੇ ਸਾਨੂੰ ਤੇਰੇ ਬਾਰੇ ਕੁਝ ਪਤਾ ਲੱਗਾ ਸੀ ਤੇਰੀ ਛਿੱਲ ਲਾ ਦੇਣੀ ਲਾਈਕ ਦੀ ਇੰਟੀਮੀਡੇਸ਼ਨ ਫੈਕਟਰ ਇਹ ਗੱਲਾਂ ਨਹੀਂ ਹੋਰ ਕੰਮ ਕਰਦੀਆਂ ਰਾਈਟ ਤੁਹਾਨੂੰ ਬੱਚਿਆਂ ਨਾਲ ਕਮਿਊਨੀਕੇਸ਼ਨ ਲਾਈਨ ਬਣਾਉਣ ਦੀ ਲੋੜ ਆ ਬੱਚਿਆਂ ਨਾਲ ਗੱਲ ਕਰਨ ਦੀ ਲੋੜ ਆ ਇਹ ਨਹੀਂ ਕਿ ਬੱਚੇ ਨੂੰ ਤੁਸੀਂ ਡਰਾ ਕੇ ਤੇ ਬੱਚਾ ਹੰਬ ਜਾਏ ਤੇ ਜੇ ਬੱਚਾ ਸਹਿਮ ਗਿਆ ਤੇ ਬੱਚੇ ਨੇ ਉਹ ਗੱਲ ਆਪਣੇ ਅੰਦਰ ਲੁਕੋ ਲੈਣੀ ਆ ਤੇ ਬੱਚੇ ਨੇ ਸ਼ੇਅਰ ਨਹੀਂ ਕਰਨੀ ਜੇ ਬੱਚੇ ਨੇ ਸ਼ੇਅਰ ਨਹੀਂ ਕਰਨੀ ਇਟ ਬਿਕਮਸ ਅ ਬਿਗਰ ਪ੍ਰੋਬਲਮ ਹੁਣ ਫੋਰ ਐਗਜ਼ਾਮਪਲ ਜੇ ਹੁਣ ਬੱਚਾ ਮੇਰੇ ਕੋਲ ਬੈਠਾ ਹੈ ਮੇਰੀ ਲੜਕੀ ਮੇਰੇ ਕੋਲ ਬੈਠੀ ਆ 11-12 ਸਾਲ ਦੀ ਆ ਆਪਣੇ ਕੰਪਿਊਟਰ ਤੇ ਕੰਮ ਕਰ ਰਹੀ ਆ ਫਰਜ਼ ਕਿਹਦਾ ਆ ਮੇਕ ਸ਼ੋਰ ਕਰਨ ਲਈ ਕਿ ਮੇਰਾ ਬੱਚਾ ਕੰਪਿਊਟਰ ਤੇ ਕੀ ਕਰ ਰਿਹਾ ਇਟਸ ਮਾਈ ਰਿਸਪੌਂਸਿਬਿਲਿਟੀ ਹੁਣ ਮੋਸਟਲੀ ਜੇ 90% ਘਰਾਂ ਦੇ ਵਿੱਚ ਆਪਾਂ ਜਾ ਕੇ ਦੇਖਦੇ ਆ ਬੱਚਾ ਉੱਤੇ ਖੁੰਝੇ ਬੈਠਾ ਹੁੰਦਾ ਆ ਮਾਪਾ ਇੱਥੇ ਬੈਠਾ ਹੁੰਦਾ ਆ ਆਪਾਂ ਟੀਵੀ ਦੇਖਦੇ ਹੁੰਦੇ ਆ ਬੱਚਾ ਆਪਣੇ ਕੰਪਿਊਟਰ ਤੇ ਲੱਗਾ ਹੁੰਦਾ ਆਪਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਬੱਚੇ ਨਾਲ ਸਾਈਬਰ ਬੁਲਿੰਗ ਹੋ ਰਹੀ ਆ ਬੱਚਾ ਹੁਣ ਵੱਖਰੇ ਪੋਸਟ ਪੜ੍ਹ ਰਿਹਾ ਹੈ ਕਿ ਬਾਕੀ ਸਟੂਡੈਂਟ ਇਹਦੇ ਬਾਰੇ ਕੀ ਲਿਖ ਰਹੇ ਆ ਡਿਪਰੈਸ਼ਨ ਵੱਧ ਜਾਂਦੀ ਹੈ ਤੇ ਡਿਪਰੈਸ਼ਨ ਕੋਲ ਫਿਰ ਸੁਸਾਈਡ ਹੋ ਜਾਂਦੀ ਹੈ ਰਾਈਟ ਇਹ ਗੱਲਾਂ ਹਕੀਕਤ ਆ ਸੱਚਾਈ ਆ ਆਪਣੇ ਸੋਸਾਇਟੀ ਦੀਆਂ ਤੇ ਆਪਾਂ ਨੂੰ ਇਹ ਗੱਲਾਂ ਅੰਡਰਸਟੈਂਡ ਕਰਨ ਦੀ ਲੋੜ ਆ ਕਿਉਂਕਿ ਕੰਪਿਊਟਰ ਉੱਤੇ ਹੋਰ ਬਹੁਤ ਵੀ ਕੁਝ ਹੋ ਰਿਹਾ ਹੈ ਰਾਈਟ ਕਿ ਡਰੱਗ ਡੀਲਸ ਹੋ ਰਹੇ ਆ ਕੰਪਿਊਟਰ ਤੇ ਹੁਣ ਤੁਸੀਂ ਯਕੀਨ ਨਹੀਂ ਕਰ ਸਕਦੇ ਐਸ਼ੀ ਯਕੀਨ ਤਾਂ ਤੁਹਾਨੂੰ ਹੁਣ ਕਰਨਾ ਹੀ ਪੈਣਾ ਆ ਐਸੀ ਸਾਲ ਇੱਕ 14 ਸਾਲ ਦਾ ਮੁੰਡਾ ਮਾਰਿਆ ਗਿਆ ਡਰੱਗ ਟ੍ਰੇਡ ਦੇ ਵਿੱਚ ਐਸੀ ਸਾਲ ਰਾਈਟ ਉਹ ਬੱਚੇ ਨੇ ਤੁਸੀਂ ਦੇਖ ਲਓ ਡਰੱਗ ਵੇਚਦਾ ਸੀ ਬਰਨਬੀ ਦੇ ਵਿੱਚ ਉਹਨੂੰ ਫੋਨ ਕਾਲ ਆਈ ਕਹਿੰਦੇ ਕਿ ਸਾਨੂੰ ਸਰੀ ਦੇ ਵਿੱਚ ਇੱਕ ਡਿਲੀਵਰੀ ਚਾਹੀਦੀ ਆ ਇੱਕ 14 ਸਾਲ ਦੇ ਬੱਚੇ ਨੇ ਟੈਕਸੀ ਕੀਤੀ ਟੈਕਸੀ ਦੇ ਵਿੱਚ ਆਇਆ ਇੱਥੇ ਸਰੀ ਇੱਥੇ ਡਰੱਗ ਵੇਚਣ ਆਇਆ ਸੀ ਉਹਨਾਂ ਨੇ ਬਾਕੀ ਦੂਜੀ ਗੈਂਗ ਨੇ ਇਹਨੂੰ ਸੈਟਅਪ ਕੀਤਾ ਹੋਇਆ ਸੀ ਕਿ ਜਦ ਉਸ ਐਡਰੈਸ ਤੇ ਪਹੁੰਚਿਆ ਤੇ ਉਹਨਾਂ ਨੇ ਗੋਲੀਆਂ ਨਾਲ ਉਡਾਤਾ ਇੱਕ 14 ਸਾਲ ਦੇ ਬੱਚੇ ਰਾਈਟ ਕਹਿਣ ਦਾ ਮਤਲਬ ਇਹ ਆ ਕਿ ਕਿਡਸ ਆਰ ਗੈਟਿੰਗ ਯੰਗਰ ਐਂਡ ਯੰਗਰ ਕਿ ਜਿਹੜੇ ਡਰੱਗ ਡੀਲਰ ਆ ਤੇ ਗੈਂਗਸਟਰ ਆ ਉਹ ਛੋਟੀ ਏਜ ਤੋਂ ਹੀ ਉਹਨਾਂ ਨੂੰ ਚੁਣ ਲੈਂਦੇ ਆ ਕਿ ਕਿਹੜੇ ਬੱਚੇ ਨੇ ਸਾਡੀ ਗੈਂਗ ਦੇ ਵਿੱਚ ਫਿੱਟ ਹੋਣਾ ਹੈ ਤੇ ਕਿਹੜੇ ਪੁਆਇੰਟ ਲੱਭ ਰਹੇ ਆ ਕਿ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਰਾਈਟ ਕਿ ਜੇ ਘਰ ਬੱਚੇ ਦੇ ਘਰ ਡਿਸਫੰਕਸ਼ਨ ਹੋ ਰਹੀ ਆ ਬੱਚੇ ਨੂੰ ਅਕਸਰ ਕੋਈ ਨਾ ਕੋਈ ਸਮੱਸਿਆ ਹੋਣੀ ਪ੍ਰੋਬਲਮ ਹੋਣੀ ਆ ਤੇ ਬੱਚੇ ਨੇ ਆਪਣੀਆਂ ਕਲਾਸਾਂ ਸਕਿਪ ਕਰਨੀਆਂ ਆ ਜੇ ਬੱਚੇ ਨਾਲ ਬੁਲਿੰਗ ਹੋ ਰਹੀ ਆ ਬਹੁਤ ਗੈਂਗਸਟਰ ਆ ਜਿਹੜੇ ਮੈਂ ਜਾਣਦਾ ਜਿਹਨਾਂ ਨੂੰ ਛੋਟੇ ਹੁੰਦੇ ਬੁਲਿੰਗ ਹੋਈ ਸੀ ਤੇ ਬੱਚੇ ਦੇ ਨਾਲ ਜਦ ਬੁਲਿੰਗ ਹੁੰਦੀ ਆ ਬੱਚਾ ਇਹ ਸਰਚ ਕਰਦਾ ਹੁੰਦਾ ਆ ਕਿ ਮੈਨੂੰ ਐਕਸੈਪਟੈਂਸ ਕਿੱਥੋਂ ਮਿਲੇ ਕਿ ਜਿਹੜੇ ਗੈਂਗ ਵਾਲੇ ਹੁੰਦੇ ਆ ਫਿਰ ਉਹ ਬੱਚੇ ਨੂੰ ਸਮਝਾਉਂਦੇ ਹੁੰਦੇ ਕਿ ਅਸੀਂ ਤੇਰੇ ਨਾਲ ਖੜੇ ਅਸੀਂ ਤੇਰੀ ਫੈਮਿਲੀ ਆ ਅਸੀਂ ਤੇਰੀ ਬ੍ਰਦਰਹੁੱਡ ਆ ਕਦੇ ਵੀ ਤੈਨਾਂ ਕਿਸੇ ਨੇ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਤੂੰ ਸਾਨੂੰ ਦੱਸ ਬਿਲਕੁਲ ਅਸੀਂ ਤੇਰੇ ਨਾਲ ਅਸੀਂ ਤੈਨੂੰ ਪ੍ਰੋਟੈਕਟ ਤੇਰਾ ਪਰਿਵਾਰ ਖੜੇ ਨਾ ਖੜੇ ਅਸੀਂ ਨਾਲ ਖੜੇ ਆ ਦੈਟਸ ਰਾਈਟ ਉਹ ਬੱਚੇ ਨੂੰ ਇਹ ਨਹੀਂ ਪਤਾ ਆਪਣੇ ਨਦਾਨਪੁਣੇ ਦੇ ਵਿੱਚ ਕਿ ਮੈਂ ਇਹ ਸਿਰਫ ਮੈਨੂੰ ਯੂਜ਼ ਕਰਨ ਲਈ ਇੱਥੇ ਖੜੇ ਆ ਦੈਟਸ ਇਟ ਕਿਉਂਕਿ ਇਹ ਬੱਚਿਆਂ ਨਾਲ ਕੀ ਹੁੰਦਾ ਆ ਇਹ ਗ੍ਰੇਡ 6 ਤੇ 7 ਕੋਲੋਂ ਸ਼ੁਰੂ ਹੋ ਜਾਂਦੇ ਆ ਗ੍ਰੇਡ 6 7 8 9 ਇਹਨਾਂ ਨੂੰ ਆਪਣੀ ਗੈਂਗ ਦੇ ਵਿੱਚ ਜਦ ਤੱਕ ਚੰਗੀ ਤਰ੍ਹਾਂ ਅੰਦਰ ਨਹੀਂ ਲੈ ਕੇ ਆ ਜਾਂਦੇ ਫਿਰ ਗ੍ਰੇਡ 9 ਤੇ 10 ਤੇ 11 ਕੋਲੋਂ ਇਹਨਾਂ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਇਹਨਾਂ ਨੂੰ ਇੱਕ ਗੱਡੀ ਦੇ ਵਿੱਚ ਬਿਠਾ ਲਿਆ ਜਾਂਦਾ ਹੈ ਇੱਕ ਹੋਰ ਮੈਂਬਰ ਦੇ ਨਾਲ ਤੇ ਫਿਰ ਇਹ ਬਾਹਰ ਜਾ ਕੇ ਤੇ ਇਹ ਡਾਇਲਰ ਡੋਪ ਕਰਦੇ ਆ ਡਾਇਲਰ ਡੋਪ ਹੁੰਦੀ ਆ ਕਿ ਇਹਨਾਂ ਨੂੰ ਫੋਨ ਫੜਾਈ ਜਾਂਦੇ ਆ ਫੋਨਾਂ ਦੇ ਵਿੱਚ ਲਿਸਟ ਬਣੀ ਹੁੰਦੀ ਆ ਕਿ ਕਿਹਨਾਂ ਨੂੰ ਡਰੱਗ ਡਿਲੀਵਰੀ ਕਰਨੀ ਆ ਜਦੋਂ ਉਹਨਾਂ ਦੇ ਫੋਨ ਆਏ ਉਹਨਾਂ ਨੇ ਤੁਹਾਨੂੰ ਅਮਾਉਂਟ ਦੱਸਣੀ ਆ ਤੁਸੀਂ ਉਹ ਜਾ ਕੇ ਅਮਾਉਂਟ ਇਹਨਾਂ ਨੂੰ ਫੜਾਉਣੀ ਆ ਤੇ ਉਹਨਾਂ ਤੋਂ ਪੈਸੇ ਲੈਣੇ ਆ ਇਟਸ ਕਾਲਡ ਡਾਇਲਰ ਡੋਪ ਇਹ ਜਿੱਦਾਂ ਇੱਕ ਸਕਿਪ ਦ ਡਿਸ਼ਸ ਨਹੀਂ ਇਹਨਾਂ ਨੇ ਡਿਲੀਵਰੀ ਕਰਨੀ ਹੁੰਦੀ ਉਸ ਡਰੱਗਸ ਦੀ ਤੇ ਜਿਹੜੇ ਮਾਪੇ ਦੇਖ ਰਹੇ ਆ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਉਹਨਾਂ ਦੀ ਸੋਚ ਕਿਸ ਤਰ੍ਹਾਂ ਦੀ ਹੈ ਜਿਹੜੇ ਡਰੱਗ ਡੀਲਰ ਆ ਇੱਕ ਪਾਰਟਿਕੂਲਰ ਇਨਸੀਡੈਂਟ ਬਾਰੇ ਮੈਂ ਤੁਹਾਨੂੰ ਗੱਲ ਦੱਸਦਾ ਜਿਹੜਾ ਸਾਡੇ ਨਾਲ ਇੱਕ ਡਰੱਗ ਡੀਲਰ ਅੱਜ ਜੁੜਿਆ ਹੋਇਆ ਆ ਉਸ ਲਾਈਫ ਸਟਾਈਲ ਦੇ ਵਿੱਚੋਂ ਕੱਢ ਕੇ ਤੇ ਅੱਜ ਸਾਡੇ ਨਾਲ ਪ੍ਰੈਜੈਂਟੇਸ਼ਨਾਂ ਕਰਦਾ ਉਹਨੇ ਆਪ ਹੀ ਸਟੋਰੀ ਦੱਸੀ ਕਹਿੰਦਾ ਇੱਕ ਯੰਗ ਮੁੰਡਾ ਅਸੀਂ ਇਸੇ ਤਰ੍ਹਾਂ ਆਪਣੀ ਗੈਂਗ ਦੇ ਵਿੱਚ ਲੈ ਕੇ ਆ ਗਏ ਕਿਉਂਕਿ ਉਹਨਾਂ ਨਾਲ ਕਾਫੀ ਬੁਲਿੰਗ ਹੋ ਰਹੀ ਸੀ ਆਪਾਂ ਉਹਨੂੰ ਚੁਣ ਕੇ ਤੇ ਹੌਲੀ ਉਹਨੂੰ ਗਰੂਮ ਕਰਕੇ ਤੇ ਅਸੀਂ ਅੰਦਰ ਲੈ ਕੇ ਆ ਗਏ ਆਪਣੀ ਗੈਂਗ ਤੇ ਜਦੋਂ ਚੰਗੀ ਤਰ੍ਹਾਂ ਡੁੱਬ ਗਿਆ ਤੇ ਪੈ ਗਿਆ ਸਾਡੇ ਗੈਂਗ ਦੇ ਵਿੱਚ ਫਿਰ ਅਸੀਂ ਪਹਿਲੇ 2-3 ਮਹੀਨੇ ਅਸੀਂ ਉਹਨੂੰ ਕੈਸ਼ ਦਿੱਤੀ ਜਿਹੜਾ ਉਹ ਕੰਮ ਕਰ ਰਿਹਾ ਸੀ ਡਾਇਲਰ ਡੁੱਬਤਾ ਅਸੀਂ ਉਹਨੂੰ ਕੈਸ਼ ਦਿੰਦੇ ਰਹੇ ਬੜਾ ਖੁਸ਼ ਸੀ ਅਸੀਂ ਹੁਣ ਇਹੀ ਸੋਚਿਆ ਕਿ ਅਸੀਂ ਇਹਨੂੰ ਇਹ ਪਰਮਨੈਂਟਲੀ ਕਿੱਦਾਂ ਰੱਖ ਸਕਦੇ ਹਾਂ ਸਾਡੀ ਗੈਂਗ ਦੇ ਵਿੱਚ ਕਿਉਂਕਿ ਕਿਸੇ ਨਾ ਕਿਸੇ ਪੁਆਇੰਟ ਤੇ ਜੇ ਬੱਚੇ ਨੂੰ ਸੋਝੀ ਆ ਗਈ ਕਿ ਮੈਂ ਯੂਜ਼ ਹੋ ਰਿਹਾ ਹਾਂ ਤੇ ਇਹਨੇ ਤਾਂ ਨਿਕਲਣ ਦੀ ਕੋਸ਼ਿਸ਼ ਕਰਦੀ ਰਾਈਟ ਇਹਨੂੰ ਕਿਸੇ ਤਰ੍ਹਾਂ ਖਿੱਚ ਕੇ ਰੱਖਣਾ ਪੈਣਾ ਆ ਇਹਦੇ ਗਲ ਦੇ ਆਲੇ ਦੁਆਲੇ ਲੀਸ਼ ਪਾਓ ਚੰਗੀ ਤਰ੍ਹਾਂ ਖਿੱਚ ਕੇ ਰੱਖੋ ਇਹ ਜਿਹੜਾ ਮੇਨ ਗੈਂਗਸਟਰ ਆ ਇਹਨੇ ਤੇ ਫਿਰ ਬੱਚੇ ਨੂੰ ਕਿਹਾ ਬੱਚਾ ਕਹਿੰਦਾ ਮਤਲਬ ਹੁਣ 16-17 ਸਾਲਾਂ ਦਾ ਕਿ ਮੈਂ ਤੈਨੂੰ 1 ਕਿਲੋਆਂ ਦੇ ਹਿਸਾਬ ਦੇ ਨਾਲ ਡਰੱਗ ਦਿੰਦਾ ਆ ਜੇ ਤੂੰ ਡਿਲੀਵਰ ਕਰ ਦੇਵੇਂ ਉਸ ਜਗ੍ਹਾ ਤੱਕ ਮੈਂ ਤੈਨੂੰ $10,000 ਕੈਸ਼ ਦਊਂਗਾ
ਬੱਚਾ ਕਹਿੰਦਾ $10,000 $10,000 ਕੈਸ਼, ਬਿਲਕੁਲ ਰਾਈਟ, ਐਟ 16-17 years old, ਕਿ ਇਹ ਤਾਂ ਪੈਸੇ ਮੇਰੇ ਕੋਲ ਸਾਰੀ ਉਮਰ ਮੁੱਕਣੇ ਨਹੀਂ, ਇਹ ਸੋਚ ਹੁੰਦੀ ਹੈ, ਰਾਈਟ, ਦਿਸ ਇਜ਼ ਗ੍ਰੇਟ। ਉਹ ਕਹਿੰਦਾ ਯੈਸ, ਨੋ ਪ੍ਰੋਬਲਮ। ਇਹ ਡਰੱਗ ਡੀਲਰ ਉਹਨੂੰ ਉਹ ਕਿਲੋ ਫੜਾ ਦਿੰਦਾ ਤੇ ਕਹਿੰਦਾ ਉੱਥੇ ਜਾ ਕੇ ਡਿਲੀਵਰ ਕਰਿਆ। ਬੱਚਾ ਲੈ ਜਾਂਦਾ ਹੈ। ਜਿਸ ਸਮੇਂ ਬੱਚਾ ਲੈ ਜਾਂਦੇ ਆ ਤੇ ਇਹੀ ਡਰੱਗ ਡੀਲਰ ਆਪਣੇ 2 ਹੋਰ ਮੈਂਬਰਾਂ ਨੂੰ ਫੋਨ ਕਰ ਦਿੰਦਾ ਜਿਹੜੇ ਸੀਨੀਅਰ ਮੈਂਬਰ ਆ ਦੀ ਗੈਂਗ ਦੇ। ਕਹਿੰਦਾ ਮਾਸਕ ਪਾ ਕੇ ਗਨ ਲੈ ਕੇ ਤੇ ਉਹਨੇ ਉਸ ਐਡਰੈਸ ਤੇ ਪਹੁੰਚਣਾ ਆ, ਉਹਨੂੰ ਉੱਥੇ ਜਾ ਕੇ ਤੁਸੀਂ ਰੌਬ ਕਰਨਾ ਹੈ ਤੇ ਰੌਬ ਕਰਕੇ ਤੇ ਉਹ ਕਿਲੋ ਮੇਰੇ ਕੋਲ ਵਾਪਸ ਲੈ ਕੇ ਆਉਣੇ। ਉੱਦਾਂ ਹੀ ਹੁੰਦੀ ਹੈ। ਇਹ ਜਿਹੜੇ 2 ਬਾਕੀ ਗੈਂਗਸਟਰ ਹੁੰਦੇ ਆ ਉੱਥੇ ਪਹੁੰਚਦੇ ਆ ਐਡਰੈਸ ਤੇ, ਮਾਸਕ ਪਾਏ ਹੁੰਦੇ ਆ, ਗਨ ਲੈ ਕੇ। ਜਦ ਉਹ ਨਿਆਣਾ ਉੱਥੇ ਪਹੁੰਚਦਾ ਆ ਤੇ ਗਨ ਲੈ ਕੇ ਉਹ ਬੱਚੇ ਨੂੰ ਰੌਬ ਕਰ ਲੈਂਦੇ ਆ ਤੇ ਜਿਹੜੇ ਉਹਨੂੰ ਡਰੱਗ ਫੜਾਏ ਹੁੰਦੇ ਆ ਤੇ ਉਹ ਵਾਪਸ ਲੈ ਲੈਂਦੇ ਆ, ਰਾਈਟ। ਉਹ ਬੱਚਾ ਵਾਪਸ ਆਉਂਦਾ ਆ ਤੇ ਬਾਸ ਉਹਨੂੰ ਪੁੱਛਦਾ, ਕਹਿੰਦਾ ਵੇਅਰ ਆਰ ਦ ਡਰੱਗਸ, ਵੇਅਰ ਇਜ਼ ਦ ਮਨੀ, ਰਾਈਟ। ਬੱਚਾ ਕਹਿੰਦਾ ਆਈ ਗਾਟ ਰੌਬਡ। ਮੈਨੂੰ ਹੁਣ ਕੀ ਪਤਾ ਸੀ ਕਿ ਮੋਰੇ ਬੰਦੇ ਖੜੇ ਹੋਣੇ ਆ, ਉਹਨਾਂ ਨੇ ਮੈਨੂੰ ਗਨ ਸ਼ੋ ਕਰਕੇ ਤੇ ਮੇਰੇ ਕੋਲ ਲੈ ਗਏ। ਤੇ ਜਿਹੜਾ ਬਾਸ ਹੈ ਉਹ ਕਹਿੰਦਾ ਦੈਟਸ ਨਾਟ ਮਾਈ ਪ੍ਰੋਬਲਮ, ਰਾਈਟ, ਮੈਂ ਤੈਨੂੰ ਇੱਕ ਡਿਊਟੀ ਸੌਂਪੀ ਹੋਈ ਸੀ, ਰਾਈਟ, ਨਹੀਂ ਤੇਰੇ ਕੋਲ ਕੰਮ ਪੂਰਾ ਹੋਇਆ, ਹੁਣ ਪੈਸੇ ਤਾਂ ਮੈਂ ਕਿਸੇ ਪਾਸਿਓਂ ਲੈਣੇ ਆ। ਉਹ ਡਰੱਗ ਦੀ ਵੈਲਿਊ ਤਕਰੀਬਨ ਲੱਖ ਸੀ ਤੇ ਮੈਂ ਤੇਰੇ ਸਿਰ 2 ਲੱਖ ਪਾਉਂਦਾ ਹਾਂ, ਰਾਈਟ। ਨਾਓ ਯੂ ਓ ਮੀ 200,000। ਸੋ ਜਿਹੜਾ ਅੱਜ ਤੋਂ ਬਾਅਦ ਡਰੱਗ ਮੇਰੇ ਵਾਸਤੇ ਡਿਲੀਵਰ ਕਰਨਾ ਹੈ, ਯੂ ਕੈਨ ਡੂ ਇਟ ਫॉर ਫ੍ਰੀ, ਜਸਟ ਐਸ ਸਿੰਪਲ। ਬਿਲਕੁਲ ਆ ਕੁਛ ਕਰਦੇ, ਬਿਲਕੁਲ ਇਟਸ ਅ ਟ੍ਰੈਪ। ਸੋ ਪਰ ਇਹ ਆਮ ਟੈਲਿੰਗ ਯੂ ਸ਼ੈਰੀ, ਜੋ ਕੁਛ ਆਪਣੇ ਕਮਿਊਨਿਟੀ ਦੇ ਵਿੱਚ ਹੋ ਰਿਹਾ ਹੈ, ਇਹ ਜਿੱਦਾਂ ਪਹਿਲੀ ਵੀ ਫੋਨ ਕਾਲ ਆਪਾਂ ਨੂੰ ਆਈ ਸੀ, ਇਹ ਗੱਲਾਂ ਨੂੰ ਆਪਾਂ ਨੂੰ ਐਡਰੈਸ ਕਰਨ ਦੀ ਲੋੜ ਆ। ਖੁੱਲੇ ਸ਼ਰੇਆਮ ਆਪਾਂ ਨੂੰ ਐਡਰੈਸ ਕਰਨੀਆਂ ਚਾਹੀਦੀਆਂ ਕਿਉਂਕਿ ਇਹ ਗੱਲਾਂ ਆਪਣੇ ਕਮਿਊਨਿਟੀ ਦੇ ਵਿੱਚ ਹੋ ਰਹੀਆਂ। ਬਿਲਕੁਲ। ਕਹਿੰਦੇ ਹੁਣ ਕੀ ਅਖੀਰ ਦੇ ਵਿੱਚ ਇਹਦਾ ਕੀ ਨਿਚੋੜ ਕੱਢਿਆ ਜਾਏ? ਕੋਈ ਹੱਲ ਹੈ ਜਿਹੜਾ ਤੁਹਾਨੂੰ ਵੀ ਲੱਗਦਾ ਵੀ ਇਹ ਕੱਢਣਾ ਚਾਹੀਦਾ ਹੈ? ਚਾਹੇ ਉਹ ਕਮਿਊਨਿਟੀਆਂ ਕਰਨ, ਚਾਹੇ ਸਰਕਾਰਾਂ ਕਰਨ ਮਿਲ ਕੇ, ਚਾਹੇ ਪੁਲਿਸ ਡਿਪਾਰਟਮੈਂਟ, ਸ਼ੁਰੂਆਤ ਤਾਂ ਕਰਨੀ ਪੈਣੀ ਹੈ ਇਸ ਚੀਜ਼ ਦੀ। ਸੋ ਕੀ ਹੋ ਸਕਦਾ ਜਿਹਦੇ ਨਾਲ ਇਹ ਸਾਰੀਆਂ ਲਾਹਨਤਾਂ ਜਿਨ੍ਹਾਂ ਦਾ ਵੀ ਆਪਾਂ ਜ਼ਿਕਰ ਕਰ ਰਹੇ ਹਾਂ ਹੁਣ, ਇਹਨਾਂ ਤੋਂ ਛੁਟਕਾਰਾ ਮਿਲ ਸਕੇ? ਦੇਖੋ ਸ਼ੈਰੀ, ਹੁਣ ਜਦ ਪਹਿਲੀ ਫੋਨ ਕਾਲ ਵੀ ਆਈ ਸੀ, ਉਹ ਕਹਿੰਦਾ ਆ ਕਿ ਆਪ ਹੀ ਉਹਨਾਂ ਨੇ ਕਹਿੰਦਾ ਕਿ ਮੈਂ ਇਸ ਮੁੱਦੇ ਤੇ ਮੈਂ 4-5 ਘੰਟੇ ਗੱਲ ਕਰ ਸਕਦਾ। ਬਿਲਕੁਲ। ਸੋ ਕਹਿਣ ਦਾ ਭਾਵ ਕਿ ਇਹ ਤੁਸੀਂ ਇੱਕ ਬੱਚੇ ਨੂੰ ਬਚਾਉਂਦੇ ਆ, 10 ਹੋਰ ਖੜੇ ਆ ਇਸ ਲਾਈਨ ਦੇ ਵਿੱਚ ਪੈਣ ਲਈ, ਇਹ ਤਾਂ ਕੰਮ ਕਦੇ ਐਂਡ ਨਹੀਂ ਹੋਣਾ। ਸੋ ਆਪਾਂ ਨੂੰ ਕੀ ਕਰਨਾ ਚਾਹੀਦਾ? ਆਈ ਮੀਨ ਹੁਣ ਕਿੰਨੇ ਕੇਸ ਪੁਲਿਸ ਸੋਲਵ ਕਰ ਲੂਗੀ, ਕਿੰਨਾ ਕੁਛ ਆਪਣੇ ਗਵਰਨਮੈਂਟ ਕਰ ਲੋਗੇ? ਸੋ ਰਿਸਪੌਂਸਿਬਿਲਿਟੀ ਕਿੱਥੇ ਤੱਕ ਹੋਦੀ ਆ? ਇੱਥੇ ਤੱਕ ਹੋਦੀ ਆ ਕਿ ਆਪਾਂ ਜਿਹੜੀ ਯੰਗ ਜਨਰੇਸ਼ਨ ਆ, ਆਪਾਂ ਯੰਗ ਜਨਰੇਸ਼ਨ ਦੇ ਆਲੇ ਦੁਆਲੇ ਇੱਕ ਵਿੱਦਿਆ ਦੀ ਚਾਦਰ ਪਾਈਏ ਕਿ ਉਹਨਾਂ ਨੂੰ ਆਪਾਂ ਚੰਗੇ ਸੂਹ ਸਿਖਾਈਏ ਕਿ ਉਸ ਲਾਈਨ ਦੇ ਵਿੱਚ ਪਏ ਨਾ, ਰਾਈਟ। ਆਪਾਂ ਇਸ ਬੱਚੇ ਨੂੰ ਕਿਸ ਤਰ੍ਹਾਂ ਪ੍ਰੀਵੈਂਟ ਕਰ ਸਕਦੇ ਹਾਂ ਇਸ ਲਾਈਨ ਦੇ ਵਿੱਚ ਪੈਣ ਲਈ? ਸੋ ਇਸੀ ਸੋਚ ਕਰਕੇ ਜਿਹੜੀ ਕਿਡਸ ਪਲੇ ਸੰਸਥਾ ਅਸੀਂ ਤਿਆਰ ਕੀਤੀ ਸੀ ਕਿ ਅਸੀਂ ਮੰਗਦੇ ਹਾਂ ਕਿ ਛੋਟੇ ਤੋਂ ਛੋਟੇ ਬੱਚਿਆਂ ਦੇ ਨਾਲ ਸਾਡਾ ਨਾਤਾ ਪਵੇ ਜੀ। ਛੋਟੀ ਤੋਂ ਛੋਟੀ ਉਮਰ ਦੇ ਵਿੱਚ ਅਸੀਂ ਇਹ ਬੱਚਿਆਂ ਨੂੰ ਸਿਖਾ ਸਕੀਏ ਕਿ ਇਹ ਲਾਈਨ ਤੁਹਾਡੇ ਲਈ ਚੰਗੀ ਨਹੀਂ, ਤੇ ਜੇ ਅਸੀਂ ਇਹ ਬੱਚਿਆਂ ਨਾਲ ਛੋਟੀ ਉਮਰ ਤੋਂ ਹੀ ਅਸੀਂ ਕਨੈਕਸ਼ਨ ਬਣਾ ਸਕਦੇ ਹਾਂ ਤੇ ਬੱਚਿਆਂ ਨੇ ਉਸ ਲਾਈਨ ਦੇ ਵਿੱਚ ਕਦੇ ਪੈਣਾ ਹੀ ਨਹੀਂ। ਸੋ ਮੇਨ ਫੋਕਸ ਕਿਹੜਾ ਹੋਣਾ ਚਾਹੀਦਾ? अर्ਲੀ ਚਾਈਲਡਹੁੱਡ ਡਿਵੈਲਪਮੈਂਟ ਜੀ। ਸੋ ਜਿਹੜੇ ਮੇਨ ਪ੍ਰੋਗਰਾਮ ਅਸੀਂ ਹੁਣ ਚਲਾਉਂਦੇ ਹਾਂ, ਅਸੀਂ ਗ੍ਰੇਡ 6 ਤੇ 7 ਕੋਲੋਂ ਹੀ ਸ਼ੁਰੂ ਕਰ ਦਿੰਦੇ ਹਾਂ। ਸਕੂਲਾਂ ਦੇ ਵਿੱਚ ਆ ਕੇ ਅਸੀਂ ਪ੍ਰੈਜੈਂਟੇਸ਼ਨਾਂ ਕਰਦੇ ਹਾਂ, ਬੱਚਿਆਂ ਲਈ ਵਾਸਤੇ ਅਸੀਂ ਨਵੇਂ ਸਪੋਰਟਸ ਪ੍ਰੋਗਰਾਮ ਤਿਆਰ ਕਰਦੇ ਹਾਂ। ਸੋ ਹੁਣ ਫੋਰ ਐਗਜ਼ਾਮਪਲ ਸਾਡਾ ਬਾਸਕਟਬਾਲ ਟੂਰਨਾਮੈਂਟ ਹੋਣ ਲੱਗਾ ਹੈ ਮੋਨੇ ਹਫ਼ਤੇ। ਸੋ ਇਸ ਤਰ੍ਹਾਂ ਅਸੀਂ ਬੱਚਿਆਂ ਨਾਲ ਕਨੈਕਸ਼ਨ ਬਣਾ ਕੇ ਰੱਖੀਏ। ਖਾਸ ਕਰਕੇ ਮੈਂ ਮਾਪਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਹਾਨੂੰ ਤੁਹਾਡੇ ਬੱਚਿਆਂ ਨਾਲ ਕਮਿਊਨੀਕੇਸ਼ਨ ਲਾਈਨ ਓਪਨ ਰੱਖਣੀ ਪੈਣੀ ਆ, ਤੁਹਾਨੂੰ ਤੁਹਾਡੇ ਬੱਚਿਆਂ ਨਾਲ ਨਾਤਾ ਰੱਖਣਾ ਪੈਣਾ ਆ। ਸਭ ਤੋਂ ਵੱਡੀ ਜਗੀਰ, ਸਭ ਤੋਂ ਵੱਡੀ ਜਾਇਦਾਦ ਤੁਹਾਡੇ ਬੱਚੇ ਆ। ਬਾਕੀ ਸਾਰੇ ਕੰਮ ਛੱਡ ਦਿਓ, ਤੁਸੀਂ ਉਹਨਾਂ ਕੁ ਕੰਮ ਕਰੋ ਜਿਹਦੇ ਨਾਲ ਤੁਹਾਡੀ ਰੋਜ਼ ਦੀ ਰੋਟੀ ਚੱਲਦੀ ਹੋਵੇ, ਪਰ ਤੁਹਾਡਾ ਮੇਨ ਫੋਕਸ ਕਿੱਥੇ ਆ? ਤੁਸੀਂ ਏਡੇ ਵੱਡੇ ਮਹਿਲਾਂ ਨੂੰ ਕੀ ਕਰਨਾ, ਨਵੀਆਂ ਗੱਡੀਆਂ ਨੂੰ ਕੀ ਕਰਨਾ, ਜਦ ਤੁਹਾਡੇ ਬੱਚੇ ਨਹੀਂ ਤੁਹਾਡੇ ਹੱਥ ਰਹੇ? ਬਿਲਕੁਲ। ਸੋ ਇਸ ਲਈ ਇਹ ਤੁਹਾਨੂੰ ਲੱਗਦਾ ਵੀ ਇਹ ਹੱਲ ਜਿਹੜਾ ਹੋ ਸਕਦਾ, ਔਰ ਵਾਕਈ ਹੀ ਕਿਤੇ ਨਾ ਕਿਤੇ ਇਸ ਬਦਲਾਅ ਦੀ ਲੋੜ ਵੀ ਹੈ ਤਾਂ ਕਿ ਇਹਨਾਂ ਲਾਹਨਤਾਂ ਤੋਂ ਜਿਹੜਾ ਉਹ ਪਿੱਛਾ ਕਿਤੇ ਨਾ ਕਿਤੇ ਛੁੱਟ ਜਾਏ। ਕਹਿ ਦੋ ਸਾਂਝੀ ਇਹ ਤਾਂ ਰਹੀ ਗੱਲ ਹੁਣ ਉਹ ਜਿਹੜੀ ਕਿ ਸੈਮੀਨਾਰ ਜਾਂ ਫਿਰ ਆਪਣੇ ਤੌਰ ਦੇ ਉੱਤੇ ਸਰਕਾਰ ਦੀ ਕੋਸ਼ਿਸ਼ ਹੈ ਵੀ ਸੈਮੀਨਾਰਸ ਅਜਿਹੇ ਲਗਾਉਣ ਜਾਂ ਅਜਿਹੇ ਪ੍ਰੋਗਰਾਮਸ ਲਿਆਂਦੇ ਜਾਣ ਜਿਹਦੇ ਤੱਕ ਘਰ ਘਰ ਸੁਨੇਹਾ ਜਾ ਸਕੇ, ਔਰ ਬੱਚਾ ਜਦੋਂ ਛੋਟੇ ਹੁੰਦੇ ਤੋਂ ਹੀ ਹੈ ਇਹਨਾਂ ਚੀਜ਼ਾਂ 'ਚ ਪੈ ਜਾਏ ਤਾਂ ਕਿ ਉਹਦਾ ਧਿਆਨ ਦੂਜੇ ਪਾਸੇ ਨਾ ਹੋਏ। ਇੱਕ ਮੇਰਾ ਆਖੀਰ ਦੇ ਵਿੱਚ ਤੁਹਾਨੂੰ ਇਹ ਸਵਾਲ ਹੈ, ਜਿਹੜੀ ਪੈਸੇ ਦੀ ਚਮਕ ਧਮਕ ਜਿਹੜੀ ਚਕਾਚੌਂਧ ਹੁੰਦੀ ਹੈ ਨਾ, ਉਹ ਦੁਨੀਆ ਦੀ ਕਿਸੇ ਚੀਜ਼ ਤੋਂ ਵਧੀਆ ਨਹੀਂ ਲੱਗਦੀ। ਜਦੋਂ ਉਹ ਸਾਹਮਣੇ ਆ ਜਾਂਦੀ ਹੈ ਤਾਂ ਮੈਨੂੰ ਲੱਗਦਾ ਵੱਡੇ ਵੱਡੇ ਦੇ ਜਿਹੜੇ ਦੀਨ ਇਮਾਨ ਜਿਹੜੇ ਹੁੰਦੇ ਉਹ ਬਦਲ ਜਾਂਦੇ ਨੇ। ਇੱਕ ਬੱਚਾ ਤਾਂ ਵੈਸੇ ਹੀ ਬਹੁਤ ਛੋਟੀ ਉਮਰ 'ਚ ਹੁੰਦਾ ਜਿਹਨੂੰ ਆਪਣੀਆਂ ਛੋਟੀਆਂ ਚੀਜ਼ਾਂ ਲਈ ਪੈਸੇ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਸੋ ਉਹਨੂੰ ਜਦੋਂ ਪੈਸਾ ਦਿਖਾਇਆ ਜਾਂਦਾ ਹੈ, ਜਿਵੇਂ ਤੁਸੀਂ ਡੀਲਰਾਂ ਦੀ ਗੱਲ ਕਰ ਰਹੇ ਸੀਗੇ ਵੀ ਉਹ ਬੱਚੇ ਨੂੰ ਪੈਸਿਆਂ ਦਾ ਲਾਲਚ ਦਿੰਦੇ ਨੇ ਤੇ ਬੱਚਾ ਉੱਧਰ ਨੂੰ ਅਟਰੈਕਟ ਹੁੰਦਾ ਹੈ। ਹੁਣ ਜਦੋਂ ਇਹ ਪੈਸੇ ਦੀ ਜਿਹੜੀ ਚਮਕ ਕਿਸੇ ਨੂੰ ਦਿਖਾ ਦੇਣੀ ਬੱਚੇ ਨੂੰ, ਬੱਚਾ ਚਾਹੇ ਸਪੋਰਟਸ ਵਿੱਚ ਪਿਆ ਹੋਇਆ, ਚਾਹੇ ਚੰਗੇ ਕੰਮਾਂ 'ਚ ਪਿਆ, ਉਹਦੀ ਫੈਮਿਲੀ ਵੀ ਉਹਨੂੰ ਸਪੋਰਟ ਕਰ ਰਹੀ ਹੈ, ਪਰ ਕਿਤੇ ਨਾ ਕਿਤੇ ਉਹ ਪੈਸੇ ਦਾ ਜਿਹੜਾ ਲਾਲਚ ਹੈ ਜਾਂ ਆਪਣੇ ਐਕਸਪੈਂਸ ਜਿਹੜੇ ਪੂਰੇ ਕਰਨੇ ਹੁੰਦੇ ਉਹਨਾਂ ਕਰਕੇ ਉੱਧਰ ਨੂੰ ਫਿਰ ਵੀ ਚਲਾ ਜਾਂਦਾ ਹੈ। ਹੁਣ ਉਹਦੇ ਲਈ ਤੁਹਾਨੂੰ ਲੱਗਦਾ ਵੀ ਕੋਈ ਹੱਲ ਹੈਗਾ? ਸੋਚ ਆਪਾਂ ਨੂੰ ਆਪਣੀ ਸੋਚ ਬਦਲਣੀ ਪੈਣੀ ਇਸ ਕਮਿਊਨਿਟੀ ਦੇ ਵਿੱਚ, ਕਿਉਂਕਿ ਆਪਣੀ ਸੋਚ ਕੀ ਬਣ ਚੁੱਕੀ ਹੈ ਇਸ ਕਮਿਊਨਿਟੀ ਦੇ ਵਿੱਚ ਕਿ ਤੁਹਾਡਾ ਸਟੇਟਸ,
ਤੁਹਾਡੀ ਰੈਪੂਟੇਸ਼ਨ, ਤੁਹਾਡਾ ਟਾਈਟਲ ਐਸ ਸੋਸਾਇਟੀ ਦੇ ਵਿੱਚ ਸਿਰਫ ਤੋਂ ਸਿਰਫ ਪੈਸੇ ਨਾਲ ਜੁੜਿਆ ਹੋਇਆ ਹੈ। ਜੇ ਆਪਾਂ ਬੰਦੇ ਨੂੰ ਕੋਈ ਇੰਪੋਰਟੈਂਸ ਦਿੰਦੇ ਆ ਪੈਸੇ ਦੇ ਸਿਰ ਤੇ ਦਿੰਦੇ ਆ। ਜਿੱਦਾਂ ਹੁਣ ਜਿਹੜੀ ਜਨਰੇਸ਼ਨ ਦੇ ਵਿੱਚ ਤੁਸੀਂ ਪਲੇ ਆ ਜਾਂ ਮੈਂ ਪਲਿਆ ਆ, ਉਸ ਸਮੇਂ ਦੇ ਵਿੱਚ ਆਪਾਂ ਆਪਣੇ ਮਾਪੇ ਆਪਾਂ ਨੂੰ ਕੀ ਸਿਖਾਉਂਦੇ ਹੁੰਦੇ ਸੀ? ਸਿਖਾਉਂਦੇ ਹੁੰਦੇ ਸੀ ਕਿ ਪੜ੍ਹ ਲਓ, ਬਿਲਕੁਲ ਰਾਈਟ, ਪੜ੍ਹ ਲਓ, ਉੱਚੀਆਂ ਜਗ੍ਹਾ ਤੱਕ ਪਹੁੰਚੋ, ਚੰਗੇ ਕੰਮ ਕਰੋ, ਰਾਈਟ, ਸੋਸਾਇਟੀ ਦੀ ਸੇਵਾ ਦੇ ਵਿੱਚ ਲੱਗੋ। ਵੱਖਰੇ ਟਾਈਮ ਸੀ ਉਹ, ਕਿ ਉਹਨਾਂ ਦੇ ਜਿਹੜਾ ਵੈਲਿਊ ਸਿਸਟਮ ਸੀ ਵੱਖਰੀ ਸੀ, ਕਿਉਂਕਿ ਆਪਾਂ ਨੂੰ ਚੰਗੀਆਂ ਗੱਲਾਂ ਸਿਖਾਈਆਂ ਜਾਂਦੀਆਂ ਸੀ। ਹੁਣ ਇਸ ਸਮੇਂ ਦੇ ਵਿੱਚ ਕੀ ਸਿਖਾਇਆ ਜਾਂਦਾ ਹੈ ਕਿ ਪੈਸਾ ਇਜ਼ ਪਾਵਰ, ਰਾਈਟ। ਹੁਣ ਬਥੇਰੇ ਮੈਨੂੰ ਪੁੱਛਦੇ ਆ, ਕਹਿੰਦੇ ਆ ਕਿ ਭਾਜੀ ਤੁਹਾਡੀ ਸੋਹਣੀ ਜੌਬ ਚੱਲੀ ਜਾਂਦੀ ਆ, ਤੁਹਾਨੂੰ ਇੰਨੀ ਪੇ ਮਿਲਦੀ ਆ, ਰਾਈਟ, ਤੇ ਤੁਸੀਂ ਆਪਣੇ ਓਵਰ ਟਾਈਮ ਕਰੋ, ਆਪਣੀਆਂ ਸ਼ਿਫਟਾਂ ਲਾਓ ਤੇ ਆਪਣੇ ਘਰ ਜਾਓ, ਰਾਈਟ, ਤੁਹਾਨੂੰ ਇੰਨਾ ਕੁਛ ਕਰਨ ਦੀ ਕੀ ਲੋੜ ਆ? ਲਾਈਕ ਤੁਸੀਂ ਇੰਨਾ ਆਪਣਾ ਟਾਈਮ ਵਾਲੰਟੀਅਰ ਕਰਦੇ ਆ। ਮੈਂ ਸਾਰਿਆਂ ਨਾਲ ਇਹੀ ਸ਼ੇਅਰ ਕਰਨਾ ਮੰਗਦਾ ਆ ਕਿ ਜਿਹੜੇ ਰਾਤ ਹਾਣੀ ਮੈਂ ਲੰਘਿਆ ਹੋਇਆ, ਜਿਹੜਾ ਮੇਰਾ ਤਜਰਬਾ, ਜੋ ਕੁਛ ਮੈਂ ਅੱਖੀਂ ਦੇਖਿਆ ਹੋਇਆ, ਇਹ ਹੁਣ ਲੋਕ ਨਹੀਂ ਅੰਡਰਸਟੈਂਡ ਕਰ ਸਕਦੇ। ਜੇ ਹੁਣ ਲੋਕਾਂ ਦੇ ਸਾਹਮਣੇ ਬੱਚਿਆਂ ਦੀਆਂ ਲਾਸ਼ਾਂ ਪਈਆਂ ਹੋਣ, ਲੋਕਾਂ ਦੇ ਸਾਹਮਣੇ ਬੱਚਿਆਂ ਦੀਆਂ ਲਾਸ਼ਾਂ ਪਈਆਂ ਹੋਣ ਗੈਂਗ ਵਾਇਲੈਂਸ ਤੋਂ ਜਾਂ ਓਵਰਡੋਸ ਤੋਂ, ਕਿਸੇ ਨਾ ਕਿਸੇ ਪੁਆਇੰਟ ਤੇ ਉਹਨਾਂ ਦੇ ਫੈਮਿਲੀ ਨਾਲ ਹਮਦਰਦੀ ਤਾਂ ਹੋਣੀ ਹੈ, ਦੁੱਖ ਤੇ ਅਫਸੋਸ ਤਾਂ ਹੋਣਾ ਕਿ ਆਪਣੇ ਕਮਿਊਨਿਟੀ ਦਾ ਬੱਚਾ ਸੀ ਜਿਹੜਾ ਪੂਰਾ ਹੋ ਗਿਆ, ਰਾਈਟ। ਇਹ ਆਪਾਂ ਨੂੰ ਇਹ ਗੱਲਾਂ ਸਮਝਣ ਦੀ ਲੋੜ ਆ ਕਿ ਜੇ ਹੋਰ ਕਿਸੇ ਦਾ ਬੱਚਾ ਡਰੱਗਸ ਦੇ ਗੈਂਗਸ ਵਿੱਚ ਪਿਆ ਹੋਇਆ ਜਾਂ ਹੋਰ ਕਿਸੇ ਦਾ ਬੱਚਾ ਮਰਦਾ ਆ, ਇਹ ਦੁੱਖ ਆਪਾਂ ਨੂੰ ਸਾਰਿਆਂ ਨੂੰ ਹੋਣਾ ਚਾਹੀਦਾ। ਬਲਕਿ ਇਹ ਨਹੀਂ ਕਿ ਆਪਾਂ ਕਹਿ ਦਿੰਦੇ ਕਿ ਉਹਨਾਂ ਦਾ ਬੱਚਾ ਉਹਨਾਂ ਦੀ ਪ੍ਰੋਬਲਮ ਹੈ, ਉਹਨਾਂ ਨੂੰ ਹੋਗਾ ਭਾਈ, ਰਾਈਟ, ਕਿਉਂਕਿ ਆਪਣੀ ਕਮਿਊਨਿਟੀ ਦੇ ਵਿੱਚ ਇਹੀ ਕਹਿੰਦੇ ਆ, ਕਹਿੰਦੇ ਭਰਾਵਾ ਉਹਨਾਂ ਦੇ ਮਾਪਿਆਂ ਨੂੰ ਹੋਗਾ, ਤੈਨੂੰ ਇੰਨਾ ਕੀ, ਬਿਲਕੁਲ, ਰਾਈਟ। ਤੇ ਦੂਜੀ ਗੱਲ ਮੈਨੂੰ ਇਹ ਕਹਿੰਦੇ ਆ ਕਿ ਕਿੰਨਿਆਂ ਨੂੰ ਬਚਾ ਲਓ, ਕੀ ਫਰਕ ਪੈਂਦਾ, ਬਿਲਕੁਲ। ਤੇ ਬੜਾ ਦੁੱਖ ਲੱਗਦਾ ਜਦ ਇੱਦਾਂ ਦੀਆਂ ਲਾਈਨਾਂ ਸੁਣਦਾ ਆ। ਪਰ ਇੱਕ ਸਿਆਣੇ ਨੇ ਮੈਨੂੰ ਇੱਕ ਗੱਲ ਦੱਸੀ, ਕਹਿੰਦਾ ਇੱਕ ਛੋਟਾ ਜਿਹਾ ਬੱਚਾ ਬੀਚ ਤੇ ਤੁਰਿਆ ਜਾਂਦਾ ਸੀ, ਕਹਿੰਦਾ ਪਾਣੀ ਛੇਤੀ ਨਿਕਲ ਗਿਆ ਤੇ ਲੱਖ ਹਜ਼ਾਰਾਂ ਮੱਛੀਆਂ ਉੱਤੇ ਤੜਫਦੀਆਂ ਮਰ ਰਹੀਆਂ ਸੀ। ਆਪਣੇ ਨਿਦਾਨ ਪੁਣੇ ਦੇ ਵਿੱਚ ਇਹ ਬੱਚਾ ਇੱਕ ਇੱਕ ਮੱਛੀ ਚੱਕ ਕੇ ਤੇ ਵਾਪਸ ਸਮੁੰਦਰ ਦੇ ਵਿੱਚ ਰੱਖੀ ਜਾਂਦਾ ਸੀ। ਤੇ ਦੂਜੇ ਪਾਸਿਓਂ ਇੱਕ ਬਜ਼ੁਰਗ ਤੁਰਿਆ ਆਉਂਦਾ ਸੀ ਤੇ ਬਜ਼ੁਰਗ ਨੇ ਬੱਚੇ ਨੂੰ ਦੇਖਿਆ ਤੇ ਆਪਣੇ ਆਪ ਨੂੰ ਸੋਚਿਆ ਕਿ ਕਿੰਨਾ ਪਾਗਲ ਬੱਚਾ, ਕਿ ਇੰਨੀਆਂ ਲੱਖ ਹਜ਼ਾਰਾਂ ਮੱਛੀਆਂ ਮਾਰੀਆਂ ਆ ਤੇ ਇਹ ਇੱਕ ਇੱਕ ਚੱਕ ਕੇ ਤੇ ਵਾਪਸ ਸਮੁੰਦਰ ਵਿੱਚ ਪਾਈ ਜਾਂਦਾ ਆ, ਕਿ ਕਿੰਨਿਆਂ ਨੂੰ ਬਚਾ ਲਓ, ਕੀ ਫਰਕ ਪੈਂਦਾ ਆ। ਬਜ਼ੁਰਗ ਨੇ ਆ ਕੇ ਤੇ ਬੱਚੇ ਨੂੰ ਬਾਹੋਂ ਫੜ ਕੇ ਤੇ ਹਲੂਣਾ ਦਿੱਤਾ, ਕਹਿੰਦਾ ਆਪਣੇ ਆਲੇ ਦੁਆਲੇ ਦੇਖ, ਕਹਿੰਦਾ ਲੱਖ ਹਜ਼ਾਰਾਂ ਮੱਛੀਆਂ ਮਾਰੀਆਂ ਤੇ ਤੂੰ ਇੱਕ ਇੱਕ ਚੱਕ ਕੇ ਤੇ ਵਾਪਸ ਸਮੁੰਦਰ ਵਿੱਚ ਪਈ ਜਾਂਦਾ, ਕਹਿੰਦਾ ਕਿੰਨਿਆਂ ਨੂੰ ਬਚਾ ਲੂੰਗਾ, ਕੀ ਫਰਕ ਪੈਂਦਾ। ਉਹ ਬੱਚੇ ਨੇ ਆਪਣੇ ਰਿਸਪਾਂਸ ਦੇ ਵਿੱਚ ਇੱਕ ਮੱਛੀ ਚੱਕੀ, ਵਾਪਸ ਸਮੁੰਦਰ ਵਿੱਚ ਰੱਖੀ ਤੇ ਕਹਿੰਦਾ ਇਹਨੂੰ ਪੁੱਛ ਕੀ ਫਰਕ ਪੈਂਦਾ ਹੈ। ਹਰੇਕ ਬੱਚੇ ਦੀ ਜਾਨ ਪਿਆਰੀ ਆ, ਬਿਲਕੁਲ। ਮੋਰਲ ਸਟੋਰੀ ਦਾ ਇਹ ਹੈ ਕਿ ਹਰੇਕ ਬੱਚੇ ਦੀ ਜਾਨ ਪਿਆਰੀ ਆ। ਆਪਾਂ ਨੂੰ ਜੇ ਇਸ ਕਮਿਊਨਿਟੀ ਦੇ ਵਿੱਚ ਆਪਾਂ ਬੱਚਿਆਂ ਨੂੰ ਬਚਾ ਕੇ ਰੱਖਣਾ ਤੇ ਬੱਚਿਆਂ ਲਈ ਆਪਾਂ ਇੱਕ ਸੋਹਣਾ ਭਵਿੱਖ ਬਣਾਉਣਾ ਹੈ ਡਰੱਗਸ ਤੇ ਗੈਂਗਸ ਤੋਂ ਦੂਰ, ਤੇ ਆਪਣੇ ਸਾਰਿਆਂ ਦਾ ਫਰਜ਼ ਬਣਦਾ ਹੈ। ਜੀ ਬਿਲਕੁਲ। ਇਕੱਲਾ ਮੇਰਾ ਨਹੀਂ, ਇਕੱਲਾ ਪੁਲਿਸ ਡਿਪਾਰਟਮੈਂਟ ਦਾ ਨਹੀਂ, ਇਕੱਲਾ ਤੁਹਾਡਾ ਨਹੀਂ, ਇਕੱਲੇ ਸਕੂਲਸ ਦਾ ਨਹੀਂ, ਇਕੱਲੇ ਗਵਰਨਮੈਂਟ ਦਾ ਨਹੀਂ, ਵੀ ਆਲ ਹੈਵ ਰਿਸਪੌਂਸਿਬਿਲਿਟੀ ਕਿ ਇੱਕ ਮੁੱਠ ਬਣ ਕੇ ਇੱਕ ਸੋਚ ਲੈ ਕੇ ਆਪਾਂ ਨੂੰ ਸਾਰਿਆਂ ਨੂੰ ਉਸੇ ਸੋਚ ਦੇ ਨਾਲ ਅੱਗੇ ਨੂੰ ਤੁਰਨਾ ਪੈਣਾ ਹੈ। ਬਿਲਕੁਲ। ਅਖੀਰ ਦੇ ਵਿੱਚ ਬਹੁਤ ਘੱਟ ਸ਼ਬਦਾਂ ਦੇ ਵਿੱਚ ਖਿਆਲ ਦੋਸਾਂ ਜੀ ਕੀ ਅਪੀਲ ਕਰਨਾ ਚਾਹੋਗੇ ਸਾਰਿਆਂ ਨੂੰ? ਸ਼ਰੀ, ਮੈਂ ਸਿਰਫ ਤੋਂ ਸਿਰਫ ਇਹੀ ਹੱਥ ਜੋੜ ਕੇ ਬੇਨਤੀ ਸਾਰਿਆਂ ਮਾਪਿਆਂ ਨੂੰ ਕਰਦਾ ਹਾਂ ਕਿ ਤੁਸੀਂ ਆਪਣੇ ਬੱਚਿਆਂ ਨਾਲ ਸੰਯੋਗ ਬਣਾਓ, ਨਾਤਾ ਬਣਾਓ। ਇਹ ਨਹੀਂ ਕਿ ਤੁਸੀਂ ਆਪਣਾ ਕੰਮ ਕਰਦੇ ਆ ਤੇ ਬੱਚਿਆਂ ਨੂੰ ਪਾ ਰਹੇ ਆ। ਬੱਚਿਆਂ ਨਾਲ ਕਮਿਊਨੀਕੇਸ਼ਨ ਬ੍ਰਿਜ ਬਣਾਉਣੀ ਬਹੁਤ ਸਖਤ ਜ਼ਰੂਰੀ ਆ। ਤੇ ਇਹ ਜਿਹੜੀ ਗੈਂਗਸ ਤੇ ਡਰੱਗਸ ਦੀ ਇਸ਼ੂ ਆਪਣੇ ਕਮਿਊਨਿਟੀ ਦੇ ਵਿੱਚ ਇਹਦੇ ਜੜ ਬਹੁਤ ਡੂੰਘੇ ਆ। ਇਹ ਤੁਸੀਂ ਇਹ ਨਾ ਸੋਚੋ ਕਿ ਪੁਲਿਸ ਡਿਪਾਰਟਮੈਂਟ ਜਾਂ ਇਕੱਲਾ ਸਕੂਲ ਸਿਸਟਮ ਹੀ ਰਿਸਪੌਂਸਿਬਲ ਹੈ ਆਪਣੇ ਬੱਚਿਆਂ ਨੂੰ ਸਹੀ ਲਾਈਨ ਤੇ ਰੱਖਣ ਲਈ। ਅਸਲੀ ਫਰਜ਼ ਤੁਹਾਡਾ ਬਣਦਾ ਆ। ਜੇ ਹੁਣ ਸਾਡੇ ਵਰਗੀਆਂ ਸੰਸਥਾ ਕਿਡਸ ਪਲੇ ਇੰਨਾ ਕੁਝ ਕਮਿਊਨਿਟੀ ਦੇ ਵਿੱਚ ਕਰ ਰਹੀਆਂ ਜਾਂ ਬੱਚਿਆਂ ਲਈ ਫ੍ਰੀ ਪ੍ਰੋਗਰਾਮ ਤਿਆਰ ਕਰਕੇ ਬੱਚਿਆਂ ਨੂੰ ਸਹੀ ਲਾਈਨ ਤੇ ਰੱਖਣ ਲਈ, ਤੇ ਫਿਰ ਤੁਹਾਡਾ ਵੀ ਫਰਜ਼ ਬਣਦਾ ਕਿ ਇਸ ਤਰ੍ਹਾਂ ਦੀ ਸੰਸਥਾ ਨਾਲ ਜੁੜੋ, ਰਾਈਟ। ਆਪਾਂ ਬੱਚਿਆਂ ਨੂੰ ਸਹੀ ਲਾਈਨ ਤੇ ਰੱਖੀਏ ਤੇ ਉਹਨਾਂ ਵਾਸਤੇ ਇੱਕ ਸੋਹਣਾ ਭਵਿੱਖ ਬਣਾਈਏ। ਜੀ ਬਿਲਕੁਲ। ਕੈਲਦੋ ਜੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਮਾਂ ਕੱਢਿਆ ਸ਼ੋਅ ਦੇ ਵਿੱਚ ਆਏ ਇਸ ਸਭ ਤੋਂ ਮਹੱਤਵਪੂਰਨ ਟੌਪਿਕ ਦੇ ਉੱਤੇ ਗੱਲਬਾਤ ਕਰਨ ਦੇ ਲਈ। ਥੈਂਕ ਯੂ ਸੋ ਮਚ। ਥੈਂਕ ਯੂ ਤੁਹਾਡਾ ਸ਼ੈਰੀ ਜੀ, ਆਈ ਰੀਲੀ ਅਪਰੀਸ਼ੀਏਟ ਦੈਟ। ਸੋ ਕੈਲਦੋ ਜੀ ਸਾਡੇ ਨਾਲ ਜੁੜੇ ਹੋਏ ਸੀ, ਬਹੁਤ ਸਾਰੀਆਂ ਗੱਲਾਂ ਹੋਈਆਂ। ਗੱਲਾਂ ਦੇ ਵਿੱਚ ਤੁਸੀਂ ਦੇਖ ਲਿਆ ਸ਼ੋਅ ਦੇ ਵਿੱਚ ਬਹੁਤ ਸਾਰੇ ਟੌਪਿਕਸ ਜਿਹੜੇ ਸੀਗੇ ਜਿਹੜੇ ਕਿ ਆਮ ਨੇ, ਸਾਡੇ ਹਰ ਕਿਸੇ ਦੇ ਨਾਲ ਕੋਈ ਨਾ ਕੋਈ ਇਹਨਾਂ ਦੇ ਵਿੱਚੋਂ ਟੌਪਿਕ ਜੁੜਿਆ ਹੀ ਹੋਇਆ। ਹੁਣ ਜ਼ਰੂਰਤ ਹੈ ਕਿ ਜਿੰਨੀ ਇਹਦੇ ਵਿੱਚ ਗੱਲਬਾਤ ਹੋਈ ਹੈ, ਇਹ ਸਿਰਫ ਗੱਲਬਾਤ ਤੱਕ ਸਿਲਸਿਲਾ ਹੀ ਨਹੀਂ ਮੁੱਕ ਜਾਣਾ ਚਾਹੀਦਾ। ਇਹਦੇ 'ਚ ਸਾਨੂੰ ਸਾਰਿਆਂ ਨੂੰ ਆਪਣੇ ਵੱਲ ਝਾਤੀ ਮਾਰਨ ਦੀ ਲੋੜ ਹੈਗੀ ਹੈ, ਆਪਣੇ ਘਰਾਂ ਦੇ ਵੱਲ ਗੌਰ ਕਰਨ ਦੀ ਲੋੜ ਹੈ। ਤੇ ਛੋਟੀਆਂ-ਛੋਟੀਆਂ ਕਮੀਆਂ ਜਿਹੜੀਆਂ ਸਾਡੇ ਅੰਦਰ ਹੈਗੀਆਂ ਨੇ, ਕਈ ਵਾਰੀ ਸਾਨੂੰ ਨਹੀਂ ਉਹ ਕਮੀਆਂ ਲੱਗਦੀਆਂ, ਪਤਾ ਨਹੀਂ ਚੱਲਦਾ, ਜਾਂ ਇਹ ਲੱਗਦਾ ਕਿ ਮਾਈਨਰ ਜੀ ਹੈ, ਕੋਈ ਏਡੀ ਵੱਡੀ ਨਹੀਂ ਹੈ। ਪਰ ਇਹ ਵੱਡੀ ਕਦੋਂ ਬਣ ਜਾਣੀ ਹੈ ਜਾਂ ਇਹ ਬੱਚਿਆਂ ਦੇ ਉੱਤੇ ਕਿਵੇਂ ਅਸਰ ਕਰ ਜਾਣੀ ਹੈ, ਉਹਦੇ ਬਾਰੇ ਕਈ ਵਾਰੀ ਅਸੀਂ ਜ਼ਿਆਦਾ ਨਹੀਂ ਸੋਚਦੇ। ਪਰ ਹੁਣ ਲੋੜ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਾਰੀਕੀ ਦੇ ਨਾਲ ਸੋਚਣ ਦੀ, ਸਮਝਣ ਦੀ, ਤੇ ਫਿਰ ਉਸ ਦੇ ਉੱਤੇ ਫੈਸਲਾ ਕਰਨ ਦੀ, ਕਿਉਂਕਿ ਇਹ ਨਾ ਸਿਰਫ ਇੱਕ ਬੱਚੇ ਦਾ ਮਸਲਾ ਹੈਗਾ, ਬਲਕਿ ਹਜ਼ਾਰਾਂ ਲੱਖਾਂ ਬੱਚੇ ਇਸ ਚੀਜ਼ ਦੇ ਨਾਲ ਜੁੜੇ ਹੋਏ ਨੇ। ਤੇ ਜੇ ਲਾਨਤ ਫੈਲ ਰਹੀ ਹੈ ਤਾਂ ਇਹ ਕਦੋਂ
ਸਾਡੇ ਆਪਣੇ ਬੱਚੇ ਤੱਕ, ਤੁਹਾਡੇ ਬੱਚੇ ਤੱਕ ਕਦੋਂ ਪਹੁੰਚ ਜਾਣੀ ਹੈ, ਇਹਦੇ ਬਾਰੇ ਅਸੀਂ ਕੋਈ ਅੰਦਾਜ਼ਾ ਨਹੀਂ ਲਗਾ ਸਕਦੇ। ਸੋ ਇਸ ਲਈ ਇਹ ਛੋਟੀਆਂ ਚੀਜ਼ਾਂ ਦੇ ਉੱਤੇ ਗੌਰ ਕਰਕੇ ਅਸੀਂ ਇੱਕ ਵੱਡੀ ਅਨਹੋਣੀ ਹੋਣ ਤੋਂ ਜਿਹੜੀ ਹੈ ਉਸ ਨੂੰ ਬਚਾ ਸਕਦੇ ਹਾਂ। ਸੋ ਫਿਲਹਾਲ ਦੇ ਲਈ ਇਜਾਜ਼ਤ ਦਿਓ। ਸ਼ੋਅ ਦੇ ਵਿੱਚ ਇੰਨਾ ਹੀ, ਫਿਰ ਤੋਂ ਮਿਲਾਂਗੇ ਕੱਲ ਦ ਮਾਰਨਿੰਗ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।